ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਸਰੋਤਿਓ, ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਤੁਹਾਨੂੰ ਜੀ ਆਇਆਂ ਕਹਿੰਦੇ ਆ। ਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਗੱਲਬਾਤ ਜਿਹੜੀ ਪੰਜਾਬ ਅਤੇ ਭਾਰਤ ਦੀ ਪੋਲੀਟਿਕਸ ਅਤੇ ਹੋਰ ਮਸਲੇ ਉਹਨਾਂ ਦੇ ਸੰਬੰਧ ਦੇ ਵਿੱਚ ਕਰਾਂਗੇ ਤੇ ਇੰਟਰਨੈਸ਼ਨਲ ਕੀ ਮਸਲੇ ਹਨ ਉਹਨਾਂ ਦੇ ਬਾਰੇ ਵੀ ਵਿਚਾਰ ਕਰਾਂਗੇ। ਤੇ ਮੇਰੇ ਨਾਲ ਹਾਜ਼ਰ ਹਨ ਸਟੂਡੀਓ ਦੇ ਵਿੱਚ ਪ੍ਰਸਿੱਧ ਪੱਤਰਕਾਰ ਭਾਈ ਅਵਤਾਰ ਸਿੰਘ ਜੀ, ਜਿਨ੍ਹਾਂ ਨੂੰ ਜੀ ਆਇਆਂ ਕਹਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ, ਆਪਾਂ ਆਰੰਭ ਕਰਦੇ ਹਾਂ ਜਿਹੜਾ ਭਾਰਤ ਦੇ ਵਿੱਚ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਸਿਆਸਤ ਦੀ, ਸਭ ਤੋਂ ਪਹਿਲਾਂ ਭਾਰਤ ਸਰਕਾਰ ਦੀ ਆਉਂਦੀ ਆ, ਜਿਹਦੇ ਲਈ ਹੁਣੇ ਥੋੜ੍ਹਾ ਹੀ ਸਮਾਂ ਹੋਇਆ ਕਿ ਭਾਜਪਾ ਦੀ ਸਰਕਾਰ ਬਣੀ, ਜਿਹਦੇ ਪ੍ਰਧਾਨ ਨਰਿੰਦਰ ਮੋਦੀ ਜੀ ਬਣੇ ਆ। ਅਤੇ ਉਹਨਾਂ ਨੇ ਪਹਿਲਾਂ ਬਹੁਤ ਦਮਗਜੇ ਮਾਰੇ ਸੀ ਕਿ ਅਸੀਂ ਜਿਹੜੀ ਮਹਿੰਗਾਈ ਘਟਾ ਦਾਂਗੇ, ਆਹ ਕਰ ਦਾਂਗੇ, ਅੱਛੇ ਦਿਨ ਆਉਣਗੇ। ਲੇਕਿਨ ਉਹਨੂੰ ਲੈ ਕੇ ਹੁਣ ਤਰ੍ਹਾਂ ਦੀਆਂ ਜਿੱਦਾਂ ਕਿਆਸ ਰਾਈਆਂ ਹੋਣ ਲੱਗ ਪਈਆਂ ਕਿ ਜਿਹੜੀ ਉਹ ਮਹਿੰਗਾਈ ਤਾਂ ਘਟਣੀ ਤਾਂ ਕੀ ਸੀ, ਅੱਗੇ ਨਾਲੋਂ ਵੀ ਜਿੱਦਾਂ ਵੱਧ ਰਹੀ ਆ। ਉਹਦੇ ਸੰਬੰਧ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਇੰਨੀਆਂ ਵਧੀਆਂ, ਇਹਦੇ ਕਾਰਨ ਕੀ ਹੈ? ਜਿਹੜਾ ਇਹ ਮਹਿੰਗਾਈ ਵਾਲਾ ਮਸਲਾ ਹੈ ਤਾਂ ਇਹ ਲਾਸਟ ਦਿਨਾਂ 'ਚ ਤਾਂ ਆ ਕੇ ਤਾਂ ਡਾਕਟਰ ਮਨਮੋਹਨ ਸਿੰਘ ਵੀ ਇਸ ਗੱਲੋਂ ਹੱਥ ਖੜੇ ਕਰ ਗਏ ਸਨ ਵੀ ਮਹਿੰਗਾਈ ਨੂੰ ਰੋਕਣਾ ਸਾਡੇ ਵੱਸ ਦੀ ਗੱਲ ਨਹੀਂ ਰਹੀ, ਕਿਉਂਕਿ ਮਹਿੰਗਾਈ ਦਾ ਰਾਜਨੀਤਿਕ ਤੌਰ 'ਤੇ ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਕੈਪ ਨਹੀਂ ਹੈਗਾ ਵੀ ਜਿਹਦੇ ਨਾਲ ਉਹਨੂੰ ਮਹਿੰਗਾਈ ਨੂੰ ਰੋਕ ਸਕਣ। ਵੀ ਮਹਿੰਗਾਈ ਤਾਂ ਕਾਰਪੋਰੇਟ ਜਗਤ ਨੇ, ਵਪਾਰੀਆਂ ਨੇ, ਤੇ ਸਾਰੀ ਜਿਹੜੀ ਲੌਬੀ ਹੁੰਦੀ ਆ, ਮਹਿੰਗਾਈ ਉਹਦੇ ਹੱਥਾਂ 'ਚ ਹੁੰਦੀ ਆ। ਉਹ ਸਾਰੇ ਕਿਸ ਤਰ੍ਹਾਂ ਇਹ ਬਿਜ਼ਨਸ ਦੇ ਆਪਣੀਆਂ ਨਾ ਅੰਡਰਲੇਨਿੰਗਸ ਨੇ ਬਿਜ਼ਨਸ ਦੀਆਂ। ਠੀਕ ਹੈ। ਇਹ ਜਿਹੜੇ ਗੁਪਤ ਭੇਦ ਨੇ ਬਿਜ਼ਨਸ ਦੇ, ਉਹ ਸਾਰੇ ਟਰੇਡਰ ਕਲਾਸ ਨੂੰ ਪਤਾ ਹੁੰਦੇ ਨੇ। ਉਹ ਸਾਰੀ ਟਰੇਡਰ ਕਲਾਸ ਦੀ ਆਪਣੀ ਇੱਕ ਪੂਰੀ ਤਰ੍ਹਾਂ ਦਾ ਗਰੁੱਪ ਬਣਿਆ ਹੋਇਆ ਵੱਖ-ਵੱਖ ਮਸਲਿਆਂ 'ਚ। ਜਿਹੜਾ ਪਿਆਜ਼ ਦਾ ਕੰਮ ਕਰਦੇ ਨੇ ਉਹ ਪਿਆਜ਼ ਦਾ ਟਰੇਡਰ ਗਰੁੱਪ ਆ, ਜਿਹੜਾ ਕੱਪੜੇ ਦਾ ਕੰਮ ਕਰਦੇ ਨੇ ਜਾਂ ਜਿਹੜਾ ਹੋਰ ਗਰੋਸਰੀ ਦਾ ਕਰਦੇ ਨੇ ਉਹਨਾਂ ਦੀ ਆਪਣੀ ਇੱਕ ਟਰੇਡਰਸ ਗਰੁੱਪ ਆ। ਉਹ ਲੰਬੇ ਇੰਡੀਆ ਵਿੱਚ ਲੰਬੇ ਟਾਈਮ ਤੱਕ ਆ ਬਹੁਤ ਦੂਰ ਤੱਕ ਮਾਰ ਕਰ ਸਕਦਾ। ਉਹ ਸਾਰਾ ਜਾਂ ਤਾਂ ਡੰਪ ਕਰ ਲੈਂਦੇ ਨੇ ਜਾਂ ਉਹਨੂੰ ਕਿਸ ਤਰ੍ਹਾਂ ਆਪ ਹੀ ਪ੍ਰਾਈਸਿਸ ਵਧਾਉਣ ਲਈ ਚੱਕਰ 'ਚ ਇਹ ਸਾਰਾ ਜਿੱਦਾਂ ਉਹਨਾਂ ਦੀ ਖੇਡ ਚੱਲਦੀ ਹੈ, ਸਾਰਾ ਨਾ ਸਟਾਕ ਮਾਰਕੀਟ ਵਾਂਗ ਚੱਲਦਾ। ਇਹ ਸੱਟੇਬਾਜ਼ੀ ਇੱਕ ਤਰ੍ਹਾਂ ਦੀ ਜਿਹੜਾ ਵਪਾਰ ਆ, ਕਿਉਂਕਿ ਵਪਾਰੀ ਨੂੰ ਤਾਂ ਜਦੋਂ ਹਰ ਰੋਜ਼ ਦਾ ਹੁੰਦਾ ਵੀ ਜੇ ਅੱਜ ਇੱਕ ਪੈਸਾ ਵੀ ਵੱਧ ਗਿਆ ਉਹਦੇ ਲਈ ਲੱਖਾਂ ਕਰੋੜਾਂ ਰੁਪਏ ਆ ਜਾਂਦੇ, ਕਿਉਂਕਿ ਜਿਨ੍ਹਾਂ ਨੇ ਹੋਲਸੇਲ ਦਾ ਜਾਂ ਸਿਸਟਮ ਕਰਨਾ ਜਾਂ ਇਸ ਤਰ੍ਹਾਂ ਕਰਨਾ। ਵੀ ਇਹ ਸਾਰਾ ਮਹਿੰਗਾਈ ਵਾਲਾ ਜਿਹੜਾ ਚੱਕਰ ਆ ਇਹ ਕਾਫੀ ਕੰਪਲੀਕੇਟਡ ਕਿਸਮ ਦਾ ਮਸਲਾ ਹੈ, ਜਿਹੜਾ ਉਹਦੇ 'ਚ ਤੁਹਾਨੂੰ ਬੈਲੈਂਸ ਰੱਖਣਾ ਪੈਂਦਾ ਵੀ ਤੁਹਾਨੂੰ ਪ੍ਰੋ ਬਿਜ਼ਨਸ ਵੀ ਹੋਣਾ ਪੈਂਦਾ, ਪ੍ਰੋ ਪੀਪਲ ਵੀ ਹੋਣਾ ਪੈਂਦਾ। ਇਸ ਕਿਸਮ ਦੇ ਜਿਹੜੇ ਬਹੁਤ ਡੈਲੀਕੇਟ ਬੈਲੈਂਸਿਸ ਆ ਇਹ ਪੂਰੇ ਸੰਸਾਰ ਵਿੱਚ ਹੀ ਸਰਕਾਰਾਂ ਤੋਂ ਕ੍ਰੀਏਟ ਨਹੀਂ ਹੋ ਰਹੇ। ਹੁਣ ਭਾਜਪਾ ਨੂੰ ਆਪਾਂ ਦੇਖ ਰਹੇ ਹਾਂ ਵੀ ਭਾਜਪਾ ਪ੍ਰੋ ਬਿਜ਼ਨਸ ਆ, ਉਹ ਵਪਾਰੀਆਂ ਦੀ ਪਾਰਟੀ ਆ। ਅਤੇ ਵਪਾਰੀਆਂ ਨੂੰ ਜਦੋਂ ਤੁਸੀਂ ਲਾਭ ਦੇਣ ਲਈ ਆ ਜਾਂ ਉਹਨਾਂ ਦੀ ਹਮਾਇਤ ਨਾਲ ਜਾਂ ਉਹਨਾਂ ਦੇ ਹਰ ਕਿਸਮ ਦੇ ਉਹਨਾਂ ਦੀ ਹਮਾਇਤ ਨਾਲ ਜਦੋਂ ਤੁਸੀਂ ਆਉਂਦੇ ਹੋ ਅਤੇ ਫਿਰ ਉਹਨਾਂ ਦੇ ਖਿਲਾਫ ਤੁਸੀਂ ਕਿਸ ਤਰ੍ਹਾਂ ਐਕਸ਼ਨ ਲੈ ਸਕਦੇ ਹੋ, ਹੈ ਨਾ। ਵੀ ਉਹਨਾਂ ਦੇ ਪੈਸੇ ਨਾਲ, ਉਹਨਾਂ ਦੀ ਨੈਤਿਕ ਹਮਾਇਤ ਨਾਲ ਅਤੇ ਹੋਰ ਕਿੰਨੇ ਕੁਛ ਨਾਲ ਤੁਸੀਂ ਸਰਕਾਰ ਵਿੱਚ ਆਉਂਦੇ ਹੋ। ਹਾਲਾਂਕਿ ਕਾਂਗਰਸ ਨੂੰ ਮੰਨਿਆ ਜਾਂਦਾ ਸੀਗਾ ਵੀ ਉਹ ਥੋੜ੍ਹੀ ਪ੍ਰੋ ਪੀਪਲ ਆ, ਜਿੱਦਾਂ ਲੇਬਰ ਦੀ ਇੱਥੇ ਹੈਗੀ ਆ ਵੀ ਉਹ ਲੇਬਰ ਕਲਾਸ ਨੂੰ ਰੀਪ੍ਰਜੈਂਟ ਕਰਦੀ ਆ, ਪਰ ਉਹਦੇ 'ਚੋਂ ਵੀ ਇਹ ਨਹੀਂ ਹੁੰਦਾ ਵੀ ਤੁਸੀਂ ਟੋਟਲੀ ਲੇਬਰ ਕਲਾਸ ਨੂੰ ਰੀਪ੍ਰਜੈਂਟ ਕਰ ਸਕਦੇ ਹੋ, ਕਿਉਂਕਿ ਬਿਜ਼ਨਸ ਨੇ ਵੀ ਦੇਸ਼ ਨੂੰ ਖੜਾ ਕੀਤਾ ਹੁੰਦਾ। ਬਿਜ਼ਨਸ ਦੇ ਵੀ ਬਹੁਤ ਸਾਰੇ ਆਸਪੈਕਟ ਨੇ, ਪੋਜ਼ੀਟਿਵ ਆਸਪੈਕਟਸ ਨੇ। ਉਹਦੇ ਨਾਲ ਤੁਹਾਡੀ ਜਿਹੜੀ GDP ਆ ਉਹ ਵੱਧਦੀ ਹੈ ਜਾਂ ਤੁਹਾਡੀ ਇਕੋਨਮੀ ਆ ਉਹ ਜਿੱਦਾਂ ਸਾਈਕਲ 'ਚ ਆਉਂਦੀ ਆ, ਜੋਬਸ ਕ੍ਰੀਏਟ ਹੁੰਦੀਆਂ ਨੇ। ਅਤੇ ਪ੍ਰੋ ਬਿਜ਼ਨਸ ਅਤੇ ਪ੍ਰੋ ਜਿਹੜਾ ਪੀਪਲ ਆ, ਪ੍ਰੋ ਲੇਬਰ ਆ, ਇਹ ਜਿਹੜਾ ਡੈਲੀਕੇਟ ਬੈਲੈਂਸ ਆ ਇਹਨੂੰ ਬਣਾਉਣਾ ਕਾਫੀ ਮੁਸ਼ਕਿਲ ਹੋ ਰਿਹਾ ਸਾਰੇ ਸੰਸਾਰ ਸੀ। ਉਸੇ 'ਚੋਂ ਇਹ ਨਰਿੰਦਰ ਮੋਦੀ ਜੀ ਉਹਨਾਂ ਦਾ ਆ ਰਿਹਾ ਵੀ ਹਾਲਾਂਕਿ ਉਹ 2 ਮਹੀਨੇ ਪਹਿਲਾਂ ਡਾਕਟਰ ਮਨਮੋਹਨ ਸਿੰਘ ਨੂੰ ਸਲਾਹਾਂ ਦੇ ਰਹੇ ਸੀ ਵੀ ਨਹੀਂ ਇੱਦਾਂ ਨਹੀਂ, ਇੱਦਾਂ ਕਰੋ, ਇਹ ਮਹਿੰਗਾਈ ਘੱਟ ਸਕਦੀ ਆ। ਸਾਡੇ ਕੋਲ ਬਹੁਤ ਤਜਰਬੇਕਾਰ ਇਕੋਨੋਮਿਸਟ ਨੇ ਜਾਂ ਹੋਰ ਸਾਡੇ ਕੋਲ ਬਹੁਤ ਕਿਸਮ ਦੀਆਂ ਜਿੱਦਾਂ ਤਜਰਬੇ ਵਾਲੇ ਲੋਕ ਨੇ। ਪਰ ਹੁਣ ਜਦੋਂ ਆਪ ਸਰਕਾਰ ਵਿੱਚ ਆਏ ਨੇ ਉਹ ਸਾਰੇ ਤਜਰਬੇ ਫੇਲ ਹੁੰਦੇ ਨਜ਼ਰ ਆ ਰਹੇ ਆ। ਵੀ ਗੈਸ ਦੇ ਜਿਹੜੇ ਸਿਲੰਡਰ ਨੇ ਉਹ 16.5 ਰੁਪਈਏ ਸਿੱਧਾ ਵੱਧ ਗਿਆ ਹੋਇਆ। ਆਲੂ ਦੇ ਪਿਆਜ਼ ਦੀਆਂ ਤਾਂ ਰੋਜ਼ ਹੀ ਖਬਰਾਂ ਸੁਣਦੇ ਆ ਵੀ ਬਹੁਤ ਜ਼ਿਆਦਾ ਮਹਿੰਗਾਈ ਹੋ ਗਈ ਹੋਈ ਹੈ। ਅਤੇ ਇਹਦੇ ਨਾਲ ਹੀ ਜਿਹੜੀਆਂ ਹੋਰ ਕਮੋਡਿਟੀਜ਼ ਆ, ਪੈਟਰੋਲ ਆ ਜਿਹੜਾ ਉਹ 2 ਰੁਪਏ ਮਹਿੰਗਾ ਹੋ ਗਿਆ, ਡੀਜ਼ਲ 50 ਪੈਸੇ ਮਹਿੰਗਾ ਹੋ ਰਿਹਾ। ਹਾਲਾਂਕਿ ਲਾ ਰਹੇ ਦੋਸ਼ ਵੀ ਇਰਾਕ ਕਰਕੇ ਵੀ ਇਰਾਕ 'ਚੋਂ ਨਹੀਂ ਆ ਰਿਹਾ, ਪਰ ਹੁਣ ਤੁਸੀਂ ਇਕੱਲੀ ਇਰਾਕ ਤੋਂ ਥੋੜ੍ਹਾ ਸਪਲਾਈ ਲੈ ਰਹੇ ਹੋ। ਉਹ ਹੈਗਾ ਵੀ ਜਿਹੜੀਆਂ ਕੱਚੇ ਤੇਲ ਦੀਆਂ ਕੀਮਤਾਂ ਨੇ ਵੱਧ ਗਈਆਂ ਨੇ। ਕੱਲ੍ਹ ਦੀ ਜਿਹੜੀ ਰਿਪੋਰਟ ਸੀਗੀ $108 ਪ੍ਰਤੀ ਬੈਰਲ ਹੋ ਗਿਆ ਹੋਇਆ ਜਿਹੜਾ ਤੇਲ ਹੈਗਾ। ਉਹ ਤਾਂ ਓਪੈਕ ਨੇ, ਜਿੱਦਾਂ ਜਿਹੜੀ ਓਪੈਕ ਆ ਜਿਹੜੀ ਇਹ ਸਾਰੇ ਚੀਜ਼ ਨੂੰ ਟੈਕਲ ਕਰਦੀ ਆ ਤੇਲ ਦੀਆਂ ਕੀਮਤਾਂ ਨੂੰ, ਉਹਨੂੰ ਵੀ ਕੋਈ ਬਹਾਨਾ ਚਾਹੀਦਾ ਹੁੰਦਾ ਕਿਉਂਕਿ ਉਹਨੇ ਵੀ ਪੈਸੇ ਬਣਾਉਣੇ ਨੇ। ਓਪੈਕ ਦਾ ਹੁਣ ਪੂਰਾ ਹੋਲਡ ਆ ਨਾ, ਓਪੈਕ ਹੀ ਸਾਰਾ ਕੁਛ ਵਰਲਡ ਲੈਵਲ 'ਤੇ ਜਿਹੜੀਆਂ ਕੀਮਤਾਂ ਨੇ ਹਰ ਰੋਜ਼ ਘਟਾਉਂਦੀ ਵਧਾਉਂਦੀ, ਆਪ ਹੀ ਘਟਾਉਂਦੀ। ਉਹਨੇ ਹੁਣ ਇਰਾਕ ਦਾ ਬਹਾਨਾ ਮਿਲ ਗਿਆ ਹੋਇਆ ਅਤੇ ਉਹਨੇ ਆਪਣੇ ਪ੍ਰੋਫਿਟ ਮਾਰਜਨਸ ਨੂੰ ਵਧਾ ਕੇ ਅਤੇ ਉਹ ਸਾਰੀ ਵਧਾ ਦਿੱਤੀ ਹੋਈ ਆ। ਕਿੱਥੇ 60-70 ਰੁਪਏ, $60-70 ਸੀਗੀ ਜਿਹੜੀ ਕਰੂਡ ਆਇਲ ਦੀ ਕੀਮਤ ਆ ਕੁਛ ਦਿਨ ਪਹਿਲਾਂ, ਅਤੇ ਹੁਣ ਉਹ $108 ਹੋ ਗਈ। ਯਾਨੀ ਫਰਕ ਤਾਂ ਕਾਫੀ ਪੈ ਗਿਆ ਹੋਇਆ। ਇਹ ਸਾਰਾ ਜਿੱਦਾਂ ਬਿਜ਼ਨਸ ਨੇ, ਜਿਹੜੀਆਂ ਸਰਕਾਰਾਂ ਨੇ, ਬਿਜ਼ਨਸ ਸਰਕਾਰਾਂ ਨੂੰ ਚਲਾ ਰਿਹਾ, ਜਿੱਦਾਂ ਅਫਸਰਸ਼ਾਹੀ ਅਤੇ ਬਿਜ਼ਨਸ ਆ ਜਿਹੜੇ ਉਹ ਸਰਕਾਰਾਂ ਨੂੰ ਚਲਾ ਰਹੇ ਨੇ। ਅਤੇ ਇਹਦੇ 'ਚ ਸਰਕਾਰ ਬਹੁਤ ਹੀ ਜਿੱਦਾਂ ਹੈਲਪਲੈਸ ਜੀ ਹੋ ਜਾਂਦੀ ਹੋਈ ਆ ਵੀ ਮਹਿੰਗਾਈ ਦੇ ਮਾਮਲੇ 'ਚ ਸਰਕਾਰਾਂ ਇੱਥੇ ਵੈਸਟ ਵਿੱਚ ਵੀ ਕੁਛ ਨਹੀਂ ਕਰ ਸਕਦੀਆਂ। ਇੱਥੇ ਗੈਸ ਦੀਆਂ ਪ੍ਰਾਈਜ਼ਾਂ ਆਪਣੇ ਹਰ ਚੌਥੇ ਮਹੀਨੇ ਵਧਾ ਦਿੰਦੇ ਨੇ, ਕਦੀ 2%, ਕਦੀ 4%, ਕਦੀ 5%। ਇਸ ਤਰ੍ਹਾਂ ਹੀ ਡੀਜ਼ਲ, ਪੈਟਰੋਲ ਡੀਜ਼ਲ ਤਾਂ ਹਰ ਰੋਜ਼ ਹੀ ਵੱਧਦਾ।
ਹਰ ਰੋਜ਼ ਇੱਕ ਦੋ ਪੈਨੀ ਅੱਗੇ ਚਲੇ ਜਾਂਦਾ, ਇੱਕ ਦੋ ਪੈਨੀ ਥੱਲੇ ਆ ਜਾਂਦਾ, ਜਿੱਦਾਂ ਉਹ ਇਸ ਤਰ੍ਹਾਂ ਦੀ ਇਨਸਟੇਬਿਲਿਟੀ ਆ ਕੀਮਤਾਂ ਵਿੱਚ। ਇਹਦਾ ਮਤਲਬ ਜਿਹੜਾ ਅੰਤਰਰਾਸ਼ਟਰੀ ਮਾਰਕੀਟ ਆ ਉਹਦੇ ਜਿਹੜੇ ਉਹਦੇ ਤੇ ਮਨਸਰ ਕਰਦਾ ਕਿ ਜਿਹੜੀਆਂ ਕੀਮਤਾਂ ਦੇਸ਼ਾਂ 'ਚ ਵੱਧਦੀਆਂ ਆ ਜਾਂ ਮਹਿੰਗਾਈ ਵੱਧਦੀ ਆ ਉਹਦਾ ਅਸਰ ਪੈਂਦਾ। ਹਾਂਜੀ ਹਾਂਜੀ, ਹੁਣ ਤਾਂ ਗਲੋਬਲੀ ਸਾਰਾ ਜਿਹੜਾ ਬਿਜ਼ਨਸ ਆ ਉਹਦਾ ਬਹੁਤ ਜ਼ਿਆਦਾ ਗਲੋਬਲੀ ਇੰਟਰਲਿੰਕਡ ਹੋ ਗਿਆ ਹੋਇਆ, ਇੱਕ ਦੂਜੇ ਤੇ ਡਿਪੈਂਡੈਂਸ ਇੰਨੀ ਵੱਧ ਗਈ ਹੋਈ ਆ ਵੀ ਸਾਰਾ ਗਲੋਬਲ ਦਾ ਜਿਹੜਾ ਗਲੋਬਲਾਈਜੇਸ਼ਨ ਦਾ ਸਾਰਾ ਆਈਡੀਆ ਇਸ ਚੱਕਰ 'ਚੋਂ ਆਇਆ ਨਾ ਵੀ ਜਿਹੜਾ ਇੰਟਰਨੈਸ਼ਨਲ ਮਾਰਕੀਟ ਹੈ ਉਹ ਸਾਰੀ ਇੱਕ ਦੂਜੇ ਨਾਲ ਜੁੜੀ ਹੋਈ ਹੈ। ਵੀ ਮਾੜੀ ਜਿਹੀ ਇਰਾਕ 'ਚ ਕੋਈ ਹੁੰਦੀ ਹੈ ਜਾਂ ਲੀਬੀਆ 'ਚ ਹੁੰਦੀ ਹੈ ਜਾਂ ਕਿਸੇ ਵੀ ਮੁਲਕ 'ਚ ਹੁੰਦੀ ਆ, ਜਾਂ ਈਵਨ ਜਦੋਂ ਆਪਾਂ ਨੇ ਗੱਲ ਕਰਦੇ ਹਾਂ ਅਮਰੀਕਾ ਨੇ ਆਪਣੇ ਬੌਂਡਸ ਦੀ ਟੇਪਰਿੰਗ ਕੀਤੀ ਸੀ, ਉਦੋਂ ਸਾਰਾ ਇੰਡੀਆ ਦੀ ਕਰੰਸੀ ਕਿੰਨੀ ਥੱਲੇ ਡਿੱਗ ਗਈ ਸੀ, ਮਤਲਬ ਕਿ ਡਾਲਰ ਦੇ ਮੁਕਾਬਲੇ 70 ਰੁਪਏ ਤੱਕ ਪਹੁੰਚ ਗਿਆ ਸੀਗਾ ਡਾਲਰ ਦੇ ਮੁਕਾਬਲੇ, ਤੇ ਪਾਉਂਡ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਹੋ ਗਿਆ ਸੀਗਾ ਇੰਡੀਆ ਦਾ। ਤੇ ਇਸ ਲਈ ਸਾਰਾ ਇੰਟਰਡਿਪੈਂਡੈਂਸ ਹੋਈ ਹੋਈ ਆ ਜਿਹੜੀ ਬਿਜ਼ਨਸ ਦੀ ਹੈ ਤੇ ਕਰੰਸੀਜ਼ ਦੀ ਹੈ। ਇਹਦੇ 'ਚੋਂ ਹੁਣ ਕੋਈ ਆਪਣੀ ਉਹਨਾਂ ਦੀ ਆਪਣਾ ਤਾਂ ਇਹ ਹੁੰਦਾ ਵੀ ਤੁਸੀਂ ਜਿਹੜੇ ਬਿਜ਼ਨਸਿਸ ਨੇ ਤੇ ਜਿਹੜੀ ਲੇਬਰ ਕਲਾਸ ਹੈ ਜਾਂ ਜੌਬਸ ਕ੍ਰੀਏਸ਼ਨ ਕਰਨ ਵਾਲੀ ਜਿਹੜੀ ਇੰਡਸਟਰੀ ਹੈ ਉਹਦੇ ਨਾਲ ਕਿਤੇ ਤੁਹਾਡੀ ਇੱਕ ਮੀਟਿੰਗ ਹੋਵੇ, ਉਹਦਾ ਬੈਲੈਂਸ ਬਣੇ। ਜਿਹੜੀਆਂ ਪਾਲਿਸੀਜ਼ ਨੇ, ਪਾਲਿਸੀਜ਼ ਵਿੱਚ ਰੈਵੋਲੂਸ਼ਨਰੀ ਚੇਂਜਸ ਦੀ ਲੋੜ ਹੈ ਇੰਡੀਆ ਵਿੱਚ। ਜਿਹੜਾ ਇਹ ਮਹਿੰਗਾਈ ਵੱਧ ਰਹੀ ਹੈ ਜਾਂ ਜਿਹੜੀਆਂ ਹੋਰ ਕਿਸਮ ਦੀਆਂ ਭ੍ਰਿਸ਼ਟਾਚਾਰ ਦੇ ਨਾਲ ਜੁੜੀਆਂ ਹੋਈਆਂ ਹੋਰ ਕਿਸਮ ਦੀਆਂ ਆ ਰਹੀਆਂ, ਉਹ ਇੱਕ ਬਿਲਕੁਲ ਉਹਨਾਂ ਨੂੰ ਜਿੱਦਾਂ ਕਾਫੀ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਇਸ ਮਾਮਲੇ 'ਚ। ਸਰਕਾਰਾਂ ਇੰਨੀਆਂ ਬਿਜ਼ੀ ਹੋ ਗਈਆਂ ਨੇ ਇਸ ਮਾਮਲੇ 'ਚ, ਉਹ ਕਰਨ ਜਿੱਦਾਂ ਫਿਲਾਸਫੀ 'ਚ ਕਹਿੰਦੇ ਨਾ ਪੈਰਾਡਾਈਮ ਸ਼ਿਫਟ ਹੈ ਜਿਹੜੀ ਜਿਹੜੀ ਇਕਨੋਮਿਕ ਮਾਡਲ ਦੇ ਮਾਮਲੇ ਵਿੱਚ ਲੈਣ ਦੀ ਲੋੜ ਹੈ। ਇੰਡੀਆ ਤੋਂ ਪੈਰਾਡਾਈਮ ਸ਼ਿਫਟ ਹੈ ਜਿਹੜੀ ਉਹ ਛਾਲ ਹੈ, ਉਹ ਛਾਲ ਨਹੀਂ ਵੱਜ ਰਹੀ ਕਿਉਂਕਿ ਉਹ ਲਗਾਤਾਰ ਉਹ ਕੋਈ ਉੱਧਰ ਨੂੰ ਖਿੱਚਦਾ ਕੋਈ ਉੱਧਰ ਨੂੰ ਖਿੱਚਦਾ। ਈਵਨ ਡਾਕਟਰ ਮਨਮੋਹਨ ਸਿੰਘ ਉਨੀ ਤੇ ਮੁੰਟੇਕ ਸਿੰਘ ਆਹਲੂਵਾਲੀਆ ਬਹੁਤ ਚੰਗੇ ਇਕੋਨੋਮਿਸਟ ਸੀ, ਬਹੁਤ ਉਹਨਾਂ ਨੇ ਡੈਲੀਗੇਟਰੀ ਚਲਾਇਆ। ਹੁਣ ਪਤਾ ਲੱਗੂਗਾ ਸਾਰੀਆਂ ਸਰਕਾਰਾਂ ਨੂੰ ਵੀ ਡਾਕਟਰ ਮਨਮੋਹਨ ਸਿੰਘ ਉਹਨੇ ਕਿੱਦਾਂ ਚਲਾ ਰਹੇ ਸੀਗੇ ਸਰਕਾਰ ਨੂੰ, ਕਿਉਂਕਿ ਪੈਰਾਡਾਈਮ ਸ਼ਿਫਟ ਉਹਨਾਂ ਤੋਂ ਵੀ ਨਹੀਂ ਹੋ ਸਕਿਆ। ਇੱਕ ਡਿਟੈਚਮੈਂਟ ਹੋਣੀ ਆ, ਉਹਦੇ 'ਚੋਂ ਇੱਕ ਪਾੜਾ ਪੈਣਾ ਹੈਗਾ। ਇੱਕ ਡਿਟੈਚਡ ਸਿਚੁਏਸ਼ਨ ਨੂੰ ਤੁਸੀਂ ਅੱਗੇ ਲੈ ਕੇ ਜਾਣਾ, ਨਵਾਂ ਉਸਾਰੀ ਕਰਨੀ ਆ ਸਾਰੇ ਕੁਛ ਦੀ, ਉਹ ਉਸਾਰੀ ਨਹੀਂ ਹੋ ਰਹੀ। ਉਹਦੀਆਂ ਬਹੁਤ ਸਾਰੀਆਂ ਕੰਪਲੀਕੇਸ਼ਨਸ ਨੇ ਬਿਜ਼ਨਸ ਦੀਆਂ ਤੇ ਪੋਲੀਟੀਕਲ ਐਫੀਲੀਏਸ਼ਨਸ ਦੀਆਂ ਜਿਹੜੀਆਂ ਹੈਗੀਆਂ ਨੇ, ਉਹ ਬਹੁਤ ਸਾਰਾ ਮਤਲਬ ਕਿ ਇਸ ਤਰ੍ਹਾਂ ਕੰਮ ਵਰਕ ਹੋ ਰਿਹਾ। ਹਲੇ ਇਹ ਮਹਿੰਗਾਈ ਤਾਂ ਇਸ ਤਰ੍ਹਾਂ ਹੀ ਵੱਧਦੀ ਰਹੇਗੀ ਜਦੋਂ ਤੱਕ ਤੁਸੀਂ ਉਹ ਪੈਰਾਡਾਈਮ ਸ਼ਿਫਟ ਨੂੰ ਨਹੀਂ ਕ੍ਰੀਏਟ ਕਰਦੇ, ਇੱਕ ਲੀਪ ਨਹੀਂ ਕਰਦੇ ਤੁਸੀਂ, ਉੱਥੇ ਡਿਵੀਜ਼ਨ ਪਾ ਕੇ ਤੁਸੀਂ ਨਵਾਂ ਜਿਹੜਾ ਸਿਰਜ ਕੇ ਆ ਉਹ ਨਹੀਂ ਲੈ ਕੇ ਜਾਂਦੇ, ਉਹ ਤੋਂ ਬਿਨਾਂ ਨਹੀਂ ਇਸ ਤਰ੍ਹਾਂ ਹੋ ਸਕਦਾ। ਤੇ ਕੀ ਹੁਣ ਇਹ ਸਮਝ ਲਿਆ ਜਾਵੇ ਕਿ ਜਿਹੜਾ ਗੁਜਰਾਤ ਮਾਡਲ ਦਾ ਹੀਰੋ ਆ ਉਹ ਅਸਫਲ ਹੋਣ ਜਾ ਰਿਹਾ ਹੈ ਜਾਂ ਉਹ ਕਾਮਯਾਬ ਨਹੀਂ ਹੋਊਗਾ? ਨਹੀਂ, ਆਪਾਂ ਨੂੰ ਹਲੇ ਇਸ ਮਾਮਲੇ ਤੇ ਐਡਾ ਜਿਹਦਾ ਸਵੀਪਿੰਗ ਸਟੇਟਮੈਂਟ ਦੇਣ ਦੀ ਲੋੜ ਨਹੀਂ ਹੈਗੀ, ਕਿਉਂਕਿ ਹਲੇ ਮਹੀਨਾ ਡੇਢ ਮਹੀਨਾ ਹੋਇਆ ਉਹਨਾਂ ਨੂੰ ਆਇਆ ਨੂੰ, ਹਲੇ ਬਹੁਤ ਲੰਬੀ ਦੌੜ ਹੈ 5 ਸਾਲਾਂ ਦੀ। ਹੋ ਸਕਦਾ ਕਿਤੇ ਨਾ ਕਿਤੇ ਬੈਲੈਂਸ ਕਰਨ ਉਹ ਜਾਂ ਯਤਨ ਕਰਨ ਵੀ। ਹਲੇ ਇਸ ਕਿਸਮ ਦਾ ਆਪਾਂ ਫੈਸਲਾ ਨਹੀਂ ਦੇ ਸਕਦੇ ਇੱਕ ਮਹੀਨੇ ਦੇ ਵਿੱਚ ਹੀ। ਇਹ ਨੈਤਿਕਤਾ ਮੰਗ ਨਹੀਂ ਕਰਦੀ ਤੇ ਜਰਨਲਿਜ਼ਮ ਦੀ ਇਮਾਨਦਾਰੀ ਵੀ ਇਹ ਮੰਗ ਨਹੀਂ ਕਰਦੇ ਵੀ ਆਪਾਂ ਇੱਕ ਮਹੀਨੇ ਦੇ ਵਿੱਚ ਹੀ ਇੰਨਾ ਜਿਹੜਾ ਕਰੜਾ ਫੈਸਲਾ ਉਹਨਾਂ ਤੇ ਦੇ ਦਈਏ ਵੀ ਜਿਹੜਾ ਗੁਜਰਾਤ ਮਾਡਲ ਦਾ ਹੀਰੋ ਆ। ਆਪਾਂ ਗੁਜਰਾਤ ਮਾਡਲ ਬਾਰੇ ਵੀ ਲਗਾਤਾਰ ਗੱਲ ਕੀਤੀ ਹੈ ਵੀ ਗੁਜਰਾਤ ਮਾਡਲ ਉਹ ਫੈਕੇਡ ਹੀ ਸੀ, ਇਸ ਕਿਸਮ ਦਾ ਕੁਝ ਵੀ ਨਹੀਂ ਹੈਗਾ ਗੁਜਰਾਤ ਮਾਡਲ ਵਿੱਚ। ਉਹ ਮਤਲਬ ਕਿ ਬਹੁਤ ਘੱਟ ਉੱਥੇ ਇਨਵੈਸਟਮੈਂਟ ਹੋਈ ਆ। ਜਦੋਂ ਮਹਾਰਾਸ਼ਟਰ ਵਿੱਚ $60 ਬਿਲੀਅਨ ਦੀ ਇਨਵੈਸਟਮੈਂਟ ਹੋਈ ਆ, ਉਸ ਵੇਲੇ ਗੁਜਰਾਤ ਵਿੱਚ ਸਿਰਫ $8 ਬਿਲੀਅਨ ਦੀ ਇਨਵੈਸਟਮੈਂਟ। 60 ਬਿਲੀਅਨ ਤੇ 8 ਬਿਲੀਅਨ ਦਾ ਬਹੁਤ ਵੱਡਾ ਗੈਪ ਆ। ਗੁਜਰਾਤ 6ਵੇਂ 7ਵੇਂ ਥਾਂ ਤੇ ਆ। ਜਿੱਦਾਂ ਉਹ ਤਾਂ ਬਣਾਇਆ ਹੋਇਆ ਸੀ ਮੀਡੀਆ ਦੀ ਆਪਣੀ ਇੱਕ ਉਹ ਕੀਤਾ ਹੋਇਆ ਸੀ, ਕ੍ਰੀਏਟ ਕੀਤਾ ਹੋਇਆ ਸੀ ਮਾਡਲ, ਇਸ ਕਿਸਮ ਦਾ ਕੁਝ ਨਹੀਂ ਹੈਗਾ। ਪਰ ਇਸ ਦੇ ਬਾਵਜੂਦ ਵੀ ਆਪਾਂ ਨਰਿੰਦਰ ਮੋਦੀ ਜੀ ਬਾਰੇ ਇਹ ਨਹੀਂ ਕਹਿ ਸਕਦੇ ਵੀ ਉਹ ਹਲੇ ਫੇਲ ਹੋ ਗਏ। ਉਹਨੇ ਫੇਲ ਵਾਲੀ ਕੋਈ ਗੱਲ ਨਹੀਂ, ਇਹ ਤਾਂ ਲੰਬੀ ਦੌੜ ਆ। ਲੰਬੇ ਸਮੇਂ ਤੱਕ ਆਪਾਂ ਨੂੰ ਦੇਖਣਾ ਚਾਹੀਦਾ, ਸਾਲ 2 ਸਾਲ 3 ਸਾਲ ਉਹਨਾਂ ਨੂੰ ਦੇਣੇ ਪੈਣਗੇ, ਕਿਉਂਕਿ ਜਦੋਂ ਨਵੀਂ ਸਰਕਾਰ ਬਣਦੀ ਆ ਪੁਰਾਣੀ ਸਰਕਾਰ ਦੀਆਂ ਕੰਪਲੀਕੇਸ਼ਨਸ ਨੂੰ ਸਮਝਣ ਵਿੱਚ ਜਾਂ ਉਹਨਾਂ ਨੂੰ ਮੈਨੇਜ ਕਰਨ ਵਿੱਚ ਟਾਈਮ ਤਾਂ ਲੱਗਦਾ ਹੈਗਾ। ਦੇਸ਼ ਇੱਦਾਂ ਨਹੀਂ ਚੱਲਦੇ। ਦੇਸ਼ਾਂ ਨੂੰ ਚਲਾਉਣ ਲਈ ਬਹੁਤ ਜ਼ਿਆਦਾ ਤੁਹਾਨੂੰ ਇਮਾਨਦਾਰੀ, ਪ੍ਰਤੀਬੱਧਤਾ ਤੇ ਬਹੁਤ ਹੀ ਹਾਰਡ ਵਰਕ ਕਰਨ ਦੀ ਲੋੜ ਹੁੰਦੀ ਹੈ। ਹਾਰਡ ਵਰਕ ਦੇ ਮਾਮਲੇ 'ਚ ਮੈਕਸੀਕੋ ਵਾਲਿਆਂ ਨੇ ਕੀਤਾ ਹੈਗਾ। ਉਹਨਾਂ ਨੇ ਬਹੁਤ ਜਿੱਦਾਂ ਜਿਹੜੀ ਪੈਰਾਡਾਈਮ ਸ਼ਿਫਟ ਆ ਉਹਨਾਂ ਨੇ ਲੈ ਕੇ ਆਂਦੀ ਆ। ਇਸ ਵੇਲੇ ਉਹਨਾਂ ਦੀ ਇਕੋਨਮੀ ਬੂਮ ਕਰ ਰਹੀ ਆ। ਜਿਹੜੇ ਨੈਸ਼ਨਲਿਸਟਿਕ ਈਗੋ ਵਿੱਚ ਮੈਕਸੀਕੋ ਫਸਿਆ ਹੋਇਆ ਸੀ, ਇਹ ਜਿਹੜੇ ਨਵੇਂ ਰਾਸ਼ਟਰਪਤੀ ਆਏ ਨੇ ਬਹੁਤ ਯੰਗ ਨੇ, 40 ਕੁ ਸਾਲ ਦੇ ਨੇ ਉਹ ਨੌਜਵਾਨ, ਉਹਨਾਂ ਕੋਲ ਪੂਰੀ ਅਮਰੀਕਾ ਵਿੱਚ ਪੜ੍ਹੇ ਹੋਏ ਯੂਨੀਵਰਸਿਟੀ ਲੈਵਲ ਦੇ ਪੋਸਟ ਗ੍ਰੈਜੂਏਟ ਸਟੂਡੈਂਟਸ ਦੀ ਟੀਮ ਆ ਜਿਹੜੇ ਮੰਤਰੀ ਬਣਾਏ ਨੇ ਉਹਨਾਂ ਨੇ ਪੈਰਾਡਾਈਮ ਸ਼ਿਫਟ ਲੈ ਕੇ ਆਂਦੀ ਆ। ਜੇ ਉਸ ਬੇਸ ਤੇ ਨਰਿੰਦਰ ਮੋਦੀ ਜਿੱਦਾਂ ਐਂਥੂਸੀਐਸਟਿਕ ਨੇ ਤੇ ਉਹ ਚਾਹੁੰਦੇ ਨੇ ਵੀ ਦੇਸ਼ ਦਾ ਕੁਝ ਨਵਾਂ ਬਣੇ, ਤਾਂ ਉਸ ਲੈਵਲ ਤੇ ਉਹਨਾਂ ਨੂੰ ਇੱਕ ਪੈਰਾਡਾਈਮ ਸ਼ਿਫਟ ਲੈ ਕੇ ਆਉਣੀ ਪੈਣੀ ਹੈ ਬਿਜ਼ਨਸ ਦੇ ਮਾਡਲ ਵਿੱਚ, ਤਾਂ ਇਹ ਸਾਰਾ ਕੁਝ ਹੋਊਗਾ। ਉਹਦੇ ਨਾਲ ਜੌਬਸ ਇੰਨੀਆਂ ਕ੍ਰੀਏਟ ਹੋਈਆਂ ਨੇ ਮੈਕਸੀਕੋ ਵਿੱਚ। ਜਾਣੀ ਮੈਕਸੀਕੋ ਦਾ ਮਾਡਲ ਆ ਜਿਹੜਾ ਇਸ ਵੇਲੇ, ਮੈਕਸੀਕੋ ਤੇ ਪੋਲੈਂਡ, ਇਹ ਦੋਨੋਂ ਮਾਡਲ ਨੇ ਜਿਹੜੇ ਉਹਨਾਂ ਨੇ ਵੀ ਪੈਰਾਡਾਈਮ ਸ਼ਿਫਟ ਕੀਤੀ ਆ ਬਿਜ਼ਨਸ ਦੇ ਮਾਮਲੇ 'ਚ। ਪੋਲੈਂਡ ਨੇ ਵੀ, ਤੇ ਦੋਵੇਂ ਮੁਲਕਾਂ ਦੀ ਇਕੋਨਮੀ ਇਸ ਵੇਲੇ ਬਹੁਤ ਜ਼ਿਆਦਾ ਗਰੋ ਹੋ ਰਹੀ ਹੈ ਤੇ ਇੰਡੀਆ ਨੂੰ ਉਸ ਲੈਵਲ ਦੇ ਪੈਰਾਡਾਈਮ ਸ਼ਿਫਟ ਦੀ ਲੋੜ ਆ ਤਾਂ ਕਿ ਇਕੋਨਮੀ ਗਰੋ ਹੋਵੇ। ਤੇ ਜਿੱਦਾਂ ਆਪਾਂ ਮੀਡੀਆ ਦੀ ਗੱਲ ਕਰਦੇ ਆ, 2 ਮਹੀਨੇ ਪਹਿਲਾਂ ਉਹੀ ਮੀਡੀਆ ਜਿਹੜਾ ਭਾਰਤੀ ਮੀਡੀਆ ਸੀ
ਨਰਿੰਦਰ ਮੋਦੀ ਨੂੰ ਇਦਾਂ ਚੱਕ ਲਿਆ ਸੀਗਾ ਜਦ ਮਤਲਬ ਉਹਨਾਂ ਨੇ ਜਿੱਦਾਂ ਜਾਦੂ ਦੀ ਛੜੀ ਹੁੰਦੀ ਆ ਵੀ ਆ ਕੇ ਸਾਰਾ ਕੁਝ ਠੀਕ ਕਰ ਦੇਣਾ, ਪਰ ਉਹ ਮੀਡੀਆ ਹੁਣ ਜਿਹੜਾ ਉਹ ਕਾਫੀ ਕ੍ਰਿਟਿਸਾਈਜ਼ ਕਰ ਰਿਹਾ। ਇਹ ਮੀਡੀਆ ਦੀਆਂ ਸ਼ਾਰਟਕਮਿੰਗਸ ਆ ਮੈਂ ਦੇਖ ਰਿਹਾ ਨਾ, ਜਿਹੜੇ ਮੀਡੀਆ ਵਿੱਚ ਲੋਕ ਕੰਮ ਕਰਦੇ ਨੇ ਇਹ ਦੋ ਤਰ੍ਹਾਂ ਦੇ ਫੈਸਲੇ ਨੇ। ਇੱਕ ਤਾਂ ਵੀ ਜਿਹੜੇ ਮੀਡੀਆ ਦੇ ਮਾਲਕ ਨੇ, ਮੀਡੀਆ ਦੇ ਮਾਲਕਾਂ ਦੀ ਕਿਹਦੇ ਨਾਲ ਜਿੱਦਾਂ ਪੋਲੀਟੀਕਲ ਅਲਾਈਨੇਸ਼ਨ ਆ, ਕਿਉਂਕਿ ਪਿੱਛੋਂ ਸਾਰੀਆਂ ਜਿਹੜੇ ਆਥਰਸ ਨੇ, ਜਿਹੜੇ ਐਡੀਟਰਸ ਨੇ ਮੀਡੀਆ ਦੇ, ਉਹਨਾਂ ਨੂੰ ਪਿੱਛੋਂ ਉਹ ਮਿਲਦੀਆਂ ਨੇ ਹਨਾ, ਹਦਾਇਤਾਂ ਮਿਲਦੀਆਂ ਨੇ ਵੀ ਇਸ ਬੰਦੇ ਦੇ ਹੱਕ ਵਿੱਚ ਚੱਲਣਾ, ਇਸ ਬੰਦੇ ਦੇ ਵਿਰੋਧ ਵਿੱਚ ਚੱਲਣਾ, ਤੇ ਉਹਦੇ ਚੋਂ ਐਡੀਟਰਸ ਦਾ ਆਪਣਾ ਕੋਈ ਬੈਲੈਂਸ ਨਹੀਂ ਬਣ ਰਿਹਾ ਹੁੰਦਾ। ਦੂਜੀ ਹੈਗੀ ਆ ਵੀ ਐਡੀਟਰਸ ਜਿਹੜਾ ਸਿਨੈਰੀਓ ਆ ਉਹਦੇ ਪੂਰੀ ਪਿਕਚਰ ਨੂੰ ਨਹੀਂ ਦੇਖ ਰਹੇ, ਉਹ ਜਸਟ ਉਹ ਜਿੱਦਾਂ ਕਹਿੰਦੇ ਵੀ ਹਰ ਰੋਜ਼ ਖੂਹ ਦੀ ਮਿੱਟੀ ਪੱਟ ਕੇ ਪਾਣੀ ਪੀਣ ਵਾਲਾ ਕੰਮ ਕਰਦੇ ਆ। ਉਹਨਾਂ ਦਾ ਜਿਹੜਾ ਮੈਂ ਦੇਖ ਰਿਹਾ ਇੰਡੀਅਨ ਮੀਡੀਆ ਵਿੱਚ ਜਿੰਨੇ ਲੋਕ ਕੰਮ ਕਰਦੇ ਉਹਨਾਂ ਦਾ ਬਹੁਤ ਜਿਹੜਾ ਵੱਡਾ ਹਿੱਸਾ ਉਹ ਵੱਡੇ ਸਿਨੈਰੀਓ ਚੋਂ ਗੱਲ ਨਹੀਂ ਕਰਦਾ। ਇਹ ਸ਼ਾਰਟ ਕਮਿੰਗਸ ਉੱਥੇ ਰਹਿਣ ਕਰਕੇ ਵੀ ਹੈਗੀਆਂ ਨੇ। ਜਦੋਂ ਮੈਂ ਵੀ ਇੰਡੀਆ ਵਿੱਚ ਜਰਨਲਿਜ਼ਮ ਕਰਦਾ ਸੀਗਾ, ਮੇਰਾ ਵਿਊ ਵੀ ਇੱਕ ਟਨਲ ਵਿਊ ਸੀਗਾ। ਜਦੋਂ ਆਪਾਂ ਬਾਹਰ ਆ ਕੇ ਸਾਰੇ ਸਿਸਟਮ ਨੂੰ ਦੇਖਦੇ ਹਾਂ, ਇੱਥੇ ਵੈਸਟ ਵਿੱਚ ਆ ਕੇ ਦੇਖਦੇ ਹਾਂ ਵੀ ਸਰਕਾਰਾਂ ਕਿੱਦਾਂ ਚੱਲਦੀਆਂ ਨੇ, ਉਹ ਕਿੰਨੇ ਵੱਡੇ ਘਟਨਾਕ੍ਰਮ ਚੋਂ ਕਿੰਨਾ ਵੱਡਾ ਸਰਕਲ ਹੈਗਾ, ਕਿੰਨੀਆਂ ਵੈਬਸ ਨੇ, ਕਿੰਨੇ ਇੱਕ ਦੂਜੇ ਨਾਲ ਕਿੰਨੀਆਂ ਕੰਪਲੀਕੇਸ਼ਨਸ ਨੇ, ਉਹਦੇ ਚੋਂ ਫਿਰ ਤੁਸੀਂ ਆਪ ਗਰੋ ਹੁੰਦੇ ਹੋ। ਹੁਣ ਜਿਹੜਾ ਇੰਡੀਅਨ ਮੀਡੀਆ ਦੀਆਂ ਸ਼ਾਰਟ ਕਮਿੰਗਸ ਆ ਉਹਦੇ ਚੋਂ ਇਹੀ ਆ ਰਿਹਾ ਵੀ ਉਹਨਾਂ ਦਾ ਉੱਥੇ ਰਹਿਣ ਕਰਕੇ ਉਹਨਾਂ ਦਾ ਟਨਲ ਵਿਊ ਬਣਿਆ ਹੋਇਆ, ਉਹ ਬਹੁਤ ਹੀ ਬਚਕਾਨਾ ਕਿਸਮ ਦੀਆਂ ਗੱਲਾਂ ਕਰਦੇ ਨੇ ਵੀ ਕਿਸੇ ਕੋਲ ਜਾਦੂ ਦੀ ਛੜੀ ਹੋ ਸਕਦੀ ਹੈ, ਉਹ ਦੇਸ਼ ਦਾ ਆਇਆ ਕਾਇਆ ਕਲਪ ਕਰ ਦੂਗਾ। ਇੱਦਾਂ ਦੇਸ਼ਾਂ ਦੇ ਕਾਇਆ ਕਲਪ ਨਹੀਂ ਹੁੰਦੇ, ਬਹੁਤ ਹੀ ਗੰਭੀਰ ਫੈਸਲੇ ਲੈਣੇ ਪੈਂਦੇ ਹੁੰਦੇ ਆ। ਜਦੋਂ ਤੱਕ ਤੁਸੀਂ ਗੰਭੀਰਤਾ ਨਾਲ ਫੈਸਲੇ ਨਹੀਂ ਲੈਂਦੇ ਜਾਂ ਲੋਕਾਂ ਨੂੰ ਅਸਲੀਅਤ ਨਹੀਂ ਦੱਸਦੇ, ਸੱਚ ਦਾ ਸਾਹਮਣਾ ਲੋਕਾਂ ਨੂੰ ਨਹੀਂ ਕਰਾਉਂਦੇ, ਉਦੋਂ ਤੱਕ ਤੁਸੀਂ ਉਹ ਹੈਗਾ ਵੀ ਆਪਣੀ TRP ਦਾ ਵਧਾ ਸਕਦੇ ਹੋ ਵੀ ਇਸ ਕਿਸਮ ਦੀਆਂ ਛੋਟੀਆਂ ਹਲਕੀਆਂ ਤੇ ਬਹੁਤ ਹੀ ਬੇਹੂਦਾ ਕਿਸਮ ਦੀਆਂ ਖਬਰਾਂ ਦੇ ਕੇ ਤੁਹਾਡਾ ਬਿਜ਼ਨਸ ਤਾਂ ਵੱਧ ਸਕਦਾ। ਜਿਹੜਾ ਟੈਲੀਵਿਜ਼ਨ ਮੀਡੀਆ ਦਾ ਹੈਗਾ, ਖਾਸ ਕਰਕੇ ਇਲੈਕਟ੍ਰੋਨਿਕ ਮੀਡੀਆ ਦਾ, ਵੀ ਉਹਦੇ ਚੋਂ ਗੰਭੀਰਤਾ ਖਤਮ ਹੋ ਜਾਂਦੀ ਹੈ। ਭਾਰਤ ਦਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਉਹਦੇ ਵਿੱਚੋਂ ਗੰਭੀਰਤਾ ਬਿਲਕੁਲ ਖਤਮ ਹੋ ਚੁੱਕੀ ਹੋਈ ਹੈ। ਕੋਈ ਵੀ ਪ੍ਰੋਗਰਾਮ ਦੇਖਣ ਯੋਗ ਨਹੀਂ ਹੁੰਦਾ, ਮੈਂ ਤਾਂ ਕਦੀ ਨਹੀਂ ਦੇਖਦਾ। ਖਬਰਾਂ ਇੰਨੇ ਘਟੀਆ ਢੰਗ ਨਾਲ ਪੇਸ਼ ਹੁੰਦੀਆਂ ਨੇ ਵੀ ਉਹਨਾਂ ਨੂੰ ਦੇਖਣ ਨੂੰ ਚਿੱਤ ਨਹੀਂ ਕਰਦਾ। ਮਤਲਬ ਕਿ ਕਿਸ ਕਿਸਮ ਦੀ ਕੋਈ ਵੀ ਗੰਭੀਰ ਉਹਦੇ ਵਿੱਚ ਐਨਾਲਿਸਿਸ ਨਹੀਂ ਹੁੰਦਾ, ਕੋਈ ਵਰਲਡ ਪਰਸਪੈਕਟਿਵ ਤੋਂ ਕੋਈ ਵੀ ਗੱਲ ਨਹੀਂ ਹੁੰਦੀ। ਜਿਹੜੇ ਐਂਕਰ ਪੇਸ਼ ਕਰਨ ਵਾਲੇ ਨੇ ਉਹਨਾਂ ਦਾ ਆਪਣਾ ਇੱਕ ਬਹੁਤ ਹੀ, ਤੁਸੀਂ ਉਹਨਾਂ ਦਾ ਦੇਖਿਓ ਵੀ ਕਿਸ ਕਿਸਮ ਦਾ ਉਹ ਇਦਾਂ ਪੇਸ਼ ਕਰਦੇ ਨੇ ਜਿੱਦਾਂ ਕੋਈ ਫਿਲਮੀ ਪ੍ਰੋਗਰਾਮ ਪੇਸ਼ ਕਰ ਰਹੇ ਹੁੰਦੇ ਨੇ। ਉਹਨਾਂ ਵਿੱਚ ਜਰਨਲਿਜ਼ਮ ਵਾਲਾ ਮੈਨੂੰ ਨਹੀਂ ਕੋਈ ਵੀ ਲੱਗਿਆ, ਜਿੰਨੀ ਬਹੁਤ ਹੀ ਹਲਕੇ ਕਿਸਮ ਦਾ ਸਾਰਾ ਕੁਝ ਆ ਰਿਹਾ ਵੀ ਬਹੁਤ ਗੰਭੀਰ। ਔਰ ਤੁਹਾਨੂੰ ਆਪਣਾ ਜਿਹੜਾ ਵਿਊ ਆ ਉਹ ਬਹੁਤ ਹੀ ਵਾਸਟ ਕਰਨ ਦੀ ਲੋੜ ਆ। ਦੁਨੀਆ ਦੀਆਂ ਪੋਲੀਟਿਕਸ, ਦੁਨੀਆ ਦੀਆਂ ਸਰਕਾਰਾਂ ਕਿਸ ਤਰ੍ਹਾਂ ਚੱਲ ਰਹੀਆਂ ਨੇ, ਉਹ ਤੋਂ ਤੁਹਾਨੂੰ ਸਿੱਖਣ ਦੀ ਲੋੜ ਆ। ਉਹ ਤੋਂ ਬਾਅਦ ਤੁਹਾਨੂੰ ਪਤਾ ਲੱਗੂ। ਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਪਿਛਲੇ ਦਿਨੀ ਆਪਣੇ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀਗੇ, ਉਹਨਾਂ ਦੇ ਸੰਬੰਧ ਦੇ ਵਿੱਚ ਗੱਲਬਾਤ ਚੱਲਦੀ ਸੀ ਵੀ ਸਰਕਾਰ ਦੇ ਨਾਲ ਉਹਨਾਂ ਦੀ ਕਾਫੀ ਟਸਲ ਚੱਲ ਰਹੀ ਹੈ, ਤੇ ਉਹਨਾਂ ਨੇ ਕਾਫੀ ਤਿੱਖੀਆਂ ਜਿਹੜੀਆਂ ਮਤਲਬ ਸੁਰਾਂ ਦੇ ਵਿੱਚ ਜਿਹੜਾ ਸਰਕਾਰ ਦਾ ਵਿਰੋਧ ਕੀਤਾ, ਉਹਨਾਂ ਦੇ ਖਿਲਾਫ ਤਿੱਖੀਆਂ ਗੱਲਾਂ ਬਾਤਾਂ ਕੀਤੀਆਂ। ਇਹਦੇ ਕੀ ਕਾਰਨ ਹੈ? ਉਹੀ ਜਿਹੜਾ ਆਪਾਂ ਪਿਛਲੇ ਵਾਰ ਗੱਲ ਕੀਤੀ ਸੀਗੀ ਵੀ ਜਿਹੜੇ ਉਹ ਮਿਸਟਰ ਸੁਬਰਾਮਨੀਅਮ ਨੇ, ਜਿਹੜੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਜੱਜ ਵੱਲੋਂ ਜਿਸ ਤਰ੍ਹਾਂ ਲਾਉਣਾ ਚਾਹਿਆ ਸੀਗਾ, ਜਸਟਿਸ ਲੋਢਾ ਨੇ ਜਿਹੜੇ ਚੀਫ ਜਸਟਿਸ ਨੇ, ਤੇ ਉਹ ਸਰਕਾਰ ਨੇ, ਮੋਦੀ ਸਰਕਾਰ ਨੇ ਉਹਨਾਂ ਨੂੰ ਨਾ ਕਰ ਦਿੱਤੀ ਹੋਈ ਆ, ਤੇ ਉਹਨਾਂ ਨੇ ਆਪਣੀ ਮੇਰੇ ਖਿਆਲ ਜਿਹੜੀ ਉਹ ਵਾਪਸ ਵੀ ਲੈ ਲਈ ਹੋਈ ਆ। ਇਸ ਕਿਸਮ ਦਾ ਜਿਹੜਾ ਸਾਰਾ ਚੱਲ ਰਿਹਾ ਸੀਗਾ, ਉਹਨਾਂ ਨੇ ਗੁਜਰਾਤ ਵਿੱਚ ਇੱਕ ਕੇਸ ਹੋਇਆ ਸੀਗਾ ਸ਼ੇਖ ਸੋਹਬੁਦੀਨ, ਉਹਦੇ ਮਾਮਲੇ ਵਿੱਚ ਜਿਸ ਤਰ੍ਹਾਂ ਉਹ ਅਟਾਰਨੀ ਜਨਰਲ ਸੀਗਾ ਇੰਡੀਆ ਦੇ ਉਸ ਵੇਲੇ, ਤੇ ਬਹੁਤ ਹੀ ਸੀਨੀਅਰ ਵਕੀਲ ਨੇ, ਉਹਨਾਂ ਨੂੰ ਕਾਨੂੰਨ ਦੇ ਗਿਆਤਾ ਨੇ, ਬਹੁਤ ਚੰਗੇ ਇਨਸਾਨ ਨੇ। ਉਹਨਾਂ ਨੇ ਸਰਕਾਰ ਦੀ ਐਜ਼ ਏ ਐਮਿਕਸ ਕਿਊਰੀ ਜਿੱਦਾਂ ਉਹਦੀ ਮਦਦ ਕੀਤੀ ਸੀ, ਸਾਰੀ ਇਨਫੋਰਮੇਸ਼ਨ ਸਰਕਾਰ ਨੂੰ ਦਿੱਤੀ, ਤੇ ਉਸ ਮਾਮਲੇ ਵਿੱਚ ਜਿਹੜੇ ਫੈਸਲੇ ਆਏ ਉਹ ਇਹਨਾਂ ਦੇ ਮੋਦੀ ਸਰਕਾਰ ਦੇ ਜਿਹੜੇ ਕਾਫੀ ਸਾਰੇ ਬੰਦੇ ਸੀ ਉਹਨਾਂ ਦੇ ਖਿਲਾਫ ਆਏ ਨੇ, ਤੇ ਪੋਲੀਟੀਕਲ ਕਿਡ ਕੱਢਣ ਲਈ ਉਹਨਾਂ ਨੂੰ ਜਿੱਦਾਂ ਉਹ ਨਹੀਂ ਲਾਇਆ ਜਾ ਰਿਹਾ, ਜਿਸ ਤਰ੍ਹਾਂ ਵੀ ਨਹੀਂ ਉਹਨਾਂ ਨੂੰ ਜੱਜ ਨਹੀਂ ਬਣ ਦਿੱਤਾ ਜਾ ਰਿਹਾ। ਤੇ ਜਸਟਿਸ ਲੋਢਾ ਦਾ ਉਸ ਦਿਨ ਮੇਰਾ ਖਿਆਲ ਉਹ ਆਪਣੀਆਂ ਭਾਵਨਾਵਾਂ ਤੇ ਕਾਬੂ ਨਹੀਂ ਰੱਖ ਸਕੇ। ਕੋਈ ਵਕੀਲਾਂ ਦਾ ਸਮਾਗਮ ਸੀ, ਸੀਨੀਅਰ ਵਕੀਲਾਂ ਦਾ, ਤੇ ਉੱਥੇ ਉਹਨਾਂ ਨੇ ਬਕਾਇਦਾ ਕਿਹਾ ਹੈਗਾ ਵੀ ਇਹ ਜਿਹੜੀ ਜੁਡੀਸ਼ਰੀ ਦੇ ਖਿਲਾਫ ਫੈਸਲੇ ਆ ਰਹੇ ਨੇ। ਕਹਿੰਦਾ ਉਹਨਾਂ ਨੇ ਸਪਸ਼ਟ ਕਿਹਾ ਵੀ ਜਿਹੜੀ ਐਗਜ਼ੀਕਿਊਟਿਵ ਆ, ਅਫਸਰਸ਼ਾਹੀ ਆ ਜਿਹੜੀ, ਉਹ ਸਾਨੂੰ ਬਿਨਾਂ ਦੱਸੇ ਪੁੱਛੇ ਤੋਂ ਫੈਸਲੇ ਕਰ ਰਹੀ ਹੈ। ਆਪਾਂ ਪਹਿਲਾਂ ਵੀ ਕਿਹਾ ਵੀ ਅਫਸਰਸ਼ਾਹੀ ਆਪਣਾ ਜਿਹੜਾ ਹੋਲਡ ਆ ਉਹ ਛੱਡਣਾ ਨਹੀਂ ਚਾਹੁੰਦੀ। ਠੀਕ ਹੈ, ਅਫਸਰਸ਼ਾਹੀ ਰਾਜਨੀਤੀਵਾਨਾਂ ਨੂੰ ਆਪਣੇ ਹੱਥਾਂ ਤੇ ਨਚਾ ਰਹੀ ਆ, ਉਹ ਪਪਟਸ ਵਾਂਗੂ ਉਹਨਾਂ ਤੋਂ ਫੈਸਲੇ ਕਰਵਾ ਰਹੀ ਹੁੰਦੀ ਹੈ। ਤੇ ਜਸਟਿਸ ਲੋਢਾ ਨੇ ਆਪਣੇ ਉਹਨਾਂ ਖਿਆਲਾਂ ਦੀ ਜਿੱਦਾਂ ਹਮਾਇਤ ਕੀਤੀ ਆ। ਉਹ ਕਹਿੰਦੇ ਵੀ ਐਗਜ਼ੀਕਿਊਟਿਵ ਨੇ ਬਿਨਾਂ ਦੱਸੇ ਪੁੱਛੇ ਤੋਂ ਇਹ ਫੈਸਲੇ ਲਏ ਨੇ, ਔਰ ਉਹਨਾਂ ਨੇ ਕਿਹਾ ਵੀ ਅਸੀਂ ਮੁਲਕ ਵਿੱਚ ਜਿਹੜੀ ਨਿਆਂਪਾਲਿਕਾ ਦੀ ਆਜ਼ਾਦੀ ਆ ਔਰ ਉਹਦੀ ਪਵਿੱਤਰਤਾ ਹੈ, ਉਹਦੇ ਨਾਲ ਕੋਈ ਵੀ ਧੋਖਾ ਜਾਂ ਫਰੇਬ ਨਹੀਂ ਹੋਣ ਦੇਵਾਂਗੇ। ਉਹ ਕਹਿੰਦੇ ਵੀ ਜੇ ਇਸ ਤਰ੍ਹਾਂ ਦਾ ਕੋਈ ਮਸਲਾ ਆਇਆ ਤਾਂ ਸਭ ਤੋਂ ਪਹਿਲਾਂ ਅਸਤੀਫਾ ਦੇਣ ਵਾਲਿਆਂ ਵਿੱਚ ਮੈਂ ਸ਼ਾਮਲ ਹੋਵਾਂਗਾ। ਇਸ ਲਈ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਰੀ ਜਿਹੜੀ ਨਿਆਂਪਾਲਿਕਾ ਦੀ ਫੈਕਲਟੀ ਆ ਵੀ ਤੁਸੀਂ ਘਬਰਾਇਓ ਨਾ, ਅਸੀਂ ਨਿਆਂਪਾਲਿਕਾ ਦੀ ਆਜ਼ਾਦੀ ਤੇ ਇਹਦੀ ਜਿਹੜੀ ਉੱਤਮਤਾ, ਇਹਦੀ ਡਿਗਨਿਟੀ ਆ, ਉਹਦੇ ਲਈ ਪੂਰੀ ਤਰ੍ਹਾਂ ਲੜਾਂਗੇ, ਔਰ
ਅਸੀਂ ਅੰਤ ਤੱਕ ਲੜਾਂਗੇ ਜਾਂ ਅਸਤੀਫੇ ਦੇ ਕੇ ਵਾਪਸ ਹੋ ਜਾਵਾਂਗੇ। ਮਤਲਬ ਕਿ ਇਹ ਕਾਫੀ ਗੰਭੀਰ ਕਿਸਮ ਦਾ ਕ੍ਰਾਈਸਿਸ ਆ ਨਿਆਂਪਾਲਿਕਾ ਦਾ ਤੇ ਐਗਜ਼ੀਕਿਊਟਿਵ ਦਾ। ਇੱਕਦਮ ਹੀ ਨਵੀਂ ਸਰਕਾਰ ਬਣਦੇ ਤੇ 1 ਮਹੀਨੇ ਦੇ 1.5 ਮਹੀਨੇ ਦੇ ਵਿੱਚ ਹੀ ਇਸ ਕਿਸਮ ਦਾ ਸੰਕਟ ਆ ਜਾਣਾ, ਜਿੱਦਾਂ ਸਰਕਾਰ ਨੂੰ ਕਾਫੀ ਸੰਭਲ ਕੇ ਚੱਲਣ ਦੀ ਲੋੜ ਆ। ਕਾਂਗਰਸ ਸਰਕਾਰ ਵੇਲੇ ਪਿਛਲੇ 10 ਸਾਲਾਂ 'ਚ ਇਸ ਤਰ੍ਹਾਂ ਦਾ ਜਿੱਦਾਂ ਸਰਕਾਰ ਨਾਲ ਕੋਈ ਟਸਲ ਨਹੀਂ ਸੀ ਆਈ। ਹਾਲਾਂਕਿ ਇਹ ਮੰਨਿਆ ਜਾਂਦਾ ਜਿਹੜੀ ਭਾਰਤੀ ਨਿਆਂਪਾਲਿਕਾ ਉਹ ਬਹੁਤੀ ਰੈਡੀਕਲ ਨਹੀਂ ਹੈਗੀ, ਕਾਫੀ ਕੰਜ਼ਰਵੇਟਿਵ ਹੈਗੀ ਆ। ਸਰਕਾਰ ਦੇ ਹੱਕ 'ਚ ਹੀ ਫੈਸਲੇ ਆਉਂਦੇ ਆ ਆਮ ਤੌਰ 'ਤੇ, ਜਿਨ੍ਹਾਂ ਫੈਸਲਿਆਂ ਵਿੱਚ ਕੋਈ ਇਨਫਲੂਐਂਸ ਪਾਉਣ ਦੀ ਗੱਲ ਹੋਰ ਹੁੰਦੀ। ਪਰ ਇਹਦੇ ਬਾਵਜੂਦ ਵੀ ਜੇ ਜਸਟਿਸ ਲੋਢਾ ਜਾਂ ਜਿਹੜੇ ਇਹਨਾਂ ਤੋਂ ਪਹਿਲਾਂ ਜਸਟਿਸ ਸੀਗੇ ਜਸਟਿਸ ਸਦਾਸ਼ਿਵ, ਉਹਨਾਂ ਨੇ ਕੁਝ ਰੈਡੀਕਲ ਫੈਸਲੇ ਕਰੇ ਨੇ, ਤਾਂ ਉਹਨਾਂ ਦੇ ਮਾਮਲੇ ਸਰਕਾਰ ਨੂੰ ਇਸ ਕਿਸਮ ਦੇ ਕੌਨਫਲਿਕਟ ਵਿੱਚ ਨਹੀਂ ਆਉਣਾ ਚਾਹੀਦਾ। ਕਾਫੀ ਗੰਭੀਰ ਹੋ ਸਕਦਾ ਕਿਉਂਕਿ ਇਹਦੇ ਨਾਲ ਸੰਦੇਸ਼ ਹੀ ਬਿਲਕੁਲ ਨੈਗੇਟਿਵ ਜਾਂਦਾ ਵੀ ਨਵੀਂ ਸਰਕਾਰ ਬਣੀ ਉਹ ਇੱਕਦਮ ਹੀ ਨਿਆਂਪਾਲਿਕਾ ਜਿਹਨੂੰ ਬਹੁਤ ਪਵਿੱਤਰ ਔਰ ਬਹੁਤ ਪਾਏਦਾਰ ਮੰਨਿਆ ਜਾਂਦਾ ਕਿਸੇ ਵੀ ਡੈਮੋਕ੍ਰੇਸੀ ਲਈ, ਜੇ ਉਹਦੇ ਨਾਲ ਸੰਕਟ ਵਿੱਚ ਆ ਜਾਂਦੀ ਹੈ ਤਾਂ ਬਹੁਤ ਗੰਭੀਰ ਤਰ੍ਹਾਂ ਦੇ ਸੰਦੇਸ਼ ਜਾਣਗੇ ਔਰ ਹਾਲਾਤ ਦੇਸ਼ ਦੇ ਬਿਲਕੁਲ ਗੰਭੀਰ ਹੋ ਸਕਦੇ ਆ। ਤੇ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਚੀਫ ਜਸਟਿਸ ਉਹਦੀਆਂ ਜਿਹੜੀਆਂ ਤਿੱਖੀਆਂ ਟਿੱਪਣੀਆਂ ਸਰਕਾਰ ਨਾਲ ਸਿੱਧੀ ਟੱਕਰਿਆ ਤੇ ਸਰਕਾਰ ਲਈ ਤੇ ਹੋਰ ਮੁਸ਼ਕਲਾਂ ਦਾ ਵਾਧਾ ਹੋ ਸਕਦਾ। ਇਹਦੇ 'ਚ ਇਹ ਆ ਵੀ ਹੁਣ ਸਰਕਾਰ ਕਿੱਦਾਂ ਰਿਐਕਟ ਕਰਦੀ ਆ। ਉਹਨਾਂ ਨੇ ਆਪਣੀ ਗੱਲ ਕਹਿ ਦਿੱਤੀ ਹੋਈ ਆ, ਉੱਦਾਂ ਜੱਜ ਨੇ ਜਿਹੜੇ ਬਸ ਇੰਨਾ ਕੁ ਕਹਿੰਦੇ ਹੁੰਦੇ ਨੇ, ਇਹ ਤੋਂ ਜ਼ਿਆਦਾ ਨਹੀਂ, ਕਿਉਂਕਿ ਉਹਨਾਂ ਦਾ ਜਿਹੜਾ ਪ੍ਰੋਟੋਕੋਲ ਆ, ਉਹਨਾਂ ਦੀ ਜਿਹੜੀ ਸੈਲਫ ਰਿਸਪੈਕਟ ਤੇ ਡਿਗਨਿਟੀ ਆ, ਉਹ ਇੱਕ ਵਾਰ ਹੀ ਗੱਲ ਕਹਿੰਦੇ ਨੇ। ਹੁਣ ਸਰਕਾਰ ਕਿਸ ਤਰ੍ਹਾਂ ਕਰਦੀ ਆ, ਇਹ ਅਫਸਰਸ਼ਾਹੀ ਸਰਕਾਰ ਨੂੰ ਕਿਸ ਕਿਸਮ ਦੇ ਸੁਝਾਅ ਦਿੰਦੀ ਆ, ਉਹਦੇ ਤੇ ਡਿਪੈਂਡ ਕਰੂਗਾ ਵੀ ਸਰਕਾਰ ਨੇ ਇਸ ਟਸਲ ਨੂੰ ਅੱਗੇ ਵਧਾਉਣਾ ਜਾਂ ਜਸਟਿਸ ਲੋਢਾ ਦੀਆਂ ਤਿੱਖੀਆਂ ਟਿੱਪਣੀਆਂ ਨੂੰ ਇੱਕ ਉਹਨਾਂ ਤੋਂ ਇੱਕ ਜਿਸ ਤਰ੍ਹਾਂ ਸੇਧ ਲੈ ਕੇ ਅੱਗੇ ਸਬਕ ਲੈ ਕੇ ਅੱਗੇ ਤੋਂ ਕਿਸੇ ਕਿਸਮ ਦੇ ਟਕਰਾਓ ਤੋਂ ਜਿਸ ਤਰ੍ਹਾਂ ਬਚਣਾ ਵੀ ਇਹ ਦੇਸ਼ ਲਈ ਠੀਕ ਹੋਊਗਾ। ਕਿਉਂਕਿ ਨਿਆਂਪਾਲਿਕਾ ਦਾ, ਐਗਜ਼ੀਕਿਊਟਿਵ ਦਾ ਤੇ ਪਾਰਲੀਮੈਂਟੇਰੀਅਨਸ ਦਾ ਉਹਨਾਂ ਦਾ ਜਿਹੜਾ ਬੈਲੈਂਸ ਆ, ਡੈਲੀਕੇਟ ਬੈਲੈਂਸ, ਉਹ ਬਣਿਆ ਰਹਿਣਾ ਚਾਹੀਦਾ ਡੈਮੋਕ੍ਰੇਸੀ ਦੀ ਸਿਹਤ ਲਈ। ਹਾਂ, ਪਿਛਲੇ ਦਿਨੀ ਜਿੱਦਾਂ ਆਪਾਂ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ ਤੇ ਪਿਛਲੇ ਦਿਨੀ ਫੈਸਲੇ ਆਏ ਸੀ ਰਾਜੀਵ ਗਾਂਧੀ ਕਤਲ ਕੇਸ ਦੇ ਵਿੱਚ ਤੇ ਇਸੇ ਹੀ ਤਰ੍ਹਾਂ ਭਾਈ ਦਵਿੰਦਰਪਾਲ ਭੁੱਲਰ ਸਿੰਘ ਦੇ ਬਾਰੇ ਕਿ ਜਿਹੜੇ ਉਹਨਾਂ ਦੀਆਂ ਜਿਹੜੀਆਂ ਪਟੀਸ਼ਨਾਂ ਸੀ ਉਹਨਾਂ ਤੇ ਨਜ਼ਰਸਾਨੀ ਕਰਕੇ ਮਤਲਬ ਉਹਨਾਂ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਗਿਆ ਜਾਂ ਫਾਂਸੀਆਂ ਨੂੰ ਰੱਦ ਕਰ ਦਿੱਤਾ ਗਿਆ। ਪਰ ਇਹ ਵੀ ਪਤਾ ਲੱਗਾ ਕਿ ਜਿਹੜੀ ਹੁਣ ਮੌਜੂਦਾ ਸਰਕਾਰ ਆ, ਮੋਦੀ ਸਰਕਾਰ ਆ, ਉਹ ਇੱਕ ਪਟੀਸ਼ਨ ਪਾਉਣ ਜਾ ਰਹੀ ਆ ਕਿ ਇਹਨਾਂ ਦੇ ਦੁਆਰਾ ਮਤਲਬ ਵਿਚਾਰ ਕੀਤਾ ਜਾਵੇ, ਜਿਹੜਾ ਫੈਸਲਾ ਆ ਉਹ ਆਖਰੀ ਰਾਸ਼ਟਰਪਤੀ ਦਾ ਹੀ ਰਹਿਣਾ ਚਾਹੀਦਾ। ਇਹਦੇ ਨਾਲ ਤਾਂ ਹੋਰ ਮੁਸ਼ਕਲਾਂ ਵੱਧ ਜਾਣਗੀਆਂ। ਹਾਂਜੀ, ਇਹ ਇੰਗਲਿਸ਼ ਮੀਡੀਆ ਵਿੱਚ ਕਿਸੇ ਥਾਂ ਤੇ ਖਬਰਾਂ ਛਪੀਆਂ ਨੇ ਵੀ ਸਰਕਾਰ ਦੁਬਾਰੇ ਕੋਰੇਟਿਵ ਪਟੀਸ਼ਨ ਪਾ ਰਹੀ ਆ ਵੀ ਜਿਹੜੀਆਂ, ਕਿਉਂਕਿ ਰਾਸ਼ਟਰਪਤੀ ਵੱਲੋਂ ਰੱਦ ਕਰਨ ਤੋਂ ਬਾਅਦ, ਖਾਸ ਕਰਕੇ ਦਵਿੰਦਰਪਾਲ ਸਿੰਘ ਦੀ ਤੇ 1-2 ਹੋਰ ਕੇਸਾਂ 'ਚ ਹੋਇਆ ਵੀ ਰਾਸ਼ਟਰਪਤੀ ਵੱਲੋਂ ਰੱਦ ਕਰਨ ਤੋਂ ਬਾਅਦ ਉਹ ਦੁਬਾਰੇ ਅਦਾਲਤ ਵਿੱਚ ਗਏ ਨੇ। ਅਦਾਲਤ ਨੇ ਉਹ 3 ਮੈਂਬਰੀ ਬੈਂਚ ਜਾਂ 5 ਮੈਂਬਰੀ ਬੈਂਚ ਜਿਹੜਾ ਚੀਫ ਜਸਟਿਸ ਸਦਾਸ਼ਿਵ ਦੀ ਅਗਵਾਈ ਹੇਠ ਬਣਿਆ ਸੀ, ਉਹਨਾਂ ਨੇ ਸਾਰੇ ਮਸਲਿਆਂ ਨੂੰ ਚੰਗੀ ਤਰ੍ਹਾਂ ਦੇਖਿਆ, ਘੋਖਿਆ ਤਾਂ ਉਹਦੇ ਸਾਰੀਆਂ ਜਿਹੜੀਆਂ ਸ਼ਾਰਟਕਮਿੰਗਸ ਆ, ਵੀਕਨੈਸਿਸ ਐਂਡ ਸਟਰੈਂਥਸ ਤੇ ਉਹਨਾਂ ਨੇ ਸਾਰੀਆਂ ਤੇ ਵਿਚਾਰ ਕਰਕੇ ਬਹੁਤ ਸਾਰੀਆਂ ਨੂੰ ਕਮਿਊਟ ਕੀਤਾ। ਜਿੱਦਾਂ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਉਮਰ ਕੈਦ ਵਿੱਚ ਬਦਲ ਦਿੱਤੀ ਹੋਈ ਸੀ ਤੇ ਹੁਣ ਸਰਕਾਰ ਦੁਬਾਰੇ ਉਹ ਕਰਨ ਜਾ ਰਹੀ ਹੈਗੀ ਆ ਵੀ ਉਹਨਾਂ ਦੀ ਫਾਂਸੀ ਦੀ ਸਜ਼ਾ ਇੱਕ ਤਾਂ ਉਮਰ ਕੈਦ ਵਿੱਚ ਨਾ ਬਦਲੀ ਜਾਵੇ, ਫਾਂਸੀ ਦੀ ਸਜ਼ਾ ਉਸ ਤਰ੍ਹਾਂ ਉਹਨਾਂ ਦੀ ਬਹਾਲ ਰਹਿਣੀ ਚਾਹੀਦੀ ਹੈ। ਦੂਜਾ, ਸਰਕਾਰ ਇਹ ਪਲੀ ਲੈ ਕੇ ਆ ਰਹੀ ਆ ਬਈ ਜਦੋਂ ਰਾਸ਼ਟਰਪਤੀ ਦਾ ਫੈਸਲਾ ਹੋ ਗਿਆ, ਰਾਸ਼ਟਰਪਤੀ ਦੇ ਫੈਸਲੇ ਤੋਂ ਬਾਅਦ ਕਿਸੇ ਨੂੰ ਵੀ ਹੱਕ ਨਹੀਂ ਹੋਣਾ ਚਾਹੀਦਾ ਵੀ ਉਹਨੂੰ ਚੈਲੰਜ ਕਰ ਸਕੇ। ਹੁਣ ਜਿੱਦਾਂ ਰਾਸ਼ਟਰਪਤੀ ਦੇ ਫੈਸਲੇ ਤੋਂ ਬਾਅਦ ਚੈਲੰਜ ਹੋਏ ਨੇ ਸਾਰੇ ਨਾਲ, ਜਿਸ ਤਰ੍ਹਾਂ ਕਾਫੀ ਸਾਰੇ ਮਸਲੇ, ਤੇ ਇਹ ਸਰਕਾਰ ਨਵੀਂ ਕਿਸਮ ਦਾ ਉਹ ਨਵੀਂ ਪਟੀਸ਼ਨ ਲੈ ਕੇ ਆ ਰਹੀ ਹੈ। ਅਗਲੇ ਦਿਨਾਂ 'ਚ ਸ਼ਾਇਦ ਫਾਈਲ ਹੋਏਗੀ। ਉਹਦੇ 'ਚੋਂ ਕਿਸ ਤਰ੍ਹਾਂ ਦੇ ਫੈਸਲੇ ਆਉਂਦੇ ਨੇ, ਕਿਸ ਬੈਂਚ ਕੋਲ ਜਾਂਦੀ ਹੈ ਜਾਂ ਜੱਜ ਕੀ ਆਮ ਰਾਏ ਬਣਾਉਂਦੇ ਨੇ, ਇਹ ਤਾਂ ਦੇਖਣ ਵਾਲਾ ਹੋਊਗਾ, ਹਲੇ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਜਿੱਦਾਂ ਮੀਡੀਆ 'ਚ ਇਹ ਖਬਰਾਂ ਨਸ਼ਰ ਹੋਈਆਂ ਨੇ ਵੀ ਸਰਕਾਰ ਨਵੀਂ ਪਟੀਸ਼ਨ ਲੈ ਕੇ ਆ ਰਹੀ ਹੈ ਤਾਂ ਕਿ ਉਹ ਸਾਰੀਆਂ ਫਾਂਸੀਆਂ ਜਿਹੜੀਆਂ ਉਮਰ ਕੈਦਾਂ ਹੋਈਆਂ ਨੇ ਉਹ ਵੀ ਰੱਦ ਕਰਵਾਈਆਂ ਜਾ ਸਕਣ ਤੇ ਨਾਲ ਹੀ ਇਹ ਪਾਇਆ ਜਾ ਸਕੇ ਵੀ ਰਾਸ਼ਟਰਪਤੀ ਦਾ ਫੈਸਲਾ ਆਖਰੀ ਮੰਨਿਆ ਜਾਵੇ। ਉਹ ਤੋਂ ਬਾਅਦ ਜਿਸ ਤਰ੍ਹਾਂ ਉਹਨੂੰ ਬੰਦੇ ਨੂੰ, ਜੇ ਰਾਸ਼ਟਰਪਤੀ ਫਾਂਸੀ ਨੂੰ ਕਹਿੰਦਾ ਤਾਂ ਫਾਂਸੀ ਲਾ ਦਿੱਤੀ ਜਾਵੇ, ਜੇ ਨਹੀਂ ਤਾਂ ਉਹ। ਤੇ ਜਿਵੇਂ ਆਪਾਂ ਪਿਛਲੇ ਸਮਿਆਂ 'ਚ ਗੱਲ ਕਰਦੇ ਰਹੇ ਵੀ ਕਾਂਗਰਸ ਸਰਕਾਰ ਜਿਹੜੀ ਆ ਉਹਨੇ ਬਹੁਤ ਜਿੱਦਾਂ ਇਹੋ ਜਿਹੇ ਫੈਸਲੇ ਕੀਤੇ ਜਿਹਦੇ ਨਾਲ ਘੱਟ ਗਿਣਤੀਆਂ ਦਾ ਕਾਫੀ ਨੁਕਸਾਨ ਹੋਇਆ। ਤੇ ਜੇ ਹੁਣ ਇਹ ਜਿਹੜੀ ਮੌਜੂਦਾ ਸਰਕਾਰ ਇਹੋ ਜਿਹੇ ਫੈਸਲਿਆਂ ਦੇ ਵਰਕ ਕਰਦੀ ਆ ਜਾਂ ਪਟੀਸ਼ਨ ਕਰਦੀ ਆ, ਇਹਦੇ ਨਾਲ ਤੇ ਇਹਦਾ ਚਿਹਰਾ ਮੋਹਰਾ ਹੋਰ ਖਰਾਬ ਹੋਊਗਾ। ਹਾਂਜੀ, ਕਿਉਂਕਿ ਮੁਸਲਿਮ ਵੋਟ ਬਹੁਤ ਘੱਟ ਪਈ ਆ ਉਹਨਾਂ ਨੂੰ ਨਾ, ਜਿਹਦੇ ਉਹ ਕਹਿੰਦੇ ਵੀ 8-9% ਹੀ ਮੁਸਲਿਮ ਵੋਟ ਪਈ ਆ ਸਾਰੀ ਬੀਜੇਪੀ ਨੂੰ, ਜਿਹੜਾ ਲਗਾਤਾਰ, ਹਾਲਾਂਕਿ ਉਹ ਰਾਜਨਾਥ ਸਿੰਘ ਹੋਣੀ ਤੇ ਨਰਿੰਦਰ ਮੋਦੀ ਉਹਨੇ ਵੀ ਇਹ ਕਹਿੰਦੇ ਰਹੇ ਨੇ ਵੀ ਅਸੀਂ ਜਿਸ ਤਰ੍ਹਾਂ ਸੁਧਾਰ ਕਰਾਂਗੇ, ਸਾਰਾ ਸਾਡਾ ਜਿਹੜਾ ਇਮੇਜ ਬਣਿਆ ਹੋਇਆ ਐਂਟੀ ਮੁਸਲਿਮ ਜਾਂ ਹੋਰ ਕਿਸਮ ਦਾ, ਤੇ ਇਹਦੇ ਬਾਵਜੂਦ ਵੀ ਇੰਨੀ ਘੱਟ ਮੁਸਲਿਮ ਵੋਟ ਪੈਣ ਦੇ ਨਾਲ ਇਹ ਤਾਂ ਪਾੜਾ ਫਿਰ ਵਧਣ ਦੀ ਜ਼ਿਆਦਾ ਗੱਲ ਹੋ ਗਈ। ਹੁਣ ਜਿਹੜੇ ਫੈਸਲੇ ਸੁਪਰੀਮ ਕੋਰਟ ਨੇ ਯਾਰ ਬੈਂਚਾਂ ਨੇ ਕਰ ਦਿੱਤੇ ਹੋਏ ਨੇ, ਈਵਨ 5 ਮੈਂਬਰੀ ਬੈਂਚ ਬੈਠਿਆ, ਇੰਨੇ ਸੀਨੀਅਰ ਜੱਜਿਸ ਨੇ, ਤੁਹਾਡੇ ਚੀਫ ਜਸਟਿਸ ਵਿੱਚ ਇਨਵੋਲਵਡ ਸੀਗੇ, ਉਹਦੇ 'ਚ ਮੈਨੂੰ ਨਹੀਂ ਲੱਗਦਾ ਵੀ ਦੁਬਾਰੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਵੀ ਚਲੋ ਸਰਕਾਰਾਂ ਆਪਣੇ ਢੰਗ ਨਾਲ ਸੋਚਦੀਆਂ, ਦੁਬਾਰੇ ਜੇ ਪਟੀਸ਼ਨ ਆਉਂਦੀ ਆ ਉਹਦੇ ਤੇ ਵਿਚਾਰ ਹੋਊਗੀ, ਉਹ ਤਾਂ ਜੱਜਾਂ ਦੀ ਸਮਝ ਆ, ਜਿਸ ਕਿਸਮ ਦੇ ਵਿਚਾਰ ਪੇਸ਼ ਹੋਣਗੇ ਉਹਦੇ ਤੇ ਡਿਪੈਂਡ ਕਰੂਗਾ ਵੀ ਅੱਗੇ ਕੀ ਫੈਸਲੇ ਆਉਂਦੇ ਨੇ। ਪਰ ਇਹ ਰਿਪੋਰਟ ਹੈਗੀ ਆ ਵੀ ਉਹ ਪਟੀਸ਼ਨ ਪਾਉਣ ਜਾ ਰਹੇ ਨੇ ਜਿਸ ਤਰ੍ਹਾਂ।
ਤੇ ਜਿੱਦਾਂ ਆਪਾਂ ਗੱਲ ਕਰਦੇ ਵੀ ਭਾਰਤ ਦੇ ਵਿੱਚ ਜਿੱਦਾਂ ਅਫਸਰਸ਼ਾਹੀ ਜਾਂ ਸਰਕਾਰਾਂ ਜਾਂ ਇਹਨਾਂ ਦੇ ਵਿੱਚ ਜਿਹੜੀ ਹੈ ਟਸਲਬਾਜ਼ੀ ਜਿਹੜੀ ਆ ਜਾਂ ਸੁਪਰੀਮ ਕੋਰਟ ਦੀ ਆਪਾਂ ਗੱਲ ਕਰਦੇ ਹਾਂ, ਇਹ ਚੱਲਦੀ ਆ। ਇਹ ਇਕੱਲੇ ਇਹ ਪੱਛਮੀ ਦੇਸ਼ਾਂ 'ਚ ਹੀ ਆਪਣੇ ਭਾਰਤ ਦੇ ਵਿੱਚ ਹੀ ਆ ਜਾਂ ਇੱਧਰ ਜਿਹੜੇ ਬਾਹਰ ਆਪਾਂ ਜਿੱਧਰ ਰਹਿੰਦੇ ਮੁਲਕਾਂ ਇਹਨਾਂ 'ਚ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ? ਹਾਂ, ਨਹੀਂ ਹੈਗੀਆਂ ਜਿਹੜੀਆਂ ਨਿਆਂਪਾਲਕਾਂ ਨਾਲ ਤਾਂ ਇੱਥੇ ਇੰਗਲੈਂਡ 'ਚ ਵੀ ਕਾਫੀ ਆ। ਤੁਸੀਂ ਹੁਣ ਪਿਛਲੇ ਦਿਨਾਂ ਦੀਆਂ, ਪਿਛਲੇ ਸਾਲ 2 ਸਾਲ ਦੀਆਂ ਦੇਖ ਲਓ ਜਿਹੜੀਆਂ ਘਟਨਾਵਾਂ ਹੋਈਆਂ ਨੇ, ਜਿਹੜੇ ਸਾਡੇ ਹੋਮ ਸੈਕਟਰੀ ਨੇ ਮਿਸਿਸ ਥੈਰੇਸਾ ਮੇ, ਉਹਨਾਂ ਦੀ ਜਿੱਦਾਂ ਅਦਾਲਤਾਂ ਨਾਲ ਕਾਫੀ ਟਸਲਬਾਜ਼ੀ ਚੱਲ ਰਹੀ ਹੈ। ਕਈ ਮਾਮਲਿਆਂ 'ਚ ਤਾਂ ਅਦਾਲਤਾਂ ਨੇ ਉਹਨਾਂ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਔਰ ਉਹ ਫਿਰ ਵੀ ਉਹਦੇ ਬਾਵਜੂਦ ਵੀ ਉਹਨਾਂ ਨੇ ਜਿੱਦਾਂ ਸਖਤ ਸਟੈਂਡ ਲਿਆ ਵੀ ਨਹੀਂ ਅਸੀਂ ਅੱਗੇ ਜਾਵਾਂਗੇ, ਅਗਲੀਆਂ ਕੋਰਟਾਂ ਵਿੱਚ ਕੰਮ ਕਰਾਂਗੇ। ਹਿਊਮਨ ਰਾਈਟਸ ਦੇ ਮਾਮਲਿਆਂ ਤੇ ਖਾਸ ਕਰਕੇ ਇਹ ਹੋ ਰਿਹਾ ਵੀ ਖਾਸ ਕਿਸਮ ਦੇ ਕਈ ਕਿਸਮ ਦੇ ਮਸਲੇ ਪਿਛਲੇ ਦਿਨੀ ਸਾਹਮਣੇ ਆਏ ਆ। ਖਾਸ ਕਰਕੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਮਸਲੇ ਸੀਗੇ ਜਿਹਦੇ ਵਿੱਚ ਅਦਾਲਤਾਂ ਨੇ ਆਪਣੇ ਫੈਸਲੇ ਦਿੱਤੇ ਪਰ ਸਰਕਾਰਾਂ ਨੇ ਮੰਨਣ ਤੋਂ ਨਾ ਕੀਤੀ ਕਿਸੇ ਢੰਗ ਨਾਲ, ਵੀ ਅੱਗੇ ਪਟੀਸ਼ਨ ਪਾ ਕੇ ਉਹਨੂੰ ਲਮਕਾਈ ਰੱਖਿਆ ਗਿਆ। ਇਹ ਖਾਸ ਕਿਸਮ ਦੀ ਅਫਸਰਸ਼ਾਹੀ ਦੀ ਤੇ ਪੋਲੀਟੀਸ਼ੀਅਨਸ ਦੀ ਨਿਆਂਪਾਲਕਾਂ ਨਾਲ ਜਿਹੜੀ ਟਸਲ ਆ ਉਹ ਲਗਾਤਾਰ ਹਰ ਮੁਲਕ 'ਚ ਚੱਲਦੀ ਹੈ, ਪੱਛਮ 'ਚ ਵੀ ਚੱਲਦੀ ਹੈ, ਇੱਥੇ ਵੀ ਲਗਾਤਾਰ ਇਹ ਹੋ ਰਿਹਾ। ਜਿਹੜੀ ਖਾਸ ਕਰਕੇ ਟੋਰੀ ਸਰਕਾਰ ਦੇ ਆਉਣ ਤੋਂ ਬਾਅਦ ਇਸ ਤਰ੍ਹਾਂ ਦਾ ਹੋ ਰਿਹਾ ਵੀ ਜਿਹੜੀ ਹਿਊਮਨ ਰਾਈਟਸ ਦੀ ਜਿਹੜੀ ਧਾਰਾ ਹੈਗੀ ਆ ਸੰਵਿਧਾਨ 'ਚੋਂ, ਉਹਨੂੰ ਖਤਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ। ਟੋਰੀ ਸਰਕਾਰ ਇਸ ਮਾਮਲੇ ਤੇ ਲਗਾਤਾਰ ਯਤਨ ਕਰ ਰਹੀ ਸੀ ਵੀ ਜਿਹੜੀ ਹਿਊਮਨ ਰਾਈਟਸ ਦੀ ਧਾਰਾ ਹੈ ਸੰਵਿਧਾਨ 'ਚੋਂ, ਧਾਰਾ 6 ਹੈ ਮੇਰੇ ਖਿਆਲ ਉਹਦੇ 'ਚੋਂ, ਵੀ ਉਹ ਖਤਮ ਕਰ ਦਿੱਤੀ ਜਾਵੇ। ਉਹਦੇ ਨਾਲ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਮਸਲੇ ਜਾਂ ਐਕਸਟ੍ਰਾਡੀਸ਼ਨ ਦਾ ਮਸਲਾ ਜਿਹੜਾ ਜਾਂ ਹੋਰ ਜਿਹੜੇ ਜਿਹੜੇ ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ ਵਿੱਚ ਜਿਹੜੇ ਬੰਦੇ ਚਲੇ ਜਾਂਦੇ ਨੇ ਅੱਗੋਂ ਆਪਣਾ ਹੱਕ ਲੈਣ ਲਈ, ਤੇ ਵੀ ਉਹ ਨਹੀਂ ਜਾ ਸਕਣਗੇ। ਪਰ ਉਹਦੇ 'ਚੋਂ ਜਸਟਿਸ ਨਿਊਰਮਬਰਗ ਆ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀਗੇ, ਉਹਨਾਂ ਦਾ ਫੈਸਲਾ ਬਹੁਤ, ਉਹਨਾਂ ਦੀ ਇੰਟਰਵਿਊ ਆਈ ਸੀ ਦਾ ਗਾਰਡੀਅਨ ਨੇ ਛਾਪੀ ਸੀ, ਤੇ ਉਹਨਾਂ ਨੇ ਲਗਾਤਾਰ ਕਿਹਾ ਵੀ ਇਸ ਕਿਸਮ ਦੇ ਫੈਸਲੇ ਆ ਜਿਹੜੇ ਦੇਸ਼ ਲਈ ਖਤਰਨਾਕ ਹੋਣਗੇ। ਤੁਸੀਂ ਹਿਊਮਨ ਰਾਈਟਸ ਦੀਆਂ ਜਿਹੜੀਆਂ ਹਿਊਮਨ ਵੈਲਿਊਜ਼ ਆ, ਸਾਰੀ ਜਿਹੜੀ ਡੈਮੋਕ੍ਰੇਸੀ ਆ ਇੰਗਲੈਂਡ ਦੀ ਜਾਂ ਵੈਸਟ ਦੀ, ਉਹ ਹਿਊਮਨ ਵੈਲਿਊਜ਼ ਤੇ ਖੜੀ ਆ। ਉਹਦੇ 'ਚ ਹਿਊਮਨ ਰਾਈਟਸ ਦੀ ਬਹੁਤ ਜ਼ਿਆਦਾ ਕਦਰ ਕੀਤੀ ਜਾਣੀ ਚਾਹੀਦੀ ਆ ਵੀ ਤੁਸੀਂ ਇਸ ਕਿਸਮ ਦੀਆਂ ਧਾਰਾਵਾਂ ਨੂੰ ਖਤਮ ਕਰਕੇ ਦੇਸ਼ ਨੂੰ ਡੈਮੋਕ੍ਰੈਟਿਕਲੀ ਅੱਗੇ ਨਹੀਂ ਚਲਾ ਸਕਦੇ। ਉਹਦੇ 'ਚ ਤਾਂ ਡਿਕਟੇਟਰਸ਼ਿਪ ਤੁਹਾਡੀ ਝਲਕਣ ਲੱਗ ਜਾਏਗੀ। ਬੇਸ਼ੱਕ ਤੁਸੀਂ ਚੁਣੇ ਹੋਏ ਆਓਗੇ ਵੀ ਮੈਂਬਰ ਆਫ ਪਾਰਲੀਮੈਂਟ ਚੁਣੇ ਹੋਏ ਨੇ, ਪਰ ਇਟ ਵੁੱਡ ਬੀ ਦੀ ਡਿਕਟੇਟਰਸ਼ਿਪ ਆਫ ਦੀ ਇਲੈਕਟਿਡ ਪਾਰਲੀਮੈਂਟੇਰੀਅਨਸ। ਵੀ ਇਸ ਕਰਕੇ ਇਸ ਰਾਹ ਨਾ ਪਾਓ। ਤੇ ਇਹ ਟਸਲ ਆ ਜਿਹੜੀ ਠੰਡੀ ਜੰਗ ਜਾਂ ਕਈ ਵਾਰੀ ਗਰਮ ਹੋ ਜਾਂਦੀ ਹੈ, ਕਈ ਵਾਰੀ ਠੰਡੀ ਹੋ ਜਾਂਦੀ ਹੈ, ਚੱਲਦੀ ਹਰ ਥਾਂ ਤੇ ਹੈਗੀ। ਅਮਰੀਕਾ 'ਚ ਵੀ ਚੱਲਦਾ, ਸਪੇਨ 'ਚ ਵੀ ਚੱਲਦਾ, ਯੂਰਪ 'ਚ ਵੀ ਚੱਲਦਾ, ਬਹੁਤ ਸਾਰੇ ਫੈਸਲੇ ਆ ਜਿਸ ਤਰ੍ਹਾਂ ਇਹ ਹੁੰਦਾ ਰਹਿੰਦਾ ਹੈ। ਤੇ ਇਸੇ ਤਰ੍ਹਾਂ ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਪਿਛਲੇ ਦਿਨੀ ਇਹ ਵੀ ਬਹੁਤ ਮੀਡੀਆ ਦੇ ਵਿੱਚ ਖਬਰਾਂ ਪ੍ਰਚਲਿਤ ਰਹੀਆਂ ਕਿ ਜਦੋਂ ਕੋਈ ਐਮਪੀ ਜਾਂ ਕਿਸੇ ਮਤਲਬ ਸੀਨੀਅਰ ਜਿਹੜਾ ਐਮਐਲਏ ਜਾਂ ਐਮਪੀ ਬੋਲਦੇ ਆ, ਔਰਤਾਂ ਦੇ ਖਿਲਾਫ ਕਾਫੀ ਜਿਹੜੀ ਭਾਸ਼ਾ ਜਿਹੜੀ ਆ ਉਹ ਗਲਤ ਵਰਤੀ ਜਾਂਦੀ ਆ। ਇਹਦੇ ਵਿੱਚ ਮਿਸਾਲ ਦੇ ਤੌਰ ਤੇ ਗੋਆ ਦੇ ਵਿੱਚ ਵੀ ਇਹੋ ਜਿਹੀ ਗੱਲ ਹੋਈ, ਤੇ ਕਲਕੱਤਾ ਦੇ ਵਿੱਚ ਜਿਹੜਾ ਤ੍ਰਿਣਮੂਲ ਕਾਂਗਰਸ ਪਾਰਟੀ ਆ, ਮਮਤਾ ਬੈਨਰਜੀ ਉਹਨਾਂ ਦੀ ਪਾਰਟੀ ਦੇ, ਉਹਨਾਂ ਨੇ ਤੇ ਮਤਲਬ ਕਾਫੀ ਜਿਹੜੀ ਆਪਾਂ ਭਾਸ਼ਾ ਵਰਤ ਵੀ ਨਹੀਂ ਸਕਦੇ ਜਿਹੜੀ ਉਹਨਾਂ ਨੇ ਵਰਤੀ, ਬਾਅਦ 'ਚ ਮਾਫੀ ਮੰਗੀ। ਇਹਦੇ ਕੀ ਕਾਰਨ ਹੈ? ਇਹ ਤਾਂ ਇਹ ਹੁੰਦਾ ਵੀ ਅਸਲ 'ਚ ਹੁਣ ਤੁਸੀਂ ਵੱਡੇ ਅਹੁਦਿਆਂ ਤੇ ਤਾਂ ਪਹੁੰਚ ਜਾਂਦੇ ਆ, ਪਰ ਤੁਹਾਡੀ ਸ਼ਖਸੀਅਤ ਆ ਜਿਹੜੀ ਉਹਦੇ 'ਚੋਂ ਡਵਾਫਨੈਸ ਨਹੀਂ ਜਾਂਦੀ। ਵੱਡੇ ਅਹੁਦਿਆਂ ਤੇ ਬਹੁਤ ਹੀ ਬੌਣੇ ਕਿਸਮ ਦੇ ਲੋਕ ਪਹੁੰਚੇ ਹੋਏ ਨੇ ਜਿਹੜੇ ਉਹਨਾਂ ਅਹੁਦਿਆਂ ਦੇ ਮੁਕਾਬਲੇ ਬਹੁਤ ਨੀਵੇਂ ਨੇ। ਉਹਨਾਂ 'ਚ ਜਿਹੜਾ ਸਹਿਜ ਆ, ਉਹਨਾਂ 'ਚ ਜਿਹੜੀ ਮੈਚਿਓਰਿਟੀ ਆ, ਉਹ ਸਿਵਲਾਈਜੇਸ਼ਨ ਜਿਹੜੀ ਹੈਗੀ ਆ ਉਹ ਉਹਨਾਂ 'ਚ ਨਹੀਂ ਹੁੰਦੀ। ਇੰਡੀਆ ਵਿੱਚ ਇੰਡੀਆ ਦੇ ਪੋਲੀਟੀਸ਼ੀਅਨਸ ਵਿੱਚ ਬਹੁਤ ਵੱਡੀ ਘਾਟ ਆ ਵੀ ਦੇ ਆਰ ਨਾਟ ਮੈਚਿਓਰ ਇਨਫ ਟੂ ਰਨ ਏ ਕੰਟਰੀ, ਹੈ ਨਾ, ਵੀ ਉਹ ਦੇਸ਼ ਨੂੰ ਚਲਾਉਣ ਵਾਲੀ ਉਹਨਾਂ 'ਚ ਮੈਚਿਓਰਿਟੀ ਨਹੀਂ ਹੈਗੀ। ਬਹੁਤ ਨੀਵੇਂ ਕਿਸਮ ਦਾ ਉਹਨਾਂ ਦਾ ਪੱਧਰ ਹੈ। ਪਤਾ ਨਹੀਂ ਸਕੂਲਾਂ 'ਚ ਵੀ ਗਏ ਨੇ ਜਾਂ ਨਹੀਂ, ਇਹ ਵੀ ਗੱਲ ਨਹੀਂ ਵੀ ਚਲੋ ਵੀ ਉਹ ਪੜ੍ਹੇ ਨੇ ਜਾਂ ਨਹੀਂ ਪੜ੍ਹੇ। ਗੱਲ ਤਾਂ ਜਿਹੜੀ ਨੈਤਿਕਤਾ, ਜਿਹੜਾ ਕਿਰਦਾਰ ਆ, ਜਿਹੜਾ ਇੱਕ ਸਿਵਲਾਈਜ਼ਡ ਵੇ ਆ, ਵੀ ਤੁਹਾਡੇ ਕੋਲ ਉਹ ਹੈ ਹੀ ਨਹੀਂ ਹੈਗਾ। ਮਤਲਬ ਕਿ ਉਹ ਇਸ ਕਿਸਮ ਦਾ ਸਰਕਲ ਹੀ ਪਿਛਲੇ 60-65 ਸਾਲ ਤੋਂ ਚੱਲ ਰਿਹਾ। ਉਹ ਅਫਸਰਸ਼ਾਹੀ ਲਈ ਠੀਕ ਆ, ਅਫਸਰਸ਼ਾਹੀ ਵੱਲੋਂ ਉਹਨਾਂ ਨੂੰ ਮੁੜ ਕੇ ਧੋਖੇ 'ਚ ਰੱਖਣਾ ਬਹੁਤ ਸੌਖਾ ਹੋ ਜਾਂਦਾ। ਅਫਸਰਸ਼ਾਹੀ ਇਸੇ ਕਰਕੇ ਉਹ ਸਾਰਾ ਨਹੀਂ ਲੈ ਕੇ ਆ ਰਹੇ ਵੀ ਚੰਗੇ ਲੋਕ ਆਉਣ, ਵੀ ਜਿਹੜੇ ਪੜ੍ਹੇ ਲਿਖੇ ਨੇ, ਕਿਉਂਕਿ ਜਿਹੜੇ ਪੜ੍ਹੇ ਲਿਖੇ ਲੋਕ ਆਉਣਗੇ ਪੋਲੀਟੀਸ਼ੀਅਨਸ ਦੇ ਤੌਰ ਤੇ, ਫਿਰ ਉਹ ਅਫਸਰਸ਼ਾਹੀ ਦੇ ਵੀ ਉਹਦੇ ਨਾਲ ਇੰਟਰੈਕਸ਼ਨ ਕਰਨਗੇ, ਬਹੁਤ ਸਾਰੀ ਉਹਨਾਂ ਦੀਆਂ ਕਲਾਸਾਂ ਲੱਗਣਗੀਆਂ ਜਦੋਂ ਉਹਨਾਂ ਨੂੰ ਸਾਰਾ ਕੁਝ ਪਤਾ ਹੋਊਗਾ ਸਾਰੇ ਸਿਸਟਮ ਬਾਰੇ। ਇਸ ਕਿਸਮ ਦਾ ਇੱਕ ਠੰਡੇ ਜੰਗ ਨੇ, ਇੱਕ ਲਗਾਤਾਰ ਅਲੂਜ਼ਿਵ ਕਿਸਮ ਦਾ ਸਿਸਟਮ ਚੱਲ ਰਿਹਾ। ਉਹਦੇ 'ਚ ਜਿਹੜਾ ਪੋਲੀਟੀਸ਼ੀਅਨ ਦਾ ਆਪਣਾ ਕਿਰਦਾਰ ਔਰ ਆਪਣਾ ਜੀਵਨ ਆ ਉਹ ਬਹੁਤ ਨੀਵੀਂ ਕਿਸਮ ਦਾ ਹੈਗਾ। ਜਦੋਂ ਉਹ ਛੋਟੀ-ਛੋਟੀਆਂ ਗੱਲਾਂ ਤੇ ਡੁੱਲ ਜਾਂਦੇ ਨੇ, ਉਹਨਾਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੇ, ਛੋਟੇ-ਛੋਟੇ ਦੁੱਖ ਨੇ, ਛੋਟੇ-ਛੋਟੇ ਗਮ ਨੇ, ਜਿੱਦਾਂ ਮਤਲਬ ਕਿ ਛੋਟੀਆਂ ਲੋੜਾਂ ਨੇ ਵੀ ਕਰਪਸ਼ਨ ਕਰ ਲਓ ਜੀ, ਇਹ ਕਰ ਲਓ, ਉਹ ਕਰ ਲਓ, ਜਿਹਨੇ ਇੱਥੋਂ ਤੱਕ ਸੀਮਤ ਆ। ਜਿਹੜਾ ਇੱਕ ਇਹ ਹੁੰਦਾ ਵੀ ਅਧਿਆਤਮਕਤਾ ਨਾਲ ਜੁੜੀ ਹੋਈ ਰਾਜਨੀਤੀ ਆ, ਵੀ ਦੇਸ਼ ਨਾਲ ਕੋਈ ਤੁਹਾਡੀ ਕਮਿਟਮੈਂਟ ਹੁੰਦੀ ਆ, ਉਸ ਧਰਤੀ ਨਾਲ ਤੁਹਾਡਾ ਇੱਕ ਮੋਹ ਹੁੰਦਾ, ਲੋਕਾਂ ਨਾਲ ਇੱਕ ਪਿਆਰ ਹੁੰਦਾ, ਵੀ ਉਸ ਕਿਸਮ ਦਾ ਕੁਛ ਨਹੀਂ ਹੈਗਾ। ਯਾਨੀ ਬਹੁਤ ਅਨਸਿਵਲਾਈਜ਼ਡ ਕਿਸਮ ਦਾ ਸਾਰਾ ਉਹ ਚੱਲ ਰਿਹਾ ਵੀ ਉਹ ਸਿਵਲਾਈਜ਼ਡ ਲੋਕ ਨਹੀਂ ਹੈਗੇ, ਇੰਨੇ ਜ਼ਿਆਦਾ ਸਿਵਲਾਈਜ਼ਡ ਨਹੀਂ ਹੈਗੇ। 90% ਤਾਂ ਮੈਂ ਸਮਝਦਾ ਵੀ ਉਹਨਾਂ ਨੂੰ ਮਨੁੱਖਤਾ ਦੀਆਂ ਜਿਹੜੀਆਂ ਵੱਡੀਆਂ ਕਦਰਾਂ ਕੀਮਤਾਂ ਨੇ, ਜਿਹੜੀਆਂ ਵਾਸਟ ਹਿਊਮਨ ਰਾਈਟਸ ਵੈਲਿਊਜ਼ ਨੇ, ਜਾਂ ਮਨੁੱਖ ਕਿੱਦਾਂ ਕਿਸੇ ਨਾਲ ਇੰਟਰੈਕਟ ਕਰਨਾ, ਜਾਂ ਈਵਨ ਇੰਨੀਆਂ ਜ਼ਿਆਦਾ
ਪ੍ਰੈਸ਼ਰ ਦੇ ਬਾਵਜੂਦ ਵੀ ਤੁਹਾਨੂੰ ਕਦੇ ਵੀ ਆਪਣਾ ਜਿਹੜਾ ਤਹੰਮਲ ਆ, ਤੁਹਾਨੂੰ ਆਪਣਾ ਸੈਂਸਸ ਆ, ਉਹ ਖੋਣੀਆਂ ਨਹੀਂ ਚਾਹੀਦੀਆਂ। ਜੇ ਤੁਸੀਂ ਇੰਨੇ ਹਲਕੇ ਹੋ ਫਿਰ ਤੁਹਾਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ। ਤੁਹਾਡਾ ਤਾਂ ਇੰਨਾ ਵੱਡਾ ਜਿਗਰਾ ਹੋਣਾ ਚਾਹੀਦਾ ਵੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੇ। ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆ, ਤੁਸੀਂ ਦੇਖੋ ਵੀ ਸਾਹਮਣੇ ਬੱਚੇ ਸ਼ਹੀਦ ਹੋ ਰਹੇ ਨੇ ਹਨਾ, ਐਨ ਜੰਗ ਚ ਲੜ ਕੇ, ਪਰ ਫਿਰ ਵੀ ਕਿੰਨਾ ਸਬਰ ਆ। ਤੇ ਉਹਦੇ ਚੋਂ ਕਹਿ ਰਹੇ ਨੇ ਜਦੋਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਵੀ ਇੰਨਾ ਵੱਡਾ ਤੁਹਾਡੇ ਕੋਲ ਜੇ ਮਾਡਲ ਹੋਵੇ ਕਿ ਤੁਸੀਂ ਇੰਨੀਆਂ ਛੋਟੀ ਛੋਟੀਆਂ ਗੱਲਾਂ ਪਿੱਛੇ ਰਿਐਕਟ ਕਰ ਜਾਂਦੇ ਹੋ। ਪਹਿਲਾਂ ਮੁਲਾਇਮ ਸਿੰਘ ਯਾਦਵ ਦਾ ਆਇਆ ਸੀ, ਹੁਣ ਮਮਤਾ ਬਨਰਜੀ ਦਾ ਤੁਸੀਂ ਦੱਸ ਰਹੇ ਹੋ ਵੀ ਇਸ ਕਿਸਮ ਦੇ। ਇਹ ਤਾਂ ਬਹੁਤ ਨੀਵੀਆਂ ਗੱਲਾਂ ਨੇ। ਰਾਜਨੀਤੀ ਤੇ ਜਿਹੜੇ ਮਾਡਲ ਨੇ ਜਿਨ੍ਹਾਂ ਨੇ ਸੁਸਾਇਟੀ ਦੀ ਅਗਵਾਈ ਕਰਨੀ ਆ, ਉਹਨਾਂ ਦਾ ਕਿਰਦਾਰ, ਉਹਨਾਂ ਦੀ ਭਾਸ਼ਾ ਔਰ ਉਹਨਾਂ ਦਾ ਜੀਵਨ ਤਾਂ ਬਹੁਤ ਉੱਚਾ ਸੁੱਚਾ ਚਾਹੀਦਾ। ਤੇ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਪਿਛਲੇ ਦਿਨਾਂ ਤੋਂ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਦੀ ਵੀ ਬਹੁਤ ਟਸਲ ਚੱਲ ਰਹੀ ਆ। ਉਹਨਾਂ ਨੇ ਜਿਹੜਾ ਹਰਿਆਣੇ ਦੇ ਵਿੱਚ ਮਤਲਬ ਵੱਖਰੀ ਕਮੇਟੀ ਬਣਨ ਜਾ ਰਹੀ ਆ, ਉਹਦੇ ਸੰਬੰਧ ਦੇ ਵਿੱਚ ਜਿਹੜੀ ਸਿੱਖ ਮਤਲਬ ਪੰਥ ਦੇ ਵਿੱਚ ਸਿਰਮੌਰ ਸੰਸਥਾ ਕਹਾਈ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ 'ਤੇ ਅਕਾਲ ਚੈਨਲ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਕੀਤਾ। ਉਹਦੇ ਵਿੱਚੋਂ ਵੀ ਜਿੱਦਾਂ ਆਹ ਆਪਾਂ ਗੱਲ ਕਰਦੇ ਹਾਂ ਧਰਮ ਦੀ ਜਾਂ ਗੁਰਦੁਆਰਿਆਂ ਦੇ ਪ੍ਰਬੰਧ ਦੀ ਗੱਲ ਘੱਟ ਦਿਸਦੀ ਆ, ਅਤੇ ਜਿੱਦਾਂ ਆਪਸੀ ਖਹਿਬਾਜੀ ਜਾਂ ਆਪਸੀ ਜਿੱਦਾਂ ਮਤਲਬ ਸਾਡਾ ਕਬਜ਼ਾ ਰਵੇ ਜਾਂ ਅਸੀਂ ਇਹਦੇ 'ਤੇ ਕਾਬਜ਼ ਰਹੀਏ, ਹੋਰ ਕੋਈ ਰਵੇ ਨਾ। ਇਹ ਜਿਹੜੀ ਇਹਦੇ ਬਾਰੇ ਤੁਸੀਂ ਐਜ ਏ ਪੱਤਰਕਾਰ ਕੀ ਸੋਚਦੇ ਹੋ, ਜਿਹੜੀ ਇਹ ਕਮੇਟੀ ਆ ਵੱਖ-ਵੱਖ ਸੂਬਿਆਂ ਦੀ ਆਪਣੀ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ? ਅਸਲ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਜਿਹੜਾ ਉਹਦਾ ਟੀਚਾ ਸੀ ਜਾਂ ਜਿਹੜੇ ਉਹਦੇ ਨਿਸ਼ਾਨੇ ਸਨ ਜਾਂ ਜਿਹੜਾ ਉਹਦਾ ਜੀਵਨ ਸੀ, ਉਹ ਗਵਾ ਚੁੱਕੀ ਹੋਈ ਆ। ਵੀ ਉਹ ਇਸ ਕਿਸਮ ਦਾ ਕੁਝ ਵੀ ਨਹੀਂ ਹੈਗਾ ਸ਼੍ਰੋਮਣੀ ਕਮੇਟੀ ਵਿੱਚ ਜਿਹੜਾ ਇਹਨੂੰ ਉਸਾਰਨ ਵਾਲਿਆਂ ਨੇ ਸੁਪਨਾ ਲਿਆ ਸੀ ਸਿੱਖੀ ਬਾਰੇ ਹਨਾ। ਵੀ ਸ਼੍ਰੋਮਣੀ ਕਮੇਟੀ ਇੱਕ ਖਾਸ ਕਿਸਮ ਦਾ, ਜੇ ਆਪਾਂ ਕਹਿ ਲਈਏ ਵੀ ਗੈਂਗ ਬਣ ਕੇ ਰਹਿ ਗਈ ਹੋਈ ਆ। ਵੀ ਉਹਦੇ ਵਿੱਚੋਂ ਸਿੱਖੀ ਦੀਆਂ ਕਦਰਾਂ ਕੀਮਤਾਂ ਮੈਨੂੰ ਤਾਂ ਕਦੇ ਨਹੀਂ ਝਲਕੀਆਂ, ਚਾਹੇ ਮੈਂ ਜਥੇਦਾਰ ਟੌੜਾ ਦੀ ਵੀ ਦੇਖੀ ਆ ਇੰਨੇ ਸਾਲਾਂ ਦੀ ਪ੍ਰਧਾਨਗੀ, ਜਾਂ ਉਹ ਤੋਂ ਬਾਅਦ ਵੀ ਜੋ ਕੁਝ ਵੀ ਹੋ ਰਿਹਾ ਵੀ ਉਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈਗਾ। ਉਹ ਤਾਂ ਕਬਜ਼ੇ ਕਰਨ ਵਾਲੀ, ਇੱਕ ਦੂਜੇ ਨੂੰ ਬਾਰੇ ਬਹੁਤ ਹੀ ਘਟੀਆ ਕਿਸਮ ਦੀਆਂ ਟਿੱਪਣੀਆਂ ਕਰਨ ਵਾਲੀ, ਜਾਂ ਹੋਰ ਮਤਲਬ ਕਿ ਇਹ ਪੂਰੀ ਤਰ੍ਹਾਂ ਇੱਕ ਸਿਆਸੀ ਜਥੇਬੰਦੀ ਬਣ ਕੇ ਰਹਿ ਗਈ ਹੋਈ ਆ। ਇਹਦਾ ਧਰਮ ਨਾਲ ਕੋਈ ਵੀ ਨੇੜੇ ਦਾ ਵੀ ਸੰਬੰਧ ਨਹੀਂ ਹੈਗਾ। ਜਿੰਨੀ ਕਰਪਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੋ ਰਹੀ ਆ, ਜਿਸ ਕਿਸਮ ਦੇ ਲੋਕ ਉੱਥੇ ਆ ਰਹੇ ਨੇ, ਉਹਨਾਂ ਦੇ ਚਿਹਰਿਆਂ ਤੋਂ ਮੈਨੂੰ ਕਦੇ ਵੀ ਧਰਮ ਨਹੀਂ ਨਜ਼ਰ ਆਇਆ। ਚਾਹੇ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਪ੍ਰਧਾਨ ਹੋਵੇ, ਮੈਨੂੰ ਅੱਜ ਤੱਕ ਕਿਸੇ ਪ੍ਰਧਾਨ ਦੇ ਚਿਹਰੇ ਤੋਂ ਰੂਹਾਨੀਅਤ ਨਜ਼ਰ ਨਹੀਂ ਆਈ। ਹਰ ਵੇਲੇ ਉਹਨਾਂ ਦੇ ਚਿਹਰਿਆਂ ਤੇ ਸ਼ਰਾਰਤ ਝਲਕਦੀ ਰਹਿੰਦੀ। ਤੁਸੀਂ ਕਦੇ ਵੀ ਉਹਨਾਂ ਦੀ ਪਰਸਨੈਲਿਟੀ ਨੂੰ ਨੋਟ ਕਰੋ, ਨਾ ਉਹਨਾਂ ਦਾ ਕੋਈ ਬਿਆਨ ਇੰਨਾ ਵਧੀਆ ਹੁੰਦਾ, ਨਾ ਉਹਨਾਂ ਦੀ ਕੋਈ ਸਿੱਖਿਆ ਇੰਨੀ ਵਧੀਆ ਹੁੰਦੀ ਹੈ ਵੀ ਜਿਹੜੀ ਧਰਮ ਦੀਆਂ ਕਦਰਾਂ ਕੀਮਤਾਂ ਨਾਲ ਜੁੜੀ ਹੋਈ ਹੋਵੇ। ਹਰ ਕਿਸਮ ਦੀ ਹਰ ਵੇਲੇ ਸ਼ਰਾਰਤ। ਈਵਨ ਜੇ ਉਹ ਕਿਸੇ ਧਾਰਮਿਕ ਪ੍ਰੋਗਰਾਮ ਵਿੱਚ ਵੀ ਜਾਂਦੇ ਨੇ, ਉੱਥੇ ਵੀ ਸ਼ਰਾਰਤੀ ਕਿਸਮ ਦੀਆਂ ਗੱਲਾਂ ਕਰਦੇ ਨੇ। ਇਸ ਲਈ ਹਰਿਆਣੇ ਦੀ ਕਮੇਟੀ ਬਣੇ ਜਾਂ ਦਿੱਲੀ ਦੀ ਕਮੇਟੀ ਬਣੇ ਜਾਂ ਕਿਸੇ ਹੋਰ ਦੀ ਕਮੇਟੀ ਬਣੇ, ਅਸਲ 'ਚ ਹੁਣ ਕੁਛ ਵੀ ਹੋਵੇ ਉਹਦੇ ਨਾਲ ਧਰਮ ਦਾ, ਇਹ ਤੋਂ ਜ਼ਿਆਦਾ ਧਰਮ ਦਾ ਨੁਕਸਾਨ ਨਹੀਂ ਹੋ ਸਕਦਾ। ਜਿਹੜਾ ਆਪਾਂ ਕਹੀਏ ਨਾ ਵੀ ਇਹ ਨਹੀਂ ਵੀ ਹਰਿਆਣੇ ਦੀ ਕਮੇਟੀ ਬਣਨ ਨਾਲ ਧਰਮ ਦਾ ਨੁਕਸਾਨ ਹੋ ਜਾਊਗਾ, ਕਿਉਂਕਿ ਧਰਮ ਦਾ ਨੁਕਸਾਨ ਆਲਰੇਡੀ ਉਹ ਇੰਨਾ ਹੋ ਚੁੱਕਿਆ। ਇਹ ਲੋਕ ਆਲਰੇਡੀ ਉਹ ਇੰਨਾ ਨੁਕਸਾਨ ਕਰ ਚੁੱਕੇ ਨੇ, ਹੁਣ ਇਹ ਤੋਂ ਵੱਧ ਨਹੀਂ ਕਰ ਸਕਦੇ ਮੇਰੇ ਹਿਸਾਬ ਨਾਲ। ਸਮੁੱਚਾ ਜਿਹੜਾ ਸਿੱਖੀ ਦੀਆਂ ਸਾਰੀਆਂ ਸਿੱਖਿਆਵਾਂ ਸੀਗੀਆਂ, ਗੁਰੂ ਸਾਹਿਬ ਦੀ ਸਾਰੀ ਘਾਲਣਾ, ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਜਾਣੀ ਕਿਸੇ ਦੇ ਮਨ ਵਿੱਚ ਵੀ ਨਹੀਂ ਹੈਗਾ। ਕਦੀ ਤੁਸੀਂ ਸੋਚਿਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਉੱਥੇ ਜੋੜ ਮੇਲਾ ਮਨਾਇਆ ਜਾਂਦਾ? ਇੰਨੀ ਮਹਾਨ ਸ਼ਹਾਦਤ ਹੋਈ ਹੋਵੇ, ਇੰਨੀ ਗਮਗੀਨ ਕਿਸਮ ਦੀ ਸ਼ਹਾਦਤ ਹੋਈ ਹੋਵੇ, ਉੱਥੇ ਲੋਕ ਬਾਜੇ ਤੇ ਪੀਪਣੀਆਂ ਵਜਾਉਂਦੇ ਫਿਰਨ ਤੇ ਤਰ੍ਹਾਂ ਤਰ੍ਹਾਂ ਦੇ ਉੱਥੇ ਸਵਾਦਲੇ ਲੰਗਰ ਲੱਗਦੇ ਆ, ਜਿਹੜੀ ਹੈ ਨਹੀਂ। ਔਰ ਜਿਹੜੇ ਰਾਜਨੀਤਿਕ ਲੋਕ ਉੱਥੇ ਭਾਸ਼ਣ ਕਰਨ ਆਉਂਦੇ ਆ, ਮੈਨੂੰ ਅੱਜ ਤੱਕ ਮੇਰਾ ਖਿਆਲ 15-20 ਸਾਲ ਹੋ ਗਏ ਮੈਂ ਅਕਾਲੀ ਦਲ ਦੀ ਸਟੇਜ ਤੇ ਵੀ ਜਾਂਦਾ ਹੁੰਦਾ, ਅੱਜ ਤੱਕ ਕਿਸੇ ਤੋਂ ਵੀ ਮੈਨੂੰ ਇਹ ਨਹੀਂ ਸੁਣਿਆ ਵੀ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੇ ਸਿੱਖ ਪੰਥ ਨੂੰ ਜਾਂ ਸਾਡੇ ਇਤਿਹਾਸ ਨੂੰ ਕੋਈ ਐਨਰਿਚਮੈਂਟ ਕੀਤਾ। ਉੱਤੇ ਹਮੇਸ਼ਾ ਹੀ ਇਲੈਕਸ਼ਨ ਦੀਆਂ ਗੱਲਾਂ ਹੁੰਦੀਆਂ ਨੇ। ਇੰਨੀ ਮਹਾਨ ਸ਼ਹਾਦਤ, ਇੰਨੀ ਧਾਰਮਿਕ ਸਟੇਜ ਤੋਂ ਲੋਕ ਬਾਜੇ ਵਜਾਉਂਦੇ ਫਿਰਦੇ ਨੇ, ਲੋਕ ਪੀਪਣੀਆਂ ਵਜਾਉਂਦੇ ਫਿਰਦੇ ਨੇ, ਉੱਥੇ ਡਾਂਸ ਹੁੰਦੇ ਨੇ, ਮੇਲੇ ਲੱਗਦੇ ਨੇ। ਯਾਨੀ ਇਹ ਸਾਰਾ ਸ਼੍ਰੋਮਣੀ ਕਮੇਟੀ ਦਾ ਕਸੂਰ ਹੈ ਵੀ ਉਹ ਅਸੀਂ ਇੰਨੀ ਵੱਡੀ ਸ਼ਹਾਦਤ, ਇੰਨੇ ਗਮਗੀਨ ਪਲਾਂ ਨੂੰ ਕਿੰਨੇ ਬੇਹੂਦਾ ਢੰਗ ਨਾਲ ਮਨਾਉਂਦੇ ਆ। ਇਸ ਲਈ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਾਰਾ ਕਿਰਦਾਰ ਆ ਧਰਮ ਤੋਂ ਬਿਲਕੁਲ ਟੁੱਟ ਚੁੱਕਿਆ। ਉਹਦਾ ਧਰਮ ਨਾਲ ਕੋਈ ਵੀ ਸੰਬੰਧ ਨਹੀਂ ਰਿਹਾ। ਹੁਣ ਇਹ ਜੋ ਮਰਜ਼ੀ ਦਾਅਵੇ ਕਰਨ, ਸਾਰਾ ਰਿਸਰਚ ਦੇ ਪ੍ਰੋਜੈਕਟ ਖਤਮ ਹੋ ਚੁੱਕੇ ਨੇ। ਉੱਥੇ ਸਿੱਖ ਧਰਮ ਬਾਰੇ ਰਿਸਰਚ ਕਰਨ ਵਾਲਾ ਕੋਈ ਵੀ ਵਿਦਵਾਨ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈਗਾ। ਕੋਈ ਇੱਕ ਚੰਗਾ ਮੈਗਜ਼ੀਨ ਵੀ ਉਹਨਾਂ ਦਾ ਨਹੀਂ ਹੈਗਾ। ਗੁਰਮਤਿ ਪ੍ਰਕਾਸ਼ ਨੂੰ ਕੁਝ ਸਮਾਂ ਪਹਿਲਾਂ ਭਾਈ ਚਮਕੌਰ ਸਿੰਘ ਉਹਨਾਂ ਨੇ ਚਲਾਇਆ ਸੀ, ਹੁਣ ਮੈਨੂੰ ਨਹੀਂ ਪਤਾ ਲੱਗਦਾ ਵੀ ਉੱਥੇ ਕੰਮ ਕਰਦੇ ਨੇ ਜਾਂ ਕਿੱਦਾਂ। ਯਾਨੀ ਇੱਕ ਵੀ ਵਿਦਵਾਨ ਉਹਨਾਂ ਨੇ ਨਹੀਂ ਰੱਖਿਆ ਹੋਇਆ। RSS ਵਾਂਗੂ ਕਿਸੇ ਵੀ ਤਰ੍ਹਾਂ ਦੀ ਕੋਈ ਰਿਸਰਚ ਨਹੀਂ ਹੋ ਰਹੀ ਧਰਮ ਬਾਰੇ,
ਜਾਂ ਕੰਪੈਰੇਟਿਵ ਸਟੱਡੀ ਨਹੀਂ ਹੋ ਰਹੀ, ਮਤਲਬ ਕਿ ਬਿਲਕੁਲ ਹੀ ਜਿਹੜਾ ਮਾਡਲ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਦੇ ਵਿਸਥਾਰ ਲਈ ਜਾਂ ਸਿੱਖੀ ਦੀਆਂ ਸਿੱਖਿਆਵਾਂ ਲਈ, ਜੀਵਨ ਦੇ ਐਥਿਕਸ ਨੂੰ, ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਚੁੱਕਣ ਲਈ, ਸਿੱਖਾਂ ਵਿੱਚ ਉਹਨਾਂ ਕਦਰਾਂ ਕੀਮਤਾਂ ਦਾ ਸੰਚਾਰ ਕਰਨ ਲਈ, ਉਹ ਬਿਲਕੁਲ ਖਤਮ ਹੋ ਚੁੱਕਿਆ। ਹੁਣ ਤਾਂ ਉਹ ਇੱਕ ਰਾਜਨੀਤਿਕ ਵਿੰਗ ਬਣਿਆ ਹੋਇਆ ਅਕਾਲੀ ਦਲ ਦਾ, ਜਿਹਦੇ 'ਚ ਪੂਰੀ ਤਰ੍ਹਾਂ ਕਰਪਟ ਲੋਕ ਉਹਦੇ ਵਿੱਚ ਆ ਰਹੇ ਨੇ। ਸਾਨੂੰ ਇਹ ਕਹਿਣ ਵਿੱਚ ਕੋਈ ਦੁੱਖ ਨਹੀਂ, ਕਿਉਂਕਿ ਇੰਨੇ ਦੁਖੀ ਹੋ ਚੁੱਕੇ ਹਾਂ ਅਸੀਂ ਉਹਨਾਂ ਮਾਮਲਿਆਂ 'ਚੋਂ ਵੀ ਪੂਰੀ ਤਰ੍ਹਾਂ ਕਰਪਟ ਲੋਕਾਂ ਦਾ ਉੱਥੇ ਬਣਿਆ ਹੋਇਆ। ਔਰ ਉਹ ਜਿਸ ਤਰ੍ਹਾਂ ਧਰਮ ਦੀਆਂ ਸਿੱਖਿਆਵਾਂ ਨੂੰ ਆਪਣੇ ਢੰਗ ਨਾਲ ਉਹ ਇੰਟਰਪ੍ਰੈਟ ਕਰਦੇ ਨੇ, ਜਿਨ੍ਹਾਂ ਦਾ ਧਰਮ ਦੀਆਂ ਜਾਂ ਗੁਰੂ ਸਾਹਿਬਾਂ ਦੀਆਂ ਸਿੱਖਿਆਵਾਂ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ। ਇਸ ਲਈ ਹਰਿਆਣੇ ਦੀ ਕਮੇਟੀ ਬਣ ਜੇ ਜਾਂ ਨਾ ਬਣ ਜੇ, ਆਪਾਂ ਨੂੰ ਇਹਦੇ ਬਾਰੇ ਬਹੁਤਾ ਫਿਕਰਮੰਦ ਹੋਣ ਦੀ ਲੋੜ ਨਹੀਂ। ਇਹ ਬਿਲਕੁਲ ਰਾਜਨੀਤਿਕ ਚਾਲਾਂ ਨੇ ਔਰ ਰਾਜਨੀਤਿਕ ਮਸਲੇ ਨੇ, ਤੇ ਇਹ ਬਹੁਤੇ ਗੰਭੀਰ ਨਹੀਂ ਹੈਗੇ ਹੁਣ ਸਿੱਖ ਪੰਥ। ਕਾਨੂੰਨੀ ਤੌਰ ਤੇ ਕੀ ਹੈਗਾ ਪੱਖ ਕਿ ਉੱਥੇ ਬਣ ਸਕਦੀ ਹੈ? ਹਾਂਜੀ, ਕਿਉਂਕਿ ਜਦੋਂ ਰਾਜਾਂ ਦਾ ਪੁਨਰਗਠਨ ਹੋਇਆ, ਹਰੇਕ ਰਾਜ ਆਪਣੇ ਆਪ ਵਿੱਚ ਇੱਕ ਸੋਵਰਨ ਸਟੇਟ ਆ ਨਾ, ਜਿਸ ਤਰ੍ਹਾਂ ਸੋਵਰਨ ਇਸ ਮਾਮਲੇ 'ਚ ਨਹੀਂ ਉਹ ਦੇਸ਼ ਬਣ ਗਏ ਹੋਇਆ, ਪਰ ਉਹਨਾਂ ਨੂੰ ਅਧਿਕਾਰ ਆ ਵੀ ਉਹ ਧਾਰਮਿਕ ਮਾਮਲਿਆਂ 'ਚ ਜਾਂ ਕਿਸ ਤਰ੍ਹਾਂ ਵੀ ਉਹ ਕਰਨਾ ਤਾਂ ਸਰਕਾਰਾਂ ਨਹੀਂ ਹੁੰਦਾ ਨਾ। ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇਹਦੇ ਮਾਮਲੇ 'ਚ ਕਾਫੀ, ਜਿੱਦਾਂ ਆਪਾਂ ਕਹਿ ਸਕਦੇ ਵੀ ਹੁਣ ਤੱਕ ਜੇ ਉੱਥੇ ਹਰਿਆਣੇ ਦੀ ਕਮੇਟੀ ਬਣਨ ਤੋਂ ਰੁਕੀ ਰਹੀ ਆ, ਉਹ ਡਾਕਟਰ ਮਨਮੋਹਨ ਸਿੰਘ ਦੀ ਦਖਲਅੰਦਾਜ਼ੀ ਕਰਕੇ ਰੁਕੀ ਰਹੀ ਆ। ਹੁਣ ਸਰਕਾਰ ਹਾਲਾਂਕਿ ਇਹਨਾਂ ਦੇ ਪੱਖ ਦੀ ਆਈ ਆ, ਮੋਦੀ ਤੇ ਉਹਨਾਂ ਦੀ ਸਰਕਾਰ ਆਈ ਆ, ਜਿਨ੍ਹਾਂ ਨੂੰ ਇਹਨਾਂ ਨੇ ਜਿਤਾਇਆ, ਤੇ ਉਹਨਾਂ ਦੇ ਰਾਜ ਵਿੱਚੋਂ ਕਮੇਟੀ ਬਣਨ ਜਾ ਰਹੀ ਆ। ਦੇਖੋ ਤੁਸੀਂ ਸਟਾਈਲ ਦੇਖੋ, ਡਾਕਟਰ ਮਨਮੋਹਨ ਸਿੰਘ ਨਾਲ ਉਹ ਇੱਕ ਮੀਟਿੰਗ ਕਰਦੇ ਸੀ। ਡਾਕਟਰ ਮਨਮੋਹਨ ਸਿੰਘ ਉਸੇ ਵੇਲੇ ਭੁਪਿੰਦਰ ਸਿੰਘ ਹੁੱਡਾ ਨੂੰ ਫੋਨ ਕਰਕੇ ਕਹਿੰਦੇ ਸੀ ਵੀ ਕਮੇਟੀ ਨਹੀਂ ਬਣਨੀ ਚਾਹੀਦੀ। ਹੁਣ ਉਹ ਲਗਾਤਾਰ ਗ੍ਰਹਿ ਮੰਤਰੀ ਦੇ ਗੇੜੇ ਮਾਰ ਰਹੇ ਨੇ, ਪ੍ਰਧਾਨ ਮੰਤਰੀ ਦੇ ਗੇੜੇ ਮਾਰ ਰਹੇ ਨੇ, ਕੋਈ ਵੀ ਉਹਨਾਂ ਦੀ ਗੱਲ ਨਹੀਂ ਸੁਣ ਨਹੀਂ ਰਿਹਾ। 10 ਸਾਲਾਂ ਤੱਕ ਜੇ ਉੱਥੇ ਕਮੇਟੀ ਨਹੀਂ ਬਣੀ ਤਾਂ ਡਾਕਟਰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਨਹੀਂ ਬਣਨ ਦਿੱਤੀ। ਹੁਣ ਉਹ ਸਰਕਾਰ ਬਦਲੀ ਆ, ਹੁਣ ਉੱਥੇ ਕਹਿਣ ਵਾਲਾ ਕੋਈ ਨਹੀਂ, ਹੁਣ ਉਹ ਕਮੇਟੀ ਬਣਨ ਜਾ ਰਹੀ ਹੈ। ਜਿਸ ਤਰ੍ਹਾਂ ਜਿਹੜੀ ਇੰਨਾ ਵੀ ਉਹਨਾਂ ਨੇ ਲਗਾਤਾਰ ਉਹਨਾਂ ਤੋਂ ਹੈਲਪ ਲਈ ਆ, ਡਾਕਟਰ ਮਨਮੋਹਨ ਸਿੰਘ ਤੋਂ, ਔਰ ਹਮੇਸ਼ਾ ਉਹਨਾਂ ਨੂੰ ਬੁਰਾ ਕਹਿੰਦੇ ਰਹੇ ਨੇ। ਇਹ ਵੀ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਕਿ ਉੱਥੇ ਜਿਹੜਾ ਮਾਰਕੰਡਾ ਦੇ ਵਿੱਚ ਵੱਡਾ ਕਾਲਜ ਆ, ਉਹਨੂੰ ਇੱਕ ਪ੍ਰਾਈਵੇਟ ਜਿੱਦਾਂ ਮਤਲਬ ਟਰਸਟ ਦੇ ਹੱਥਾਂ 'ਚ ਦਿੱਤਾ ਜਾ ਰਿਹਾ। ਇਹ ਵੀ ਕਾਰਨ ਹੈ ਕਿ ਜਿਹੜਾ ਉੱਥੇ ਦਾ ਬਜਟ ਆ ਉਹ ਵੀ ਕਾਫੀ ਹੋਣ ਕਰਕੇ ਸ਼੍ਰੋਮਣੀ ਕਮੇਟੀ ਆਪਣਾ ਕਬਜ਼ਾ ਨਹੀਂ ਛੱਡਣਾ ਚਾਹੁੰਦੀ, ਪਰ ਉੱਥੇ ਦੇ ਸਿੱਖ ਜਿਹੜੇ ਆ ਉਹ ਚਾਹੁੰਦੇ ਆ ਕਿ ਪ੍ਰਬੰਧ ਉਹਨਾਂ ਦੇ ਹੱਥ 'ਚ ਆਵੇ। ਹਾਂਜੀ, ਫਿਰ ਹੁਣ ਜਿਹੜੇ ਲੋਕਲ ਬੰਦੇ ਆ ਉਹ ਤਾਂ ਕਹਿਣਗੇ ਨਾ ਟੈਕਨੀਕਲੀ ਦਾ ਵੀ ਸਾਡੀ ਧਰਤੀ ਤੇ ਬਣਿਆ ਹੋਇਆ, ਸਾਡੀ ਸਟੇਟ ਆ। ਅਕਸਰ ਨੂੰ ਹਰਿਆਣਾ ਹੈ ਤਾਂ ਵੱਖਰੀ ਸਟੇਟ ਆ ਨਾ, ਵੀ ਉਹ ਉਸ ਸਟੇਟ ਦੇ ਲੋਕ ਆ ਜਿਹੜਾ ਉਹ ਕਾਹਤੋਂ ਆਪਣਾ ਪ੍ਰਬੰਧ ਜਿੱਦਾਂ ਦੇਣਗੇ ਵੀ ਹੋਰ ਪਿੱਛੋਂ ਬਾਹਰੋਂ ਆ ਕੇ। ਉਹਨਾਂ ਦਾ ਤਾਂ ਇਹ ਵੀ ਉਹ ਆ, ਕਹਿੰਦੇ ਵੀ ਜਿਹੜੇ ਹਰਿਆਣੇ 'ਚ ਗੁਰਦੁਆਰਾ ਸਾਹਿਬ ਨੇ ਉਹਨਾਂ 'ਚ ਸਾਰਿਆਂ 'ਚ ਜਿਹੜੇ ਮੁਲਾਜ਼ਮ ਔਰ ਮੈਨੇਜਰ ਲਾਏ ਹੋਏ ਨੇ ਉਹ ਪੰਜਾਬ ਤੋਂ ਬੰਦੇ ਲਾਏ ਹੋਏ ਨੇ। ਚਲੋ ਹੈ ਗੁਰਸਿੱਖ ਨੇ, ਏਦਾਂ ਨਹੀਂ ਕੋਈ ਗੱਲ ਵੀ ਪੰਜਾਬ ਦਾ ਆ ਹਰਿਆਣੇ ਦਾ, ਪਰ ਉੱਥੋਂ ਵੀ ਤਾਂ ਉਹਨਾਂ ਨੂੰ ਕੁਛ ਮਿਲਣਾ ਚਾਹੀਦਾ ਨਾ, ਵੀ ਉਹਨਾਂ ਦੀ ਵੀ ਉੱਥੇ ਪ੍ਰੈਜ਼ੈਂਸ ਚਾਹੀਦੀ ਆ, ਉੱਥੋਂ ਬੰਦੇ ਲੱਗਣੇ ਚਾਹੀਦੇ ਨੇ ਜਿਹੜੇ ਮੁਲਾਜ਼ਮ ਨੇ ਜਾਂ ਮੈਨੇਜਰਸ ਨੇ ਜਾਂ ਹੋਰ ਕਿਸਮ ਦਾ। ਵੀ ਸਾਨੂੰ ਕੋਈ ਵੀ ਸਾਡੀ ਹਿੱਸੇਦਾਰੀ ਨਹੀਂ। ਜਿਹੜੀ ਰਿਪਰੈਜ਼ੈਂਟੇਟਿਵ ਪੋਲੀਟਿਕਸ ਆ, ਹੈ ਤਾਂ ਪੋਲੀਟਿਕਸ ਹੀ ਆ, ਹੁਣ ਧਰਮ ਵਾਲਾ ਦਾ ਕੋਈ ਮਸਲਾ ਨਹੀਂ ਰਿਹਾ। ਜਿਸ ਤਰ੍ਹਾਂ ਵੀ ਘੱਟੋ ਘੱਟ ਰਿਪਰੈਜ਼ੈਂਟੇਸ਼ਨ ਤਾਂ ਉਹਨਾਂ ਦੀ ਹੋਣੀ ਚਾਹੀਦੀ। ਹੁਣ ਉਹਨਾਂ ਨੂੰ ਲੱਗਦਾ ਵੀ ਜਿਹੜਾ ਪੰਜਾਬ ਵਾਲੇ ਅਕਾਲੀ ਨੇ ਉਹ ਸਾਡੇ ਤੇ ਧੌਂਸ ਪਾਉਂਦੇ ਨੇ ਜਾਂ ਸਾਨੂੰ ਆਪਣੇ ਢੰਗ ਨਾਲ ਵਿਗਾਉਂਦੇ ਨੇ, ਤੇ ਇਸ ਮਾਮਲੇ 'ਚ ਉਹ ਜਿਹੜਾ ਸਾਰਾ ਕਲਾਸ, ਜਿਹੜਾ ਸ਼ਾਹਬਦ ਮਾਰਕੰਡਾ ਵਾਲਾ ਕਾਲਜ ਆ, ਕਾਫੀ ਵੱਡਾ ਕਾਲਜ ਆ, ਤੇ ਉਹਨੂੰ ਪ੍ਰਾਈਵੇਟ ਟਰਸਟ ਹੈ ਜਿੱਥੇ ਦਾ ਟੌੜਾ ਨੇ ਰੀਤ ਸ਼ੁਰੂ ਕਰੀ ਸੀ ਇਸ ਤਰ੍ਹਾਂ, ਤੇ ਹੁਣ ਇਹ ਗਾਂਹ ਵੱਧਦੀ ਇਸ ਬਾਦਲ ਸਾਹਿਬ ਨੇ ਵੀ ਉਹੀ ਲੈ ਲਿਆ। ਮੈਨੂੰ ਪਤਾ ਲੱਗਿਆ ਵੀ ਬਾਦਲ ਸਾਹਿਬ ਉਹਦੇ ਮਤਲਬ ਕਿ ਮੇਨ ਟਰਸਟੀ ਨੇ। ਹਾਂਜੀ, ਉਹ ਮੇਨ ਟਰਸਟੀ ਨੇ, ਤੇ ਹੋਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸਾਰੇ ਉਹਨਾਂ ਦੇ ਆਪਣੇ ਨਾਲ ਦੇ ਬੰਦੇ, ਤੇ ਉਹ ਇਸ ਤਰ੍ਹਾਂ ਟਰਸਟ ਬਣਾ ਕੇ, ਤੇ ਉਹਨਾਂ ਨੂੰ ਲੱਗਦਾ ਵੀ ਉਹ ਸਾਡੇ ਕਬਜ਼ੇ ਹੇਠ ਰਹਿਣਾ ਚਾਹੀਦਾ। ਗੱਲਾਂ ਕਬਜ਼ੇ ਦੀਆਂ ਨੇ, ਹੋਰ ਧਰਮ ਨਾਲ ਕਿਸੇ ਦਾ ਕੋਈ ਸੰਬੰਧ ਨਹੀਂ ਹੈਗਾ। ਤੇ ਇਹਦੇ ਵਿੱਚ ਜਿੱਦਾਂ ਚਲੋ ਆਪਾਂ ਗੱਲ ਕਰਦੇ ਹਾਂ ਤੇ ਅਕਾਲ ਤਖਤ ਸਾਹਿਬ ਨੂੰ ਆਪਾਂ ਸੁਪਰੀਮ ਮੰਨਦੇ ਹਾਂ, ਪੂਰਾ ਦੁਨੀਆ ਦਾ ਸਿੱਖ ਸੁਪਰੀਮ ਮੰਨਦਾ। ਇਸ ਮਸਲੇ ਦੇ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਦਾ ਮਤਲਬ ਕਮੇਟੀਆਂ ਬਣਨ ਦੇ ਮਸਲੇ 'ਚ ਅਕਾਲ ਤਖਤ ਨੂੰ ਆਪਣੀ ਦਖਲਅੰਦਾਜ਼ੀ ਕਰਨੀ ਚਾਹੀਦੀ ਆ ਜਾਂ ਨਹੀਂ ਕਰਨੀ? ਨਹੀਂ, ਅਕਾਲ ਤਖਤ ਸਾਹਿਬ ਦਾ ਇਹਦੇ 'ਚ ਕੋਈ ਰੋਲ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਰਾਜਨੀਤਿਕ ਮਸਲੇ ਨੇ ਹਨਾ, ਧਰਮ ਵਾਲੇ ਮਸਲਿਆਂ ਤੋਂ ਤਾਂ ਬਹੁਤ ਦੂਰ ਹੋ ਚੁੱਕਿਆ। ਹੁਣ ਤਾਂ ਇਸ ਤਰ੍ਹਾਂ ਲੱਗ ਰਿਹਾ ਵੀ ਅਕਾਲ ਤਖਤ ਸਾਹਿਬ ਨੂੰ ਕੋਈ ਵਰਤ ਰਿਹਾ, ਜਿਸ ਤਰ੍ਹਾਂ ਵੀ ਜਿਸ ਤਰ੍ਹਾਂ ਉੱਥੇ ਦਾਅਵੇ ਕੀਤੇ ਜਾ ਰਹੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉੱਥੇ ਸੱਦਿਆ ਜਾਊਗਾ, ਹਰਮਹਿੰਦਰ ਸਿੰਘ ਚੱਠਾ ਨੂੰ ਵੀ ਛੱਡਿਆ ਜਾਊਗਾ, ਜਗਦੀਸ਼ ਸਿੰਘ ਝਿੰਡਾ ਜਾਂ ਜਿਹੜੇ ਮਿਸਟਰ ਨਲਵੀ ਨੇ ਉਹਨਾਂ ਨੂੰ ਵੀ ਸੱਦਿਆ ਜਾਊਗਾ। ਜਾਣੀ ਇਹ ਅਕਾਲ ਤਖਤ ਸਾਹਿਬ ਦਾ ਜਿਹੜਾ ਰੂਹਾਨੀ ਮਾਡਲ ਸੀ ਉਹ ਇਹਨਾਂ ਗੱਲਾਂ ਲਈ ਨਹੀਂ ਸੀਗਾ ਵੀ ਉੱਥੇ ਪੰਚਾਇਤਾਂ ਲੱਗਣ ਤੇ ਛੋਟੇ ਨੀਵੇਂ ਕਿਸਮ ਦੇ ਫੈਸਲੇ ਕਰਨ। ਉਹ ਤਾਂ ਧਰਮ ਦੇ ਮਾਮਲੇ ਵਿੱਚ ਜੇ ਕੋਈ ਸਿਧਾਂਤਕ ਹਮਲਾ ਹੁੰਦਾ ਸੀ ਉਹਦਾ ਦਾ ਮਤਲਬ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਤਾਂ ਇਹ ਸੀ ਵੀ ਧਰਮ ਦੇ ਫੈਲਾਅ ਲਈ ਤੇ ਧਰਮ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ, ਜਿਹੜੀਆਂ ਉੱਚੀਆਂ ਸੁੱਚੀਆਂ ਤੇ ਮਜ਼ਬੂਤ ਕਦਰਾਂ ਕੀਮਤਾਂ ਨੇ, ਉਹਨਾਂ ਨੂੰ ਕਾਇਮ ਰੱਖਣ ਦਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੈਗਾ। ਉਹਦੇ ਜਿਹੜਾ ਸਿਧਾਂਤਕ ਕੋਈ ਸੰਕਟ ਪੈਦਾ ਹੁੰਦਾ ਕੌਮ ਵਿੱਚ, ਸ਼੍ਰੀ ਅਕਾਲ ਤਖਤ ਸਾਹਿਬ ਤੇ ਉੱਥੇ ਡਿਬੇਟ ਹੋ ਕੇ ਤੇ ਕੋਈ ਸਾਂਝਾ ਫੈਸਲਾ ਲਿਆ ਜਾ ਸਕਦਾ ਵੀ ਇਸ ਕਿਸਮ ਦੀ ਵੀ ਕਿਹੜੇ ਗੁਰਦੁਆਰੇ ਦੀ ਕੌਣ ਕਮੇਟੀ ਹੋਵੇ, ਕਿਹੜਾ ਟਰਸਟ ਹੋਵੇ। ਪਿਛਲੇ ਦਿਨਾਂ ਦੌਰਾਨ ਇਹੋ ਜਿਹੇ ਫੈਸਲੇ ਆਏ ਨੇ, ਉਹ ਇਹ ਠੀਕ ਨਹੀਂ। ਅਸੀਂ ਨਹੀਂ ਮੰਨਦੇ ਵੀ ਅਕਾਲ ਤਖਤ ਸਾਹਿਬ ਦਾ ਬਹੁਤ ਵੱਡਾ ਇੱਕ ਸਿਧਾਂਤ ਆ,
ਉਹਦੀ ਜਿਹੜੀ ਸੰਸਥਾ ਦੀ ਉੱਚਤਾ ਹੈ ਉਹ ਬਹੁਤ ਰੂਹਾਨੀ ਕਿਸਮ ਦੀ ਹੈ। ਉਹਨਾਂ ਨੂੰ ਆਪਣੀ ਰੂਹਾਨੀਅਤ ਆ ਜਿਹੜੀ ਉਸੇ ਤਰ੍ਹਾਂ ਕਾਇਮ ਰਹਿਣੀ ਚਾਹੀਦੀ ਹੈ। ਛੋਟੇ ਛੋਟੇ ਮਸਲਿਆਂ 'ਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤਣਾ ਚੰਗੀ ਗੱਲ ਨਹੀਂ ਹੈ। ਤੇ ਇਸੇ ਤਰ੍ਹਾਂ ਜਿਵੇਂ ਤੁਸੀਂ ਗੱਲ ਕੀਤੀ, ਉਹਨਾਂ ਨੇ ਇੱਕ 10 ਮੈਂਬਰੀ ਕਮੇਟੀ ਵੀ ਬਣਾਈ ਸੀ, ਲੇਕਿਨ ਉਹਨਾਂ ਨੂੰ ਜਿਹੜਾ ਲੇਟੈਸਟ ਖਬਰਾਂ ਮਤਲਬ ਸਾਨੂੰ ਮਿਲੀਆਂ ਉਹ ਇਹੀ ਆ ਕਿ ਉਹਨਾਂ ਨੇ ਜਿਹੜਾ ਉੱਥੇ ਦੇ ਝਿੰਡਾ ਸਾਹਿਬ ਆ ਜਾਂ ਨਲਵੀ ਸਾਹਿਬ ਆ, ਉਹਨਾਂ ਨੇ ਇਹ ਕਿਹਾ ਕਿ ਸਾਨੂੰ ਸੋਚਣ ਦਾ ਸਮਾਂ ਦਿਓ। ਪਰ ਇਹ ਵੀ ਪਤਾ ਲੱਗਾ ਕਿ ਜਿਹੜਾ ਹਰਿਆਣੇ ਦੀ ਸਰਕਾਰ ਆ ਉਹ ਵਜੇ ਦਿਆ ਕੇ ਐਤਕੀ ਉਹਨਾਂ ਨੇ ਕਮੇਟੀ ਬਣਾਉਣੀ ਹੈ। ਹਾਂਜੀ ਹਾਂ, ਕਿਉਂਕਿ ਉਹ ਤਾਂ ਹੁਣ 6 ਤਰੀਕ ਨੂੰ ਜਿਹੜਾ ਉਹਨਾਂ ਦਾ ਹੈਗਾ ਸੰਮੇਲਨ ਹੈਗਾ ਸਿਰਸੇ ਵਿੱਚ ਹੋਣਾ, ਤੇ ਉਹਦੇ ਚੋਂ ਮੈਨੂੰ ਲੱਗਦਾ ਹੈਗਾ ਵੀ ਉਹ ਐਲਾਨ ਕਰ ਦੇਣਗੇ। ਸਾਰਾ ਉਹਨਾਂ ਨੇ ਡਰਾਫਟ ਵਗੈਰਾ ਕਰ ਲਿਆ ਹੋਇਆ ਤਿਆਰ, ਤੇ ਇਸ ਚੋਂ ਇਹ ਹੋ ਜਾਏਗਾ। ਉਹ ਤਾਂ ਜਿਹੜਾ ਹੁਣ ਟਾਈਮ ਮੰਗ ਰਹੇ ਨੇ ਉਹ ਤਾਂ ਰਾਜਨੀਤਿਕ ਇੱਕ ਤਰ੍ਹਾਂ ਨਾਲ ਹੁੰਦੀ ਆ ਨਾ, ਵੀ ਉਹ ਸ਼ੋਅ ਆਫ ਜਿਹਾ ਕਰਨਾ ਹੁੰਦਾ ਵੀ ਸਾਨੂੰ ਟਾਈਮ ਦੇ ਦਿਓ ਜਾਂ ਕਿਵੇਂ, ਉਸ ਸਮੇਂ ਦੌਰਾਨ ਹੋ ਜਾਏਗਾ। ਪਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਦਖਲਅੰਦਾਜ਼ੀ ਨਹੀਂ ਸੀ ਹੋਣੀ ਚਾਹੀਦੀ। ਇਹ ਰਾਜਨੀਤਿਕ ਲੋਕਾਂ ਦਾ ਕੰਮ ਸੀ। ਰਾਜਨੀਤਿਕ ਲੋਕਾਂ ਨੂੰ ਆਪ ਹੀ ਕਰ ਲੈਣਾ ਚਾਹੀਦਾ ਸੀਗਾ ਵੀ ਜੇ ਉਹਨਾਂ ਨੇ ਟਾਈਮ ਮੰਗਿਆ ਤਾਂ ਉਹ ਟਾਈਮ ਟਪਾ ਹੀ ਰਹੇ ਨੇ ਵੀ 2 ਦਿਨ ਦਾ ਹੋ ਗਿਆ। ਤੇ ਮਤਲਬ ਕਿ ਉਹ ਜਦੋਂ ਵੀ ਹੋਊਗਾ ਉਹਨਾਂ ਦਾ ਸਾਰਾ ਸੰਮੇਲਨ ਵਗੈਰਾ ਦੀਆਂ ਡੇਟਸ ਵਗੈਰਾ ਸੈੱਟ ਹੋਈਆਂ ਹੋਈਆਂ ਨੇ, ਸੰਗਤ ਆ ਰਹੀ ਆ ਉੱਤੇ, ਸਾਰੇ ਇਨਵੀਟੇਸ਼ਨ ਆ ਜਿਹੜੇ ਬਣ ਦਿੱਤੇ ਗਏ ਨੇ, ਤੇ ਉਹਦੇ ਚੋਂ ਫੈਸਲਾ ਹੋ ਜਾਏਗਾ। ਉਹ ਆਪਣੀ ਉਹਨਾਂ ਦੀ ਆਪਣੀ ਸੋਵਰਨ ਕਮੇਟੀ ਹੋ ਜਾਏਗੀ। ਤੇ ਜਿਸ ਤਰ੍ਹਾਂ ਆਪਾਂ ਅਕਾਲ ਤਖਤ ਸਾਹਿਬ ਦੀ ਗੱਲ ਚੱਲੀ ਪਈ ਆ ਇਹਨਾਂ ਦਿਨਾਂ 'ਚ, ਮਤਲਬ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜੀ ਸਥਾਪਨਾ ਦਿਵਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜੋ ਕੀਤੀ ਸੀ, ਉਹਦਾ ਬਹੁਤ ਵੱਡੇ ਪੱਧਰ ਤੇ ਦੁਨੀਆ ਦੇ ਵਿੱਚ ਮਨਾਇਆ ਗਿਆ, ਤੇ ਉੱਥੇ ਦਰਬਾਰ ਸਾਹਿਬ ਵੀ ਮਨਾਇਆ ਗਿਆ। ਅਸਲ 'ਚ ਜਿਹੜਾ ਕਨਸੈਪਟ ਆ ਅਕਾਲ ਤਖਤ ਸਾਹਿਬ ਜੀ ਦਾ ਮਹਾਰਾਜ ਜੀ ਨੇ ਕਿਉਂ ਲਿਆ, ਤੇ ਇਹਦੇ ਜਿਹੜੇ ਜਿੱਦਾਂ ਹੁਣ ਦੇ ਸਮੇਂ ਨੂੰ ਤੇ ਜਿਹੜਾ ਪੁਰਾਤਨ ਸਮੇਂ ਵਿੱਚ ਕੀ ਅੰਤਰ ਰਹਿ ਗਿਆ? ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਕਨਸੈਪਟ ਸੀ, ਅਸਲ 'ਚ ਇਹਦੀਆਂ ਜਿਹੜੀਆਂ ਜੇ ਤੁਸੀਂ ਦੇਖਿਓ ਵੀ ਇਹਦੇ ਜਿਹੜੇ ਬੀਜ ਨੇ, ਇਹਦੀਆਂ ਰੂਟਸ ਨੇ, ਉਹ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਹੀ ਰੱਖ ਦਿੱਤੀਆਂ ਗਈਆਂ ਸਨ। ਜਿਹੜਾ ਆਪਾਂ ਇਹ ਕਹਿੰਦੇ ਨੇ ਵੀ ਗੁਰੂ ਸਾਹਿਬਾਨ ਦੀ ਆਪਣੀ ਕੋਈ ਸ਼ਖਸੀਅਤ ਨਹੀਂ ਹੈਗੀ। ਗੁਰਬਾਣੀ ਚਾਹੁੰਦਾ ਵੀ ਜੋਤ ਇਹਾਂ ਜੁਗਤ ਕਾਹੇ ਸਹਿ ਕਾਇਆ ਫੇਰ ਪਲਟੀ ਆ। ਉਹ ਕਹਿੰਦੇ ਵੀ ਜੋਤ ਉਹੀ ਰਹਿੰਦੀ ਆ ਲਗਾਤਾਰ, 10 ਜਾਮਿਆਂ 'ਚ ਜੋਤ ਉਹੀ ਗਈ ਆ। ਹੁਣ ਜਿਹੜਾ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਜਦੋਂ ਤੁਸੀਂ ਬਾਬਰ ਬਾਣੀ ਨੂੰ ਪੜ੍ਹਦੇ ਹੋ ਵੀ ਕੋਇਰ ਨਾ ਰੋਟੀ ਖਾਏ ਬਾਬਰ ਬਾਣੀ ਫਿਰ ਗਏ, ਹਨਾ, ਜਿਹੜਾ ਉਹ ਆ ਵੀ ਏਤੀ ਮਾਰ ਪਈ ਕੁਰਲਾਣੇ, ਉਹ ਜਿਹੜੇ ਕੁਛ ਸ਼ਬਦ ਆਏ ਨੇ ਸਾਰੇ ਉਹ ਉਸ ਵੇਲੇ ਦੇ ਰਾਜਨੀਤਿਕ ਮਾਡਲ ਤੇ ਗੁਰੂ ਸਾਹਿਬ ਨੇ ਟਿੱਪਣੀਆਂ ਕੀਤੀਆਂ। ਜਿਹੜੇ ਵੱਡੇ ਵਿਦਵਾਨ ਜਾਂ ਜਿਹੜੇ ਗੁਰੂ ਹੁੰਦੇ ਨੇ ਨਾ, ਉਹ ਇਸ ਤਰ੍ਹਾਂ ਮਤਲਬ ਕਿ ਹਲਕੀ ਕਿਸਮ ਦੇ ਰਾਜਨੀਤਿਕ ਦਾਅਵੇ ਨਹੀਂ ਕਰਦੇ ਹੁੰਦੇ। ਉਹਨਾਂ 'ਚੋਂ ਰੂਹਾਨੀਅਤ ਝਲਕਦੀ ਹੁੰਦੀ ਆ। ਉਹ ਰੂਹਾਨੀਅਤ ਗੁਰੂ ਸਾਹਿਬ ਨੇ ਰੂਹਾਨੀ ਢੰਗ ਨਾਲ ਜਿਹੜਾ ਉਹਨਾਂ ਦਾ ਇੱਕ ਆਪਣਾ ਸਟੇਟਸ ਸੀ ਉਹਦੇ ਹਿਸਾਬ ਨਾਲ ਗੁਰੂ ਸਾਹਿਬ ਨੇ ਰੱਖ ਦਿੱਤੀ। ਉਹ ਬੀਜ ਜਿਹੜੀਆਂ ਜੜ੍ਹਾਂ ਸੀ, ਜਿਹੜੀਆਂ ਗੁਰੂ ਸਾਹਿਬ ਨੇ ਉਹਨਾਂ ਦੀ ਆਲੋਚਨਾ ਕੀਤੀ ਆ, ਆਲੋਚਨਾ 'ਚੋਂ ਮਾਡਲ ਗੁਰੂ ਸਾਹਿਬ ਨੇ ਦੇ ਦਿੱਤਾ ਸੀਗਾ ਵੀ ਇਸ ਕਿਸਮ ਦਾ ਮਾਡਲ ਰਾਜਨੀਤਿਕ ਨਹੀਂ ਚਾਹੀਦਾ ਹੈਗਾ ਕਿਸੇ ਵੀ ਸੁਸਾਇਟੀ ਨੂੰ ਚਲਾਉਣ ਲਈ। ਇਹ ਹੁਣ ਅਗਲੇ ਗੁਰੂ ਸਾਹਿਬ ਨੇ ਉਹ ਸੰਦੇਸ਼ ਨੂੰ ਫੜ ਲਿਆ, ਚਾਹੇ ਸਿੱਖਾਂ ਨੂੰ ਸਮਝ ਆਈ ਜਾਂ ਨਹੀਂ, ਪਰ ਗੁਰੂ ਦੀ ਜੋਤ ਕਿਉਂਕਿ ਉਹੀ ਸੀ, ਗੁਰੂ ਨੇ ਉਸ ਸੰਦੇਸ਼ ਨੂੰ ਫੜ ਲਿਆ ਹੋਇਆ ਸੀਗਾ। ਤੇ ਇਹ ਸਿੱਖੀ ਦੇ ਜਿਹੜੀ ਸਿੱਖ ਲਹਿਰ ਦਾ ਜਿਹੜਾ ਅਗਲਾ ਪੜਾਅ ਸੀ, ਜਿਸ ਤਰ੍ਹਾਂ 5 ਜਾਮਿਆਂ ਵਿੱਚ ਉਹ ਧਾਰਮਿਕ ਤੌਰ ਤੇ ਸਿੱਖੀ ਨੂੰ ਪਰਪੱਕ ਕੀਤਾ, ਉਸ ਸੰਦੇਸ਼ ਨੂੰ ਮਨਾਂ ਵਿੱਚ ਵਸਾਇਆ। ਜਿਹੜੀ ਥਿਊਰੀ ਸੀ ਕ੍ਰੀਏਟ ਹੋਈ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਜਿੰਨਾ ਲਿਖਤੀ ਸੀਗਾ ਸਾਰਾ ਉਹਨੂੰ ਇੱਕ ਕਲਮਬੱਧ ਕਰਕੇ ਇੱਕ ਥਾਂ ਤੇ ਲਿਆਂਦਾ। ਜਦੋਂ ਸਿਧਾਂਤ ਖੜਾ ਹੋ ਗਿਆ, ਲਹਿਰ ਹਮੇਸ਼ਾ ਸਿਧਾਂਤ ਦੇ ਆਸਰੇ ਤੇ ਚੱਲਦੀ ਹੁੰਦੀ ਹੈ। ਸਿਧਾਂਤ ਹੀ ਮੇਨ ਜੜ੍ਹਾਂ ਹੁੰਦੀਆਂ ਲਹਿਰ ਦੀਆਂ। ਤੇ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਉਦੋਂ ਹੀ ਆ ਕੇ ਉਹ ਨਵਾਂ ਪੜਾਅ ਸ਼ੁਰੂ ਹੋਣਾ ਸੀ, ਜਿਹੜਾ ਪਾਤਸ਼ਾਹੀ ਦਾਵਾ ਸੀਗਾ ਸਿੱਖੀ ਦਾ। ਧਾਰਮਿਕ ਲਹਿਰ ਵਿੱਚੋਂ ਜਿਹੜਾ ਪਾਤਸ਼ਾਹੀ ਦਾਵਾ ਨਿਕਲਣਾ ਸੀ। ਤੇ ਗੁਰੂ ਸਾਹਿਬ ਦਾ ਜਿਹੜੀ ਉਹ ਜੰਗ ਵੀ ਹੋਈ ਸੀ ਅੰਮ੍ਰਿਤਸਰ ਸਾਹਿਬ ਵਾਲੀ, ਜਿਹੜੀ ਬਾਜ ਦੇ ਮਸਲੇ ਤੇ ਹੋਈ ਸੀ ਵੀ ਬਾਜ ਗੁਰੂ ਸਿੱਖਾਂ ਦੇ ਕਬਜ਼ੇ 'ਚ ਆ ਗਿਆ ਸੀਗਾ। ਤੇ ਉਦੋਂ ਜਦੋਂ ਸਿੱਖਾਂ ਨੇ ਕਿਹਾ ਵੀ ਆਪਾਂ ਹਾਕਮਾਂ ਨਾਲ ਕਿਸੇ ਟਕਰਾਅ 'ਚ ਨਾ ਆਈਏ, ਵੀ ਆਪਾਂ ਉਹ ਬਾਜ ਵਾਪਸ ਕਰ ਦਈਏ, ਤਾਂ ਉਦੋਂ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਤਿੰਨ ਕੋ ਬਾਜ ਨਹੀਂ ਹਮ ਦੇਣਾ, ਤਾਜ ਬਾਜ ਸਭ ਇਨ ਸੇ ਲੈਣਾ। ਹੁਣ ਜਦੋਂ ਉਹ ਤਾਜ ਦੀ ਗੱਲ ਕਰਦੇ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਮਨਾਂ ਵਿੱਚ ਸਿੱਖਾਂ ਦੇ ਭਵਿੱਖ ਦਾ ਜਿਹੜਾ ਸਿੱਖ ਰਾਜ ਕਾਇਮ ਹੋਣਾ ਸੀਗਾ। ਗੁਰੂ ਸਾਹਿਬ ਉਸੇ ਵੇਲੇ ਉਹ ਸਾਰੇ ਰਾਜ ਨੂੰ, ਕਿਉਂਕਿ ਉਹ ਬਹੁਤ ਉੱਚੇ ਰੂਹਾਨੀ ਮੰਡਲਾਂ ਵਿੱਚ ਜਿਹੜੇ ਗੁਰੂ ਨੇ ਉਹ ਆਪਾਂ ਨਹੀਂ ਦੇਖ ਸਕਦੇ ਹੁੰਦੇ, ਉਹਨਾਂ ਦੇ ਜਿਹੜੇ ਉੱਚੇ ਮੰਡਲ ਨੇ ਉਹ ਆਮ ਸਿੱਖ ਨਹੀਂ ਦੇਖ ਸਕਦਾ ਹੁੰਦਾ। ਗੁਰੂ ਨੇ ਕਿਸ ਕਿਸਮ ਦੇ ਰੂਹਾਨੀ ਮੰਡਲਾਂ 'ਚ ਉਹ ਭਵਿੱਖ ਦੇ ਸਿੱਖ ਰਾਜ ਨੂੰ ਦੇਖਿਆ, ਤੇ ਫਿਰ ਉਹਨਾਂ ਨੂੰ ਲੱਗਿਆ ਵੀ ਸਿੱਖ ਰਾਜ ਨੂੰ ਜਿਹੜਾ ਭਵਿੱਖ ਵਿੱਚ ਕਾਇਮ ਹੋਣਾ, ਸੈਂਕੜੇ ਸਾਲ ਬਾਅਦ ਕਾਇਮ ਹੋਊਗਾ, ਉਹਨੂੰ ਇੱਕ ਪਾਤਸ਼ਾਹੀ ਦੇ ਤੌਰ ਤੇ ਉਹਦਾ ਇੱਕ ਸਿੰਬੋਲਿਜ਼ਮ ਚਾਹੀਦਾ ਹੈਗਾ। ਉਹ ਜਿਹੜਾ ਸਿੰਬਲ ਸੀਗਾ ਵੀ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਆ ਵੀ ਜਿਹੜੀ ਰਾਜਨੀਤੀ ਆ ਕਦੇ ਵੀ ਧਰਮ ਤੋਂ ਵੱਖਰੀ ਨਾ ਹੋਵੇ। ਧਰਮ ਹਮੇਸ਼ਾ ਰਾਜਨੀਤੀ ਨੂੰ ਇੱਕ ਕਿਸਮ ਦੀ ਸਪਿਰਿਟ ਔਰ ਅਗਵਾਈ ਦਿੰਦਾ ਰਹੇ। ਅੱਜ ਜਿਹੜਾ ਇਹ ਹੋ ਰਿਹਾ, ਅੱਜ ਜਿਹੜੇ ਇਹ ਕ੍ਰਾਈਸਿਸ ਦੀ ਆਪਾਂ ਗੱਲ ਕਰਕੇ ਹਟੇ ਹਾਂ, ਇਸੇ ਕਰਕੇ ਹੀ ਆ ਵੀ ਧਰਮ ਸਾਡੀ ਅਗਵਾਈ ਨਹੀਂ ਕਰ ਰਿਹਾ ਇਸ ਵੇਲੇ।
ਸਾਨੂੰ ਰਾਜਨੀਤੀ ਦੇ ਜਿਹੜੇ ਹੋਛੇ ਢੰਗ ਨੇ ਉਹ ਅਗਵਾਈ ਕਰ ਰਹੇ ਨੇ। ਉਸ ਵੇਲੇ ਸੀ ਗੁਰੂ ਸਾਹਿਬ ਗੁਰਬਾਣੀ ਸੀ, ਜਦੋਂ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪੜ੍ਹੀ ਜਾਂਦੀ ਸੀ ਜਾਂ ਉਹਦਾ ਗਾਇਨ ਕੀਤਾ ਜਾਂਦਾ ਸੀ ਤਾਂ ਉਹ ਸਿੱਖਾਂ ਦੇ ਹਿਰਦੇ ਵਿੱਚ ਵਸ ਜਾਂਦੀ ਸੀ। ਫਿਰ ਉਹ ਜੇ ਰਾਜਨੀਤਿਕ ਮੰਡਲ ਵਿੱਚ ਵੀ ਆਉਂਦੇ ਸਨ ਤੇ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਇੰਨੀ ਉੱਚੀ ਸੁੱਚੀ ਬੁਲੰਦ ਤੇ ਰੂਹਾਨੀ ਹੁੰਦੀ ਸੀ ਵੀ ਕਿਸੇ ਵੀ ਕਿਸਮ ਦੀ ਕਰਪਸ਼ਨ ਦਾ ਉਹਦੇ ਵਿੱਚ ਕੋਈ ਵੀ ਚਾਂਸ ਨਹੀਂ ਸੀ ਹੁੰਦਾ। ਗੁਰੂ ਸਾਹਿਬ ਦਾ ਜਿਹੜਾ ਸਥਾਪਨਾ ਦਾ ਸਾਰਾ ਇਹ ਸੀਗਾ ਵੀ ਜਿਹੜਾ ਰਾਜਨੀਤਿਕ ਮਾਡਲ ਹੋਊਗਾ ਉਹ ਇੰਨਾ ਸੁੱਚਾ, ਇਮਾਨਦਾਰ, ਕਰਪਸ਼ਨ ਤੋਂ ਲੈਸ ਤੇ ਇੰਨਾ ਰੂਹਾਨੀ ਹੋਊਗਾ ਵੀ ਉਹਦੇ ਵਰਗਾ ਮਾਡਲ ਸ਼ਾਇਦ ਦੁਨੀਆ ਵਿੱਚ ਕੋਈ ਨਾ ਹੋਵੇ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦਾ ਇਹ ਮਸਲਾ ਸੀ। ਪਰ ਹੁਣ ਜਿਹੜਾ ਅਕਾਲ ਤਖਤ ਸਾਹਿਬ 'ਚ ਜੋ ਕੁਝ ਹੋ ਰਿਹਾ ਜਾਂ ਛੋਟੇ-ਛੋਟੇ ਜਿਸ ਕਿਸਮ ਦੀਆਂ ਗੱਲਾਂ ਜਾਂ ਜਿਸ ਕਿਸਮ ਦੇ ਦੋਸ਼ ਲੱਗ ਰਹੇ ਨੇ ਇਵਨ ਸਾਰਿਆਂ ਤੇ ਲੱਗ ਰਹੇ ਨੇ ਵੀ ਇਹ ਆ ਬਹੁਤ ਵੀ ਉਹ ਉਸ ਰੂਹਾਨੀ ਪੱਧਰ ਤੋਂ ਜਿੱਦਾਂ ਲਗਾਤਾਰ ਸਾਡੀ ਜਿਹੜੀ ਲਾਈਫ ਆ, ਜਿਹੜਾ ਸਾਡਾ ਲਾਈਫ ਸਟਾਈਲ ਆ ਜਾਂ ਸਾਡਾ ਜਿਹੜਾ ਜੀਵਨ ਆ, ਜੀਵਨ ਦੀ ਕ੍ਰੈਡੀਬਿਲਿਟੀ ਉਹਦੇ ਲਈ ਬਹੁਤ ਕੁਝ ਸਾਨੂੰ ਕੀਮਤ ਅਦਾ ਕਰਨੀ ਪੈਂਦੀ ਹੁੰਦੀ ਆ। ਜੀਵਨ ਨੂੰ ਉੱਚਾ ਸੁੱਚਾ ਰੱਖਣ ਲਈ ਬਹੁਤ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੁੰਦੀ ਆ। ਹੁਣ ਸ਼ਾਇਦ ਸਾਨੂੰ ਲੱਗਦਾ ਵੀ ਅਸੀਂ ਸ਼ਾਰਟਕਟ ਜਾ ਰਹੇ ਹਾਂ, ਉਹ ਕੀਮਤ ਅਦਾ ਨਹੀਂ ਕਰਨੀ ਚਾਹੁੰਦੇ। ਇਸੇ ਲਈ ਸਾਡਾ ਜਿਹੜਾ ਕਿਰਦਾਰ ਆ ਉਹ ਗੁਰੂ ਦੀਆਂ ਉਸ ਰੂਹਾਨੀ ਸਿੱਖਿਆਵਾਂ ਤੋਂ ਥੱਲੇ ਡਿੱਗਿਆ ਹੋਇਆ। ਤੇ ਹੁਣ ਤਾਂ ਬਿਲਕੁਲ ਇੱਕ ਅਸੀਂ ਮਤਲਬ ਕਿ ਜਿਸ ਤਰ੍ਹਾਂ ਢੋਲ ਵੱਜ ਰਹੇ ਨੇ ਵੀ ਸ਼ੋਰ ਪੈ ਰਿਹਾ, ਮਤਲਬ ਕਿ ਧਰਮ ਦੇ ਨਾਂ ਤੇ ਸ਼ੋਰ ਪੈ ਰਿਹਾ। ਇਹ ਕਹੀਏ ਕਿ ਹੁਣ ਅਸੀਂ ਦੁਨਿਆਵੀ ਲਾਲਚਾਂ ਦੇ ਬਸ ਪੈ ਗਏ। ਹਾਂਜੀ ਵੀ ਉਹ ਸ਼ੋਰ ਆ, ਚ ਵਾਇਲੈਂਸ ਆ, ਮਤਲਬ ਕਿ ਸਾਡੇ ਸ਼ਬਦਾਂ 'ਚ ਵਾਇਲੈਂਸ ਆ, ਸਾਡੀ ਜਿਹੜੀ ਬਾਡੀ ਲੈਂਗੁਏਜ ਆ ਉਹਦੇ ਵਿੱਚ ਵੀ ਵਾਇਲੈਂਸ ਆ, ਮਤਲਬ ਕਿ ਇਸ ਕਿਸਮ ਦਾ ਸਾਡੇ ਚਿਹਰਿਆਂ ਤੋਂ ਵਾਇਲੈਂਸ ਝਲਕ ਰਹੀ ਹੈ। ਮਤਲਬ ਕਿ ਜੋ ਕੁਛ ਅਸੀਂ ਬੋਲਦੇ ਹਾਂ ਉਹਦੇ 'ਚ ਰੂਹਾਨੀਅਤ ਵਾਲਾ ਮੈਨੂੰ ਨਹੀਂ ਕੁਛ ਲੱਭਦਾ। ਮਤਲਬ ਕਿ ਬਹੁਤ ਥੋੜ੍ਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ 'ਚ ਲੱਭਦਾ ਹੋਊਗਾ, ਪਰ ਜਿੱਦਾਂ ਵਾਇਲੈਂਸ ਆ ਜਿਹੜੀਆਂ ਸ਼ਖਸੀਅਤਾਂ ਦੇ ਅੰਦਰ ਵਸ ਗਈ ਹੋਈ ਆ, ਜਿਹੜੀ ਬਹੁਤ ਹੀ ਹਲਕੀ ਕਿਸਮ ਦੀ ਵਾਇਲੈਂਸ ਆ, ਉਹ ਦੇਖ ਰਿਹਾ ਮੈਂ ਲਗਾਤਾਰ। ਤੇ ਕੀ ਕਿਹਾ ਜਾਵੇ ਕਿ ਜੋ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਗੁਰੂ ਮਹਾਰਾਜ ਨੇ ਸਾਡੇ ਲਈ ਸਥਾਪਿਤ ਕੀਤੀ ਆ, ਉਹਨੂੰ ਮੌਜੂਦਾ ਸਮੇਂ 'ਚ ਕਾਇਮ ਕਰਨ ਲਈ ਕੀ ਕਰਨਾ ਪਊਗਾ? ਗੱਲ ਤਾਂ ਸਾਰੀ ਧਰਮ ਦੀ ਹੈ ਵੀ ਜਦੋਂ ਤੱਕ ਧਰਮ ਦੀਆਂ ਕਦਰਾਂ ਕੀਮਤਾਂ, ਗੁਰਬਾਣੀ ਜਿਹੜੀ ਆ, ਗੁਰਬਾਣੀ ਨਾਲ ਲਗਾਤਾਰ ਤੁਹਾਡੀ ਇਕਸਾਰਤਾ, ਉਹਦੇ 'ਚੋਂ ਵੀ ਗੁਰਬਾਣੀ ਦੀ ਜਿਹੜੀ ਮਾਡਰਨ ਪੁਆਇੰਟ ਆਫ ਵਿਊ ਨਾਲ ਇੰਟਰਪ੍ਰੀਟੇਸ਼ਨ ਆ ਜਾਂ ਜਿਹੜਾ ਮਤਲਬ ਕਿ ਉਹਦਾ ਇੱਕ ਸਹਿਜ ਵਾਲਾ ਪੱਖ ਹੈ। ਗੁਰੂ ਸਾਹਿਬ ਕਹਿੰਦੇ ਵੀ ਪੜ੍ਹੇ ਲਿਖੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਇੱਕ ਗੁਰਬਾਣੀ ਦੀ ਹੋਰ ਤੁਕ ਹੈ, ਉਹ ਕਹਿੰਦੇ ਵੀ ਪੜ੍ਹਨ ਲਿਖਣ ਦਾ ਕੋਈ ਫਾਇਦਾ ਨਹੀਂ ਜਦੋਂ ਬੰਦਾ ਆਪਣੀਆਂ ਰੂਟਸ ਤੋਂ ਹੀ ਟੁੱਟ ਗਿਆ ਹੋਇਆ। ਉਹ ਕਹਿੰਦੇ ਵੀ ਜਦੋਂ ਰੂਟਸ ਤੋਂ ਟੁੱਟ ਗਿਆ, ਗੱਲ ਤਾਂ ਰੂਟਸ ਦੀ ਆ। ਗੁਰਬਾਣੀ 'ਚ ਹੀ ਇਹ ਸ਼ਬਦ ਹੈਗਾ, ਮੇਰੇ ਖਿਆਲ 69 ਪੰਨੇ ਤੇ ਹੈਗਾ, ਜਿਹੜਾ ਗੁਰੂ ਅਮਰਦਾਸ ਜੀ ਦਾ ਹੈਗਾ। ਤੇ ਉਹ ਕਹਿੰਦੇ ਵੀ ਪੜ੍ਹਨ ਲਿਖਣ ਦਾ ਕੋਈ ਫਾਇਦਾ ਨਹੀਂ, ਉਹ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਜਿਹਦੇ ਤੋਂ ਬੰਦਾ ਆਪਣੀਆਂ ਜੜ੍ਹਾਂ ਤੋਂ ਟੁੱਟ ਜਾਂਦਾ। ਗੱਲ ਤਾਂ ਅਸੀਂ ਜੜ੍ਹਾਂ ਤੋਂ ਟੁੱਟ ਗਏ ਹੋਏ ਹਾਂ। ਧਰਮ ਦੀਆਂ ਜੜ੍ਹਾਂ ਹੁਣ ਸਾਡੀ ਸ਼ਖਸੀਅਤ ਵਿੱਚ ਨਹੀਂ ਲੱਗੀਆਂ ਹੋਈਆਂ ਤੇ ਕਿ ਧਰਮ ਦਾ ਸਿਰਫ ਅਸੀਂ ਆਸਲਾ ਰਹਿ ਰਹੇ ਹਾਂ, ਆਪਣੇ ਹੋਰ ਕੰਮਾਂ ਲਈ ਧਰਮ ਨੂੰ ਯੂਜ਼ ਕਰ ਰਹੇ ਹਾਂ। ਧਰਮ ਦੀ ਜਿਹੜੀ ਰੂਹਾਨੀਅਤ ਆ, ਜਿਹੜਾ ਮਤਲਬ ਕਿ ਇੱਕ ਕਿਰਦਾਰ ਦੀ ਉਸਾਰੀ ਸੀ, ਉਹ ਸਾਡੇ 'ਚੋਂ ਨਹੀਂ ਹੋ ਰਹੀ। ਉਹ ਸਾਰਾ ਚਾਹੇ ਕੀਰਤਨ ਦਰਬਾਰ ਹੋ ਰਹੇ ਨੇ, ਢਾਡੀ ਵਾਰਾਂ ਹੋ ਰਹੀਆਂ ਨੇ, ਇਹ ਜਾਣੀ ਇਹ ਸਾਰਾ ਕੁਛ ਹਲੇ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਜਿੱਦਾਂ ਵੀ ਉਹ ਟੁੱਟਿਆ ਹੋਇਆ, ਉਸ ਸੰਦੇਸ਼ ਤੋਂ ਟੁੱਟਿਆ ਹੋਇਆ ਜਿਹੜਾ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਸੀ, ਉਹ ਤੋਂ ਬਿਲਕੁਲ ਟੁੱਟਿਆ ਹੋਇਆ। ਜਸਟ ਇੱਕ ਐਕਸਰਸਾਈਜ਼ ਹੋ ਰਹੀ ਆ, ਪਰ ਐਕਸਰਸਾਈਜ਼ ਦੇ ਪਿੱਛੇ ਸਪਿਰਿਟ ਕੋਈ ਵੀ ਨਹੀਂ ਹੈ, ਕਿ ਸਪਿਰਿਟਲੈਸ ਜਿਹੜੀ ਉਹ ਤੋਂ ਦੂਰ ਹੈ। ਤੇ ਆਪਾਂ ਪ੍ਰੋਗਰਾਮ ਦੇ ਆਖਰੀ ਪੜਾਅ 'ਚ ਪਹੁੰਚ ਚੁੱਕੇ ਹਾਂ। ਆਪਾਂ ਇਹ ਵੀ ਗੱਲ ਕਰ ਲਈਏ ਜਿੱਦਾਂ ਇਰਾਕ ਦੀ ਗੱਲ ਆਪਾਂ ਵਿੱਚ ਕੀਤੀ ਵੀ ਕਿ ਉੱਥੇ ਜੰਗ ਵਰਗੇ ਹਾਲਾਤ ਆ, ਜਿਹੜਾ ਮੌਜੂਦਾ ਹਾਲਾਤ ਆ ਹੁਣ ਇਹ ਵੀ ਪਤਾ ਲੱਗਾ ਅਖਬਾਰਾਂ 'ਚ ਪੜ੍ਹਨ ਨੂੰ ਮਿਲਿਆ ਕਿ ਜਿਹੜੇ ਅਲ ਬਗਦਾਦੀ ਉਹਨਾਂ ਨੇ ਐਲਾਨ ਕੀਤਾ ਇਸਲਾਮਿਕ ਸਟੇਟ ਦਾ, ਤੇ ਕਾਫੀ ਉਹਨਾਂ ਨੇ ਜਿਹੜੀ ਉਹਨਾਂ ਦੀ ਭਾਸ਼ਾ ਸੀਗੀ, ਜਿਹੜੇ ਗੁਆਂਢੀ ਮੁਲਕ ਆ ਉਹਨਾਂ ਨੂੰ ਵੀ ਉਹਨਾਂ ਨੇ ਇੱਕ ਕਿਸਮ ਦਾ ਧਮਕੀ ਭਰਿਆ ਚੈਲੰਜ ਕੀਤਾ। ਕੀ ਕਹੋਗੇ? ਹਾਂਜੀ, ਉਹਨਾਂ ਦੀਆਂ ਜਿਹੜੀਆਂ ਅਬੂ ਬਕਰ ਅਲ ਬਗਦਾਦੀ ਦੀ ISIS ਆ, ਉਹਦੀਆਂ ਕਾਫੀ ਅੱਗੇ ਉਹਨਾਂ ਨੇ ਟਰਕਟ ਤੇ ਵੀ ਕਬਜ਼ਾ ਕਰ ਲਿਆ ਹੋਇਆ ਇਰਾਕ ਦੇ, ਤੇ ਕਾਫੀ ਐਡਵਾਂਸਿਸ ਹੋ ਰਹੇ ਨੇ। ਉਹਦੇ 'ਚੋਂ ਹੈਗਾ ਵੀ ਇਰਾਕ ਦੀ ਜਿਹੜੀ ਆਪਣੀ ਮਿਲਟਰੀ ਆ ਉਹ ਕਾਫੀ ਜਿੱਦਾਂ ਇੱਕ ਨਾ ਹੈਲੀ ਹੋਈ ਉਹਨਾਂ ਕੋਲ ਨਾ ਤਾਂ ਕੋਈ ਏਅਰਫੋਰਸ ਦੇ ਜਹਾਜ਼ ਨੇ, ਨਾ ਹਵਾਈ ਫਾਇਰਿੰਗ ਲਈ ਆ, ਤੇ ਉਹਨਾਂ ਦੀ ਮਿਲਟਰੀ ਆ ਜਦੋਂ ਕੋਈ ਕਵਰ ਫਾਇਰ ਨਹੀਂ ਆ ਰਿਹਾ ਤੇ ਉਹ ਮਿਲਟਰੀ ਵੀ ਜਵਾਬ ਦੇਈ ਜਾ ਰਹੀ ਆ, ਪਿੱਛੇ ਭੱਜ ਰਹੀ ਆ। ਹੁਣ ਪਤਾ ਲੱਗਿਆ ਰਸ਼ੀਆ ਤਾਂ ਕੁਝ ਜਹਾਜ਼ ਆਏ ਨੇ, $500 ਮਿਲੀਅਨ ਉਹਨਾਂ ਨੇ ਰਸ਼ੀਆ ਨੂੰ ਦਿੱਤਾ। ਕੁਛ ਜਹਾਜ਼ ਨਵੇਂ ਆਏ ਨੇ, ਉਹ ਅਸੈਂਬਲ ਹੋ ਰਹੇ ਨੇ। ਉਹਦੇ 'ਚੋਂ ਜਿਸ ਤਰ੍ਹਾਂ ਹਵਾਈ ਫਾਇਰਿੰਗ ਹੋਵੇਗੀ ਥੋੜ੍ਹਾ ਬਹੁਤਾ ਉਹਨਾਂ ਦਾ ਨੁਕਸਾਨ ਕਰਨਗੇ ਜਾਂ ਕਿਸ ਤਰ੍ਹਾਂ, ਯਾਨੀ ਹਾਲੇ ਤਾਂ ਲੱਗਦਾ ਵੀ ਉਹ ਜਿਹੜੀ ਮੂਵਮੈਂਟ ਆ ਉਹ ਜ਼ੋਰ 'ਚ ਹੈਗੀ ਆ, ਉਹਨਾਂ ਦਾ ਕਾਫੀ ਜ਼ੋਰ ਆ, ਉਹ ਲਗਾਤਾਰ ਸ਼ਹਿਰਾਂ 'ਤੇ ਕਬਜ਼ੇ ਕਰ ਰਹੇ ਨੇ। ਇਹ ਜ਼ੋਰ ਅਸਲ 'ਚ ਫਿਰ ਲਹਿਰ ਦੇ ਜਦੋਂ ਇਸ ਕਿਸਮ ਦਾ ਜ਼ੋਰ ਹੁੰਦਾ, ਜਦੋਂ ਲਹਿਰ ਆਪਣੀ ਸਫਲਤਾ ਦੇ ਘੋੜੇ 'ਤੇ ਸਵਾਰ ਹੁੰਦੀ ਆ, ਫਿਰ ਨਿਸ਼ਾਨੇ ਤਾਂ ਉਹ ਵੱਡੇ ਰੱਖ ਕੇ ਚੱਲਦੀ ਆ, ਹਰੇਕ ਲਹਿਰੀ ਜਾਣੀ ਵੱਡੇ ਨਿਸ਼ਾਨੇ ਰੱਖ ਕੇ ਚੱਲਦੀ ਆ। ਹੁਣ ਵੀ ਉਹਨਾਂ ਦਾ ਇਹੀ ਆ ਰਿਹਾ ਵੀ ਇਰਾਕ, ਸੀਰੀਆ ਤੇ ਨਾਲ ਲੱਗਦੇ ਕੁਝ ਜਿਹੜੇ ਹੋਰ ਮੁਲਕ ਨੇ ਵੀ ਇਹਨਾਂ ਨੂੰ ਅਸੀਂ ਇਸਲਾਮੀ ਸਟੇਟ ਦੇ ਤੌਰ ਤੇ ਇੱਕੋ ਹੀ ਸਟੇਟ ਦੇ ਉਹ ਕਹਿੰਦੇ ਵੀ ਬਾਉਂਡਰੀਜ਼ ਅਸੀਂ ਖਤਮ ਕਰ ਦੇਣੀਆਂ ਨੇ, ਤੇ ਇਹ ਬਹੁਤ ਵੱਡੇ ਨਿਸ਼ਾਨੇ ਲੈ ਕੇ ਚੱਲ ਰਹੇ ਨੇ। ਪਰ ਇਹ ਕਿੰਨੀ ਦੇਰ ਤੱਕ ਚੱਲਦੀ ਆ ਜਾਂ ਉਹਦੇ ਵਿਰੋਧ 'ਚ ਕੀ ਕੁਛ ਉੱਠਦਾ ਜਾਂ ਕਿਸ ਕਿਸਮ ਦੇ, ਕਿਉਂਕਿ ਬੜੀ ਕੰਪਲੀਕੇਟਡ ਸਿਚੁਏਸ਼ਨ ਆ। ਇਹ ਲੱਗ ਰਿਹਾ, ਇਹ ਕਿਹਾ ਜਾ ਰਿਹਾ ਵੀ ਜਿਹੜੀ ਸਾਊਦੀ ਅਰਬ ਹੈਗਾ ਉਹ ਉਹਨਾਂ ਨੂੰ ਸਹਾਇਤਾ ਤੇ ਹਮਾਇਤ ਦੇ ਰਿਹਾ ਹੈ,
ਤਾਂ ਕਿ ਈਰਾਨ ਵਿੱਚ ਤੇ ਇਰਾਕ ਵਿੱਚ ਜਿਹੜੀਆਂ ਸ਼ੀਆ ਬਹੁ ਗਿਣਤੀਆਂ ਮਤਲਬ ਕਿ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਰਾਜਨੀਤੀ ਤੇ ਉਹਨਾਂ ਦੇ ਪਲੇਟਫਾਰਮਸ ਤੇ, ਵੀ ਉਹਨਾਂ ਨੂੰ ਕਾਊਂਟਰ ਕੀਤਾ ਜਾ ਸਕੇ। ਤੇ ਇਹਦੇ ਚੋਂ ਜਿਹੜੀ ਹਾਲੇ ਉਹ ਬੜੇ ਵੱਡੇ ਨਿਸ਼ਾਨੇ ਲੈ ਕੇ ਚੱਲ ਰਹੇ ਨੇ, ਬੜੀ ਵੱਡੀਆਂ ਧਮਕੀਆਂ ਵੀ ਆ ਰਹੀਆਂ ਨੇ, ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ, ਜਿਹੜੇ ਅਮਰੀਕਾ ਦੇ ਥਿੰਕ ਟੈਂਕ ਨੇ ਆ ਉਹ ਸਾਰਾ ਠੀਕ ਆ, ਉਹਨਾਂ ਨੂੰ ਬੜੇ ਪੋਜ਼ਿਟਿਵਲੀ ਇੰਟਰਸੈਪਟ ਕਰ ਰਹੇ ਨੇ। ਥ੍ਰੈਟ ਪਰਸੈਪਸ਼ਨ ਹੈਗੀ ਆ, ਉਹਦੇ ਚੋਂ ਉਹ ਜਿਹੜੀ ਬ੍ਰੇਕ ਬਾਏ ਬ੍ਰੇਕ ਅੱਗੇ ਚੱਲਣਗੇ, ਹਰ ਪੀਸ ਆਫ ਥ੍ਰੈਡ ਆ ਜਿਹੜਾ ਉਹ ਲੈ ਕੇ ਚੱਲ ਰਹੇ ਨੇ। ਈਵਨ ਇੰਗਲੈਂਡ ਦੇ ਜਿਹੜੇ ਨੌਜਵਾਨ ਗਏ ਹੋਏ ਨੇ ਉਹਨਾਂ ਨੇ ਵੀ ਪੋਸਟ ਕੀਤਾ ਵੀਡੀਓ ਸੰਦੇਸ਼ ਆਪਣਾ, ਉਹ ਕਹਿੰਦਾ ਵੀ ਇੰਗਲੈਂਡ ਸ਼ੁੱਡ ਅਫਰੇਡ ਹੈ ਨਾ ਫਰੋਮ ਅਸ। ਉਹਨਾਂ ਨੇ ਮਤਲਬ ਕਿ ਇਹ ਕਿਹਾ, ਕਹਿੰਦੇ ਵੀ ਅਸੀਂ ਵਾਪਸ ਆ ਰਹੇ ਹਾਂ ਉੱਥੋਂ ਜੰਗ ਦੇ ਮੁਹਾਜ਼ ਤੋਂ, ਤੇ ਜਿਹੜੀਆਂ ਅਸੀਂ ਐਕਸਪਰਟਾਈਜ਼ ਲਈਆਂ ਨੇ ਜੰਗ ਦੇ ਮੁਹਾਜ਼ ਤੇ ਉਹ ਅਸੀਂ ਇੰਗਲੈਂਡ ਵਿੱਚ ਵਰਤਣ ਜਾ ਰਹੇ ਹਾਂ। ਇਸ ਤਰ੍ਹਾਂ ਇਸ ਕਿਸਮ ਦੇ ਧਮਕੀ ਪੱਤਰ ਪਰ ਅਸਲ 'ਚ ਜਦੋਂ ਉਹ ਇੱਕ 20 ਸਾਲ ਦੀ ਉਮਰ ਆ, 19-20 ਸਾਲ ਦੀ ਯੰਗਸਟਰ ਹੈਗੇ ਨੇ, ਜਦੋਂ ਇਸ ਕਿਸਮ ਦੇ ਹਥਿਆਰ ਹੱਥਾਂ 'ਚ ਆ, ਉਹ ਘੋੜੇ ਤੇ ਸਵਾਰ ਹੁੰਦੇ ਨੇ, ਫਿਰ ਇਸ ਕਿਸਮ ਦੀਆਂ ਜਿਹੜੀਆਂ ਥ੍ਰੈਟ ਪਰਸੈਪਸ਼ਨਸ ਨੇ ਉਹ ਆਉਂਦੀਆਂ ਹੀ ਹੁੰਦੀਆਂ ਨੇ। ਸਰਕਾਰਾਂ ਨੂੰ ਪਤਾ ਹੁੰਦਾ ਵੀ ਬਹੁਤ ਲੰਬਾ ਸਮਾਂ ਚੱਲਣ ਵਾਲਾ ਨਹੀਂ ਹੁੰਦਾ। ਠੀਕ ਹੈ, ਸੀਰੀਆ ਵਿੱਚ ਉਹ ਲੜ ਰਹੇ ਨੇ, ਪਰ ਸੀਰੀਆ ਵਿੱਚ ਹੁਣ ਡਿਸਇੰਟੈਗਰੇਟ ਹੋ ਗਏ ਨੇ ਸਾਰੇ, ਵੀ ਬਹੁਤ ਲੰਬੇ ਸਮੇਂ ਤੱਕ ਲੜਾਈ ਲੜਨੀ ਤੇ ਉਹ ਹੋਲਡ ਬਣਾ ਕੇ ਰੱਖਣਾ। ਐਡੀ ਵੱਡੀ ਸਟੇਟ ਤੇ ਤੁਸੀਂ ਹੋਲਡ ਕਿੱਦਾਂ ਕਰੋਗੇ ਜਦੋਂ ਇੰਨਾ ਇੰਟਰਨੈਸ਼ਨਲਾਈਜ਼ ਹੋ ਗਿਆ ਸਾਰਾ ਜਿਹੜਾ ਸਟੇਟਸ ਦਾ ਸਿਸਟਮ ਹੈਗਾ, ਉਹਦੇ ਬਿਜ਼ਨਸ ਦੇ ਜਿਹੜੇ ਕਨਸੈਪਟਸ ਨੇ ਜਾਂ ਇੰਟਰਲਿੰਕਡ ਹੋ ਗਿਆ ਗਲੋਬਲਾਈਜੇਸ਼ਨ ਦਾ, ਉਹਦੇ ਚੋਂ ਹਲੇ ਉਹ ਠੀਕ ਹੈ ਚੱਲ ਰਹੇ ਨੇ, ਕਬਜ਼ੇ ਕਰ ਰਹੇ ਨੇ, ਪਰ ਉਹ ਫਿਰ ਹੌਲੀ ਹੌਲੀ ਜਿੱਦਾਂ ਡਿਸਇੰਟੈਗਰੇਟ। ਤੇ ਇਹ ਕੀ ਸਮਝਿਆ ਜਾਵੇ ਜਿਹੜੇ ਉੱਥੇ ਲੋਕ ਖਾਸ ਕਰਕੇ ਜਿਹੜੇ ਭਾਰਤ ਤੇ ਪੰਜਾਬ ਦੇ ਫਸੇ ਹੋਏ ਆ, ਉਹਨਾਂ ਦੀ ਕੀ ਹਾਲਾਤ ਆ? ਹਾਂਜੀ, ਉਹ ਤਾਂ ਹੁਣ ਇਹੀ ਆ ਵੀ ਜਿਹੜੀਆਂ ਕੰਪਨੀਆਂ 'ਚ ਉਹ ਕੰਮ ਕਰਦੇ ਸੀ ਉਹਨਾਂ ਨੇ ਪਾਸਪੋਰਟ ਦੱਬ ਲਏ ਹੋਏ ਨੇ, ਉਹਨਾਂ ਨੂੰ ਪਾਸਪੋਰਟ ਨਹੀਂ ਦੇ ਰਹੇ। ਹੋਰ ਕੋਈ ਸਮੱਸਿਆ ਨਹੀਂ ਆ ਰਹੀ, ਬਹੁਤੀ ਸਮੱਸਿਆ ਪਾਸਪੋਰਟਸ ਦੀ ਆ, ਕਿਉਂਕਿ ਅਮਰੀਕਨ ਤੇ ਹੋਰ ਵੈਸਟਰਨ ਕੰਪਨੀਜ਼ ਲਈ ਉਹ ਕੰਮ ਕਰਦੇ ਨੇ, ਲੇਬਰਰ ਦੇ ਤੌਰ ਤੇ ਕੰਮ ਕਰ ਰਹੇ ਸੀਗੇ। ਉਹ ਕੰਪਨੀਆਂ 'ਚ ਉੱਥੇ ਇਹੀ ਹੈਗਾ ਵੀ ਜਦੋਂ ਵੀ ਜਾਂਦੇ ਨੇ ਉੱਥੇ ਕੰਮ ਕਰਨ ਲਈ, ਕੰਪਨੀਆਂ ਪਾਸਪੋਰਟ ਆਪਣੇ ਕੋਲ ਰੱਖ ਲੈਂਦੀਆਂ ਹੈਗੀਆਂ। ਜਦੋਂ ਤੱਕ ਉਹਨਾਂ ਦਾ ਵੀਜ਼ਾ ਆਇਆ ਨਹੀਂ, ਉਹ ਨਹੀਂ ਖਤਮ ਹੁੰਦਾ, ਉਦੋਂ ਤੱਕ ਪਾਸਪੋਰਟ ਨਹੀਂ ਦਿੰਦੀਆਂ। ਉਹਨਾਂ ਨੂੰ ਇੱਕ ਤਰ੍ਹਾਂ ਨਾਲ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਜਾਂਦਾ। ਹੁਣ ਉਹ ਬੰਧੂਆ ਮਜ਼ਦੂਰਾਂ ਦੇ ਤੌਰ ਤੇ ਰਹਿ ਰਹੇ ਨੇ, ਕਿਉਂਕਿ ਵਿਦਆਊਟ ਡਾਕੂਮੈਂਟਸ ਉਹ ਕਿਤੇ ਵੀ ਆ ਜਾ ਨਹੀਂ ਸਕਦੇ। ਹੁਣ ਜਦੋਂ ਤੱਕ ਉਹ ਹੈਗਾ ਵੀ ਇਨਫਲੂਐਂਸ ਕਰਕੇ ਅਮਰੀਕਨ ਕੰਪਨੀਆਂ ਤੋਂ ਇੰਡੀਅਨ ਸਟੇਟ ਉਹਦੇ ਵਿੱਚ ਇੰਟਰਵੀਨ ਕਰੇ, ਤਾਂ ਕਿ ਉਹਨਾਂ ਤੋਂ ਪਾਸਪੋਰਟ ਵਗੈਰਾ ਲੈ ਕੇ ਜਿਹੜੇ ਡਿਪਲੋਮੈਟਸ ਨੇ ਇੰਡੀਆ ਦੇ ਇਰਾਕ ਵਿੱਚ, ਉਹਨਾਂ ਨੂੰ ਪਾਸਪੋਰਟ ਦਿਵਾਉਣ ਸਾਰੇ ਬੰਦਿਆਂ ਨੂੰ, ਕਿਉਂਕਿ ਗਿਣਤੀ ਬਹੁਤ ਜ਼ਿਆਦਾ ਆ। ਉਹ ਵੀ ਵਿਚਾਰੇ ਕਿੰਨਾ ਕੁ ਅਫਸਰਸ਼ਾਹੀ ਕਿੰਨਾ ਕੁ ਕੰਮ ਕਰ ਸਕਦੀ ਆ। ਹਰ ਰੋਜ਼ ਜੇ ਉਹ 150 ਵੀ ਪਾਸਪੋਰਟ ਮਿਲਣ 10,000 ਬੰਦਿਆਂ ਨੂੰ ਵੀ 2 ਮਹੀਨੇ ਲੱਗ ਸਕਦੇ ਆ, ਜਿਸ ਤਰ੍ਹਾਂ ਵੀ ਜਿੰਨਾ ਕੁ ਵੀ ਟਾਈਮ ਲੱਗਦਾ। ਹਾਂਜੀ, ਇਹ ਮਸਲਾ ਹੈਗਾ ਵੀ ਪਾਸਪੋਰਟਸ ਉਹਨਾਂ ਕੋਲ ਨਹੀਂ ਹੈਗੇ। ਬਾਕੀ ਕੁਛ ਬੰਦਿਆਂ ਦੀਆਂ ਆਰਥਿਕ ਮਜਬੂਰੀਆਂ ਵੀ ਨੇ, ਟਿਕਟ ਵਗੈਰਾ ਲਈ ਪੈਸੇ ਨਹੀਂ ਹੈਗੇ, ਕਿਉਂਕਿ ਪੈਸੇ ਉੱਥੇ ਖਾਣ ਪੀਣ ਦੇ ਮਾਮਲਿਆਂ 'ਚ ਆਪਣੇ ਰੋਜ਼ਾਨਾ ਜ਼ਿੰਦਗੀ 'ਚ ਲੱਗ ਜਾਂਦੇ ਨੇ। ਤੇ ਇਹ 2 ਸਮੱਸਿਆਵਾਂ ਨੇ, ਇਹਨਾਂ ਦਾ ਹੱਲ ਕੋਈ ਹੋਣਾ ਚਾਹੀਦਾ। ਮੇਨ ਸਮੱਸਿਆ ਪਾਸਪੋਰਟਸ ਦੀ ਹੈਗੀ ਹੈ ਵੀ ਉਹਨਾਂ ਕੋਲ ਪਾਸਪੋਰਟਸ ਨਹੀਂ ਹੈਗੇ ਟਰੈਵਲ ਕਰਨ ਲਈ। ਤੇ ਅਵਤਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਕਾਫੀ ਮੁੱਦਿਆਂ ਤੇ ਆਪਾਂ ਗੱਲਬਾਤ ਕੀਤੀ ਆ। ਤੇ ਸਰੋਤਿਓ, ਅਸੀਂ ਤੁਹਾਨੂੰ ਇਹੀ ਬੇਨਤੀ ਕਰਾਂਗੇ ਕਿ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਜਿਹੜੇ ਵਿਚਾਰ ਦਿੱਤੇ ਜਾਂਦੇ ਹਨ ਉਹਦੇ ਉੱਪਰੋਂ ਤੁਸੀਂ ਪ੍ਰਭਾਵਿਤ ਹੁੰਦੇ ਹੋ। ਸਾਨੂੰ ਟੈਲੀਫੋਨ ਵੀ ਆਉਂਦੇ ਆ ਤੇ ਈਮੇਲਾਂ ਵੀ ਆਉਂਦੀਆਂ ਕਿ ਜੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਤਾਂ ਅਸੀਂ ਇਹੀ ਚਾਹਾਂਗੇ ਕਿ ਤੁਸੀਂ ਆਪਣਾ ਕੋਈ ਸਵਾਲ ਜਾਂ ਕੋਈ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਸ ਮਸਲੇ 'ਤੇ ਜ਼ਰੂਰ ਗੱਲਬਾਤ ਕੀਤੀ ਜਾਵੇ, ਉਹ ਜ਼ਰੂਰ ਸਾਨੂੰ ਭੇਜ ਸਕਦੇ ਹੋ। ਨਾਲ ਹੀ ਇਸ ਪ੍ਰੋਗਰਾਮ ਜਿਹੜਾ ਤੁਸੀਂ ਸਪਾਂਸਰ ਕਰਨਾ ਉਹ ਵੀ ਕਰ ਸਕਦੇ ਹੋ। ਹੋਰ ਵੀ ਜਿਹੜੇ ਅਕਾਲ ਚੈਨਲ ਦੇ ਪ੍ਰੋਗਰਾਮ ਆਉਂਦੇ ਆ ਉਹਨਾਂ ਨੂੰ ਵੀ ਸਪਾਂਸਰ ਕਰ ਸਕਦੇ ਹੋ। ਸੋ ਅਸੀਂ ਆਪ ਜੀ ਦੇ ਧੰਨਵਾਦੀ ਹਾਂ। ਹਮੇਸ਼ਾ ਹੀ ਦੇਖਦੇ ਰਹੋ ਅਕਾਲ ਚੈਨਲ 858। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।